सुन वालियां नूं रानी मंगत वालों प्यार भरी सत श्री अकाल, नमस्कार, अस्सलाम वालेकुम। प्रोग्राम च मेरा साथ दे रहे ने डॉक्टर जगमोहन कौर ढिल्लों। डॉक्टर ढिल्लों वेलकम। हाँ जी, सत श्री अकाल जी, सारे श्रोतियां नूं भी सत श्री अकाल। साडे नाल नूर कौर ढिंडसा भी ने। नूर सत श्री अकाल। सत श्री अकाल to all the radio India listeners. थैंक यू। और अज डॉक्टर ढिल्लों आपां गलबात कर रहे हैं एल्जाइमर्स बारे। एल्जाइमर बीमारी जिहड़ी है ये कह लो कि ज्यों-ज्यों बंदे सीनियर होई जांदे ने, हाँ जी, और सीनियर होण नाल कई वारी आपां नूं लगदा कि ਅਸੀਂ बहुत भुੱਲ ਜਾਂਦੇ ਆ। ਇੱਕੋ ਗੱਲ कई वारी बार-बार करी जाईदी है और भुੱਲ ਜਾਂਦਾ कि ਅਸੀਂ ਇਹ ਗੱਲ ਪੁੱਛ ਚੁੱਕੇ ਆ ਅੱਗੇ। हाँ जी। और ਇਹ ਵੀ ਕਹਿੰਦੇ ਨੇ ਕਿ मे बी 5% ही ਚਾਂਸ ਹੋਣ ਤੁਹਾਨੂੰ ਪਿੱਛੋਂ ਵਿਰਾਸਤ ਚ ਮਿਲ ਜਾਏ, ਪਰ ਜ਼ਿਆਦਾ ਨਹੀਂ ਹੈਗੇ ਕਿ ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਤੇ 5 to 10% ਚਾਂਸਸ ਹੈ ਕਿ ਇਹ ਇਨਹੈਰਿਟਡ ਹੋਵੇ। ਹਾਂਜੀ ਹਾਂਜੀ, ਤਾਂ ਵੈਸੇ ਇਹ ਆਪੇ ਹੀ ਹੋ ਜਾਂਦੀ ਹੈ ਤੁਹਾਨੂੰ। ਹਾਂਜੀ, ਸੋ ਇਹਦੇ ਬਾਰੇ ਆਪਾਂ ਫੂਡ ਬਾਰੇ ਵੀ ਅਖੀਰ ਚ ਗੱਲਬਾਤ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ, ਕਿ ਸਾਨੂੰ ਕਿਵੇਂ ਐਕਟਿਵ, ਆਪਣਾ ਬ੍ਰੇਨ ਕਿਵੇਂ ਐਕਟਿਵ ਰੱਖਣਾ ਚਾਹੀਦਾ ਹੈ। ਤੇ ਇੱਕ ਨਾਲ ਕਹਿੰਦੇ ਭੁੱਲਣ ਵਾਲੀ ਬਿਮਾਰੀ ਆਪਾਂ ਕਹਿੰਦੇ ਆ, ਪਰ ਨਾਲ ਡਿਮੈਂਸ਼ੀਆ ਵੀ ਕਹਿ ਦਿੰਦੇ ਆ। ਪਰ ਡਿਮੈਂਸ਼ੀਆ ਤੇ ਅਲਜ਼ਾਈਮਰਸ ਚ ਇਹਦਾ ਮਤਲਬ ਕੁਛ ਤੇ ਫਰਕ ਹੋਏਗਾ, ਕਿਉਂਕਿ ਦੋ ਅੱਡ ਨਾਂ ਦਿੱਤੇ ਹੋਏ ਨੇ। ਤੇ ਇਸ ਤੋਂ ਬਾਅਦ ਨੂਰ ਨੂੰ ਵੀ ਪੁੱਛਾਂਗੇ ਕਿ ਇਹਨੂੰ ਭੁੱਲਣ ਵਾਲੀ ਬਿਮਾਰੀ ਦਾ ਕੀ ਪਤਾ। ਨੂਰ ਹੋਲਡ ਔਨ, ਐਂਡ ਅਸੀਂ ਪਹਿਲੇ ਡਾਕਟਰ ਢਿੱਲੋਂ ਨਾਲ ਗੱਲ ਕਰੀਏ ਕਿ ਇਹ ਬਿਮਾਰੀ ਐਕਚੁਅਲੀ ਹੈ ਕੀ ਅਲਜ਼ਾਈਮਰਸ। ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈ ਕ੍ਰੋਨਿਕ ਨਿਊਰੋ ਡੀਜਨਰੇਟਿਵ ਡਿਜ਼ੀਜ਼ ਹੈ। ਹਾਂਜੀ, ਮਤਲਬ ਕਿ ਨਿਊਰੋਲੋਜੀਕਲ ਵਿਕਾਰ ਜਿਹਨੂੰ ਕਹਿ ਦਿੰਦੇ ਆ ਆਪਾਂ, ਉਹ ਹੈ। ਇਹ ਆਪਣੇ ਬ੍ਰੇਨ ਸੈਲਸ ਨੂੰ ਡਿਸਟਰੋਏ ਕਰ ਦਿੰਦੀ ਹੈ ਤੇ ਇਹਦੇ ਨਾਲ ਜਿਹੜੀ ਸਾਡੀ ਸੋਚਣ ਦੀ ਸ਼ਕਤੀ ਹੈ ਉਹ ਕਮਜ਼ੋਰ ਪੈ ਜਾਂਦੀ ਹੈ ਤੇ ਸਾਡੀ ਜਿਹੜੀ ਮੈਮਰੀ ਹੈ ਉਹ ਵੀ ਡਿਸੇਬਲਡ ਹੋ ਜਾਂਦੀ ਹੈ ਟਾਈਮ ਦੇ ਨਾਲ। ਸੋ ਕਹਿਣ ਦਾ ਭਾਵ ਕਿ ਦਿਮਾਗੀ ਬਿਮਾਰੀ ਹੈ। ਹਾਂ, ਤੇ ਦਿਮਾਗ ਸਾਡਾ ਜਿਵੇਂ ਸਾਰੇ ਕੰਮ ਕਰਦਾ ਹੈ ਵੀ ਅਸੀਂ ਸੋਚਣ ਸ਼ਕਤੀ ਸਾਡੀ ਘਟ ਜਾਂਦੀ ਹੈ। ਬਿਲਕੁਲ, ਹਾਂਜੀ। ਤੇ ਸਪੀਚ 'ਚ ਵੀ ਫਰਕ ਪੈਂਦਾ ਕਈ ਵਾਰੀ, ਉਹ ਲੇਟਰ ਔਨ। ਹਾਂਜੀ ਹਾਂਜੀ। ਤੇ ਇਹ ਜਿਹੜੀ ਹੈ ਇਹ ਨਾਰਮਲ ਪਾਰਟ ਨਹੀਂ ਹੈ ਏਜਿੰਗ ਦਾ। ਤੇ ਇਹ ਮੋਰ ਓਵਰ ਬੈਡ ਲੱਕ ਇਹ ਹੈ ਕਿ ਇਰਰਿਵਰਸੀਬਲ ਹੈ, ਇਟਸ ਨਾਟ ਰਿਵਰਸੀਬਲ। ਹਾਂਜੀ, ਜੇ ਇੱਕ ਵਾਰੀ ਹੋ ਗਈ ਸੋ ਹੋ ਗਈ। ਹਾਂਜੀ, ਔਰ ਕਿੰਨੀ ਵਾਰੀ ਆਪਾਂ ਰੂਟੀਨ 'ਚ ਤੁਸੀਂ ਦੇਖੋ, ਤੁਹਾਡੀ ਵੀ ਰਾਣੀ ਭੈਣ ਜੀ ਫਰੈਂਡਸ ਹੋਣਗੀਆਂ, ਤੁਹਾਡਾ ਤਾਂ ਸਰਕਲ ਇੰਨਾ ਵਾਸਟ ਹੈ ਇੱਥੇ, ਮੇਰੀਆਂ ਵੀ ਫਰੈਂਡਸ ਹੈ, ਉਹ ਜਦੋਂ 50 ਦੇ ਹੋ ਜਾਂਦੇ ਮੈਂ ਬਹੁਤ ਭੁੱਲਣ ਲੱਗ ਗਈ ਜਾਂ ਚੀਜ਼ਾਂ ਰੱਖ ਕੇ ਭੁੱਲ ਜਾਣਾ। ਕਈ ਵਾਰੀ ਫ੍ਰਿਜ ਖੋਲ ਕੇ ਭੁੱਲ ਜਾਂਦਾ ਵੀ ਕੱਢਣਾ ਕੀ ਸੀ ਫ੍ਰਿਜ ਚੋਂ। ਦੈਟਸ ਵੈਰੀ ਰੇਅਰ। ਦੇਖੋ ਬੋਥ ਵੇਜ਼ ਹੈ, ਜਾਂ ਤਾਂ ਯੂ ਆਰ ਓਵਰ ਆਕੂਪਾਈਡ, ਹਾਂਜੀ, ਤੁਸੀਂ ਓਵਰ ਬਿਜ਼ੀ ਹੋ ਤਾਂ ਇਹ ਹੁੰਦਾ, ਜਾਂ ਤੁਹਾਨੂੰ ਕੋਈ ਸਟ੍ਰੈਸ ਹੈ, ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੈ, ਦੈਨ ਇਟ ਇਜ਼ ਅ ਡਿਫਰੈਂਟ ਕੇਸ। ਜੇ ਤੁਹਾਨੂੰ ਇਹ ਹੋ ਰਿਹਾ ਕਿ ਤੁਸੀਂ ਵਾਰੀ-ਵਾਰੀ ਭੁੱਲੀ ਜਾਂਦੇ ਹੋ, ਤੁਸੀਂ ਹੁਣੇ ਆਪਣਾ ਫੋਨ ਇੱਥੇ ਰੱਖਿਆ, ਕਈ ਵਾਰੀ ਤੁਸੀਂ ਦੇਖੋ ਮੋਸਟ ਆਫ ਦਾ ਕੇਸਿਸ ਮੈਂ ਦੇਖਿਆ ਕਿ ਫੋਨ ਕੰਨ ਨੂੰ ਲੱਗਿਆ ਔਰ ਤੁਸੀਂ ਫੋਨ ਲੱਭੀ ਜਾਂਦੇ ਹੋ ਕਿੱਥੇ। ਕਈ ਵਾਰੀ ਐਨਕਾਂ ਸਿਰ ਤੇ ਹੁੰਦੀਆਂ ਤੇ ਉਹ ਲੱਭੀ ਜਾਂਦੇ ਆ। ਮਤਲਬ ਰੇਅਰ, ਦੈਨ ਇਟਸ ਓਕੇ। ਜੇ ਤੁਹਾਨੂੰ ਵਾਰੀ-ਵਾਰੀ ਈਵਨ ਇਹ ਵੀ ਨਹੀਂ ਯਾਦ ਰਹਿੰਦਾ ਵੀ ਤੁਸੀਂ ਰੋਟੀ ਖਾ ਲਈ, ਤਾਂ ਤੁਸੀਂ ਦੁਬਾਰਾ ਕਹਿ ਰਹੇ ਹੋ ਵੀ ਮੈਂ ਰੋਟੀ ਖਾ ਲਈ ਕਿ ਨਹੀਂ ਖਾ ਲਈ, ਤਾਂ ਫਿਰ ਮਤਲਬ ਤੁਹਾਨੂੰ ਉਸੇ ਵੇਲੇ ਧਿਆਨ ਕਰਨਾ ਚਾਹੀਦਾ, ਤੁਹਾਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਉਸੇ ਵੇਲੇ। ਕਈ ਵਾਰੀ ਡਾਕਟਰ ਢਿੱਲੋਂ ਇੱਕ ਦੋ ਵਾਰੀ ਮੇਰੇ ਨਾਲ ਵੀ ਹੋ ਚੁੱਕਿਆ ਮੈਨੂੰ ਇਹ ਭੁੱਲ ਗਿਆ ਕਿ ਮੈਂ ਰੋਟੀ ਖਾਣੀ ਸੀ, ਸਾਰਿਆਂ ਨੂੰ ਦੇ ਦਿੱਤੀ ਔਰ ਆਪ ਮੈਂ ਇੰਨੀ ਬਿਜ਼ੀ ਹੋ ਗਈ ਆਪ ਖਾਣਾ ਭੁੱਲ ਗਈ। ਉਹਦਾ ਰੀਜ਼ਨ ਕੀ ਸੀ ਕਿ ਤੁਹਾਡੇ ਗੈਸਟ ਬਹੁਤ ਆਏ ਸੀ, ਯੂ ਆਰ ਓਵਰ ਆਕੂਪਾਈਡ, ਯੂ ਆਰ ਨੈਵਰ ਫ੍ਰੀ, ਹੈ ਨਾ। ਕਈ ਵਾਰੀ ਤੁਸੀਂ ਨੀਂਦ ਨਹੀਂ ਰਾਤ ਨੂੰ ਪੂਰੀ ਲੈਂਦੇ ਤਾਂ ਵੀ ਇਹ ਪ੍ਰੋਬਲਮ ਹੋ ਜਾਂਦੀ ਹੈ। ਔਰ ਜ਼ਿਆਦਾਤਰ ਤੁਸੀਂ ਓਵਰ ਆਕੂਪਾਈਡ ਹੋ ਜਾਂ ਓਵਰ ਸਟ੍ਰੈਸਡ ਹੋ ਤਾਂ ਤੁਹਾਨੂੰ ਇਹ ਪ੍ਰੋਬਲਮ ਹੁੰਦੀ ਹੈ। ਤੁਸੀਂ ਦੇਖੋ ਕਈਆਂ ਨੂੰ ਇਹ ਹੁੰਦਾ ਵੀ ਸਵੇਰੇ ਲੇਡੀਜ਼ ਰਾਤ ਨੂੰ 11-12 ਵਜੇ ਸੌਂਦੀਆਂ, ਸਵੇਰੇ 5-6 ਵਜੇ ਉੱਠਦੀਆਂ, ਚੱਲ ਸੋ ਚੱਲ ਬਹੁਤ ਕੰਮ ਹੋ ਜਾਂਦਾ, ਉਹਨਾਂ ਨੂੰ ਬਹੁਤ ਕੰਮ ਹੁੰਦਾ, ਉਹ ਭੁੱਲਦੀਆਂ। ਮਤਲਬ ਡਿਫਰੈਂਸ਼ੀਏਸ਼ਨ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਉਹਨਾਂ ਨੂੰ ਅਲਜ਼ਾਈਮਰਸ ਡਿਜ਼ੀਜ਼ ਹੈ, ਨੋ, ਉਹਨਾਂ ਨੂੰ ਅਲਜ਼ਾਈਮਰ ਡਿਜ਼ੀਜ਼ ਨਹੀਂ, ਦੇ ਆਰ ਓਵਰ ਬਿਜ਼ੀ ਤੇ ਉਹਨਾਂ ਦੀ ਅਟੈਂਸ਼ਨ ਡਾਇਵਰਟ ਹੋ ਰਹੀ ਹੈ। ਹਾਂਜੀ, ਸੋ ਐਕਚੁਅਲੀ ਤੇ ਭੁੱਲਣ ਵਾਲੀ ਬਿਮਾਰੀ ਹੈ। ਮੈਂ ਇੱਕ ਕੁਐਸਚਨ ਨੂਰ ਨੂੰ ਵੀ ਪੁੱਛਾਂ ਨਾਲ। ਨੂਰ, ਜਦੋਂ ਕੋਈ ਯੂ ਆਰ ਯੰਗ, ਹੈ ਨਾ, ਪੇਰੈਂਟਸ, ਗ੍ਰੈਂਡ ਪੇਰੈਂਟਸ, ਜਦੋਂ ਇਹ ਬਿਮਾਰੀ ਅਲਜ਼ਾਈਮਰਸ ਨੂੰ ਆਪਾਂ ਕਹਿ ਸਕਦੇ ਹਾਂ ਇਟਸ ਭੁੱਲਣ ਵਾਲੀ ਬਿਮਾਰੀ, do you have somebody in your family maybe, how will you deal with them? Well, I had my great-great-grandpa named
Darji. Darji, oh, you call him Darji? Acha, huh. And well, how I would help him is I would understand his problem and I wouldn't get mad at him for not knowing and like keep asking me questions. I would like wait patiently until like he knows what I'm trying to talk about, and I'm gonna try to like say it like very patiently to him and nicely. Oh, okay. So he asks you ਇੱਕੋ ਕੁਐਸਚਨ ਬਾਰ-ਬਾਰ ਪੁੱਛਦੇ ਆ ਤੇ ਜਦੋਂ ਬਾਰ-ਬਾਰ ਪੁੱਛਦੇ ਆ ਉਦੋਂ ਤੁਹਾਨੂੰ ਗੁੱਸਾ ਨਹੀਂ ਆਉਂਦਾ ਕਿ ਦਾਰ ਜੀ ਬਾਰ-ਬਾਰ ਇੱਕੋ ਹੀ ਕੁਐਸਚਨ ਪੁੱਛੀ ਜਾਂਦੇ ਆ ਵੀ ਤੂੰ ਆਨਸਰ ਤੇ ਕਰਤਾ ਪਰ will you answer him every time ਕਿ you get mad? Well, I will get kind of impatient, but like I would just like try to calm down myself and just be like, it's okay because they have memory loss. I have to help them, not okay to be rude and just get mad at people that have memory loss. So that's good. So what can you say ਜਿਹੜੇ ਤੇਰੀ ਉਮਰ ਦੇ ਬੱਚੇ ਨੇ ਕਿ ਤੁਹਾਡੇ ਘਰ 'ਚ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੀ ਅਗਰ ਮੈਮਰੀ ਲਾਸ ਹੈ ਬਾਰ-ਬਾਰ ਕੁਐਸਚਨਸ ਪੁੱਛਦੇ ਨੇ ਜਾਂ ਉਹਨਾਂ ਨੂੰ ਭੁੱਲ ਜਾਂਦਾ ਹੈ ਮੇਬੀ ਤੁਸੀਂ ਗ੍ਰੈਂਡ ਪੇਰੈਂਟ ਨੂੰ ਕਿਹਾ ਹੋਏ ਅੱਜ ਮੈਨੂੰ ਬਾਹਰ ਮੈਕਡੋਨਲਡ ਲੈ ਕੇ ਜਾਓ ਤੇ ਉਹ ਭੁੱਲ ਗਏ ਜਾਣਾ what will you say? You get mad ਕਿ then you will understand ਕਿ ਇਹਨਾਂ ਦੀ ਥੋੜੀ ਮੈਮਰੀ ਲਾਸ ਹੋ ਜਾਂਦੀ ਹੈ ਤੇ ਪੇਸ਼ੈਂਸ ਜਿਹੜੀ ਹੈ ਉਹ ਬੱਚਿਆਂ ਨੂੰ ਰੱਖਣੀ ਚਾਹੀਦੀ ਹੈ ਉਸ ਟਾਈਮ. Yeah, I will understand. I won't get mad because if you get mad, that's rude because that's they rude. have memory loss. And you don't want to be rude to people because they're old, and it's rude to say, oh, like, you should know what I'm saying. Like I told you a billion. Yeah, you should understand. That's good. So what can you say, Noor, to other young kids? ਕਿ ਕੀ ਕਰਨਾ ਚਾਹੀਦਾ ਅਗਰ ਤੁਹਾਡੇ ਗ੍ਰੈਂਡ ਪੇਰੈਂਟਸ ਨੂੰ ਭੁੱਲਣ ਵਾਲੀ ਬਿਮਾਰੀ ਹੈ what will you tell them? I could tell them that since they do have memory loss, you shouldn't be rude to them. You should nicely help them out. You can, for example, you could like help them out by saying like nice things and like asking them to like think about what they think about the thing they're having memory loss of, and like maybe you can try to understand them, and then maybe to like if they're kind of getting sad that they have memory loss, you can cheer them up. That's really nice. Thank you so much. ਹਾਂਜੀ ਡਾਕਟਰ ਢਿੱਲੋਂ ਕੁਝ ਪੁੱਛ ਰਹੇ ਆ. ਨਹੀਂ ਬਸ ਇਟਸ ਓਕੇ. ਮੈਂ ਇਹ ਕਹਿ ਰਹੀ ਹਾਂ ਕਿ ਦੇਖੋ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਅਲਜ਼ਾਈਮਰ ਡਿਜ਼ੀਜ਼ ਬਾਰੇ. ਬਸ ਭੁੱਲ ਗਏ ਬਜ਼ੁਰਗ ਹੈ ਕੋਈ ਗੱਲ ਨਹੀਂ. ਅੱਜ ਤੋਂ 100 ਸਾਲ ਪਹਿਲਾਂ ਤਾਂ ਮਤਲਬ 100 ਸਾਲ ਦਾ ਟਾਈਮ ਹੈ ਜਦੋਂ ਇਹਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਇਹਨੂੰ ਨਾਂ ਦਿੱਤਾ ਗਿਆ ਅਲਜ਼ਾਈਮਰ ਡਿਜ਼ੀਜ਼ ਦਾ. ਤੇ 50 ਸਾਲ ਪਹਿਲਾਂ ਇਹ ਪਤਾ ਚੱਲਣ ਲੱਗਿਆ ਕਿ ਇਹਦੇ ਆਪਣੀ ਸਿਹਤ ਦੇ ਉੱਤੇ ਕਿੰਨੇ ਕੁ ਸੀਰੀਅਸ ਇੰਪੈਕਟਸ ਹੈ ਹਨਾ. ਤੇ ਟਰਾਈ ਕੀਤੀ ਜਾ ਰਹੀ ਹੈ 50 ਸਾਲ ਤੋਂ ਕਿ ਇਹਦਾ ਜਿਹੜਾ ਟ੍ਰੀਟਮੈਂਟ ਵਗੈਰਾ ਲੱਭਣ ਵਾਸਤੇ. ਹੁਣ 20 ਸਾਲ ਦੇ ਜਿਹੜੇ ਕਾਫੀ ਮਤਲਬ ਫਾਸਟਲੀ ਸਟੈਪਸ ਵਗੈਰਾ ਲਈ ਜਾ ਰਹੇ ਆ ਕਿ ਜਿਹੜਾ ਇਹ ਇੱਕ ਸਟਿਗਮਾ ਆਪਣੀ ਸੋਸਾਇਟੀ ਤੇ ਇਹਨੂੰ ਕਿਵੇਂ ਰਿਮੂਵ ਕੀਤਾ ਜਾਵੇ. ਤੇ ਨਾਲ ਕਾਫੀ ਸੈਮੀਨਾਰਸ ਵਗੈਰਾ ਲੱਗ ਰਹੇ ਆ ਤਾਂ ਕਿ ਫੈਮਲੀਜ਼ ਨੂੰ ਕੇਅਰ ਗਿਵਰਸ ਨੂੰ ਅਟੈਂਡੈਂਟਸ ਨੂੰ ਪੂਰੀ ਇਹਦੇ ਬਾਰੇ ਨੌਲੇਜ ਦਿੱਤੀ ਜਾ ਸਕੇ ਅਲਜ਼ਾਈਮਰਸ ਨੂੰ. ਤੇ ਨਾਲੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਿ ਅਲਜ਼ਾਈਮਰ ਹੈ ਵੀ ਕਿ ਨਹੀਂ ਹੈ. ਇਹ ਜ਼ਰੂਰੀ ਹੈ ਪਤਾ ਹੋਣਾ ਹਨਾ. ਜਿਵੇਂ ਮੈਂ ਕਿਹਾ ਇਹ ਨਿਊਰੋਲੋਜੀਕਲ ਵਿਕਾਰ ਹੈ ਤੇ ਇਹ ਉਮਰ ਦੇ ਵਧਣ ਦੇ ਨਾਲ ਜਿਹੜੇ ਆਪਣੀ ਬਾਡੀ 'ਚ ਚੇਂਜਿਸ ਉਹਨਾਂ ਵਿੱਚੋਂ ਇੱਕ ਚੇਂਜ ਹੈ. ਤੇ ਯਾਦਾਸ਼ਤ ਦਾ ਕਮਜ਼ੋਰ ਹੋਣਾ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਹੈ ਉਹ ਸਾਡੀ ਬਹੁਤ ਉਹਦੇ 'ਚ ਦਿੱਕਤਾਂ ਆਉਂਦੀਆਂ. ਇਹ ਇੱਕ ਬਹੁਤ ਇੰਪੋਰਟੈਂਟ ਚੇਂਜ ਹੈ ਸਾਡੀ ਬਾਡੀ ਦੇ ਵਿੱਚ ਜਿਹੜਾ ਆਉਂਦਾ. ਤੇ ਨਾਲੇ ਜ਼ਿਆਦਾਤਰ ਇਹ ਹੁੰਦਾ ਹੈ ਵੀ ਇਹ ਮਤਲਬ ਬਹੁਤ ਡਿਫਿਕਲਟ ਹੈ ਇਹ ਪਤਾ ਚੱਲੇ. ਆਮ ਕਈ ਵਾਰੀ ਤਾਂ ਇੰਨਾ ਕੁ ਘੱਟ ਹੁੰਦਾ ਨਾ ਕਿ ਉਹ ਬੰਦਾ ਰੂਟੀਨ ਦੇ ਵਰਕਸ ਕਰਦਾ ਰਹਿੰਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਉਹਨੂੰ ਅਲਜ਼ਾਈਮਰ ਹੈ. ਲੇਟਰ ਔਨ ਸਟੇਜ ਜਾ ਕੇ ਪਤਾ ਚੱਲਦਾ ਕਿ ਉਹਨੂੰ ਅਲਜ਼ਾਈਮਰ ਹੈ. ਤੇ ਅਲਜ਼ਾਈਮਰ ਫਿਰ ਅੱਛਾ ਆਪਾਂ ਕਈ ਲੋਕ ਕਹਿੰਦੇ ਆ ਕਿ ਇਹ ਡਿਮੈਂਸ਼ੀਆ ਹੈ ਕਿ ਅਲਜ਼ਾਈਮਰ ਹੈ. ਦੇਖੋ ਜਿਹੜੇ ਨਿਊਰੋਲੋਜਿਸਟ ਹੈ ਉਹ ਇਹ ਕਹਿੰਦੇ ਆ ਕਿ ਜਿਹੜਾ ਡਿਮੈਂਸ਼ੀਆ ਹੈ ਉਹ ਇੱਕ ਟਰਮ ਹੈ ਜਿਹਦਾ ਪ੍ਰਯੋਗ ਅਸੀਂ ਇਸ ਡਿਸਆਰਡਰ ਨੂੰ ਡਿਸਕ੍ਰਾਈਬ ਕਰਨ ਲਈ ਲੈਂਦੇ ਹਾਂ ਹਨਾ. ਅਲਜ਼ਾਈਮਰ ਜਿਹੜਾ ਹੈਗਾ ਇਟਸ ਨਾਟ ਅ ਸਿਗਨੀਫੀਕੈਂਟ ਡਿਜ਼ੀਜ਼
ਜਿਹੜਾ ਡਿਮੈਂਸ਼ੀਆ ਉਹ ਸਿਗਨੀਫੀਕੈਂਟ ਡਿਜ਼ੀਜ਼ ਹੈ। ਅਲਜ਼ਾਈਮਰ ਜਿਹੜਾ ਹੈ ਉਹ ਇੱਕ ਉਹਦਾ ਸਿੰਪਟਮ ਕਹਿ ਸਕਦੇ ਹਾਂ ਆਪਾਂ। ਤੇ ਵਾਰੀ ਵਾਰੀ ਉਹੀ ਗੱਲ ਰਿਪੀਟ ਹੋ ਰਹੀ ਹੈ ਕਿ ਇਹਦਾ ਆਪਣੇ ਬ੍ਰੇਨ ਤੇ ਬਹੁਤ ਅਸਰ ਪੈਂਦਾ ਹੈ। ਇਹ ਜਿਹੜਾ ਸਾਡਾ ਜਿਹੜਾ ਬਿਹੇਵੀਅਰ ਹੈ, ਜਿਵੇਂ ਸਾਡੇ ਆਲੇ ਦੁਆਲੇ ਨੂੰ, ਸਾਡੇ ਕੋਲੀਗਸ ਨੂੰ, ਸਾਡੇ ਫਰੈਂਡਸ ਨੂੰ, ਫੈਮਿਲੀ ਫਰੈਂਡਸ ਨੂੰ, ਸਭ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਬਿਹੇਵੀਅਰ ਦੇ ਵਿੱਚ ਜੇ ਕੋਈ ਚੇਂਜ ਆ ਰਹੀ ਹੈ ਤਾਂ ਸਾਨੂੰ ਉਹਨਾਂ ਨੂੰ ਜਾਣੂ ਕਰਵਾ ਦੇਣਾ ਚਾਹੀਦਾ ਕਿ ਤੇਰੇ ਬਿਹੇਵੀਅਰ ਦੇ ਵਿੱਚ ਇਹ ਚੇਂਜ ਆ ਰਹੀ ਹੈ, ਤੇ ਉਹ ਪਤਾ ਚੱਲਣਾ ਚਾਹੀਦਾ, ਸਾਨੂੰ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ। ਫਿਰ ਪਤਾ ਚੱਲਦਾ ਕਿ ਸਾਨੂੰ ਕਿਹੜੀ ਡਿਜ਼ੀਜ਼ ਹੈ। ਜਿਹੜਾ ਹੁਣ ਦੇਖੋ ਡਿਮੈਂਸ਼ੀਆ ਬਹੁਤ ਤਰ੍ਹਾਂ ਦਾ, ਜਿਵੇਂ ਵੈਸਕੂਲਰ ਡਿਮੈਂਸ਼ੀਆ ਹੋ ਗਿਆ, ਪਾਰਕਿੰਸਨ ਡਿਜ਼ੀਜ਼ ਡਿਮੈਂਸ਼ੀਆ ਹੋ ਗਿਆ, ਤੁਸੀਂ ਦੇਖਿਆ ਕਈ ਦੈਟ ਇਜ਼ ਅ ਪਾਰਟ ਆਫ ਡਿਮੈਂਸ਼ੀਆ। ਜਿਵੇਂ ਅਲਜ਼ਾਈਮਰ ਇਜ਼ ਅ ਪਾਰਟ ਆਫ ਡਿਮੈਂਸ਼ੀਆ, ਪਾਰਕਿੰਸਨ ਡਿਜ਼ੀਜ਼ ਇਜ਼ ਅ ਪਾਰਟ ਆਫ ਡਿਮੈਂਸ਼ੀਆ। ਠੀਕ ਹੈ, ਡਿਮੈਂਸ਼ੀਆ ਇਟਸੈਲਫ ਇਜ਼ ਲਾਈਕ, ਕਹਿੰਦੇ ਨਾ ਇਟਸ ਲਾਈਕ ਅੰਬਰੇਲਾ। ਤੇ ਜਿਵੇਂ ਸਾਰੇ ਜਿਹੜੇ ਉਹਦੀਆਂ ਉਹ ਬ੍ਰਾਂਚੇਸ ਹੈ, ਪਾਰਕਿੰਸਨ, ਹਾਂ, ਵੈਸਕੂਲਰ ਡਿਮੈਂਸ਼ੀਆ, ਪਾਰਕਿੰਸਨ ਡਿਜ਼ੀਜ਼ ਡਿਮੈਂਸ਼ੀਆ, ਫਰੰਟ ਟੈਂਪੋਰਲ ਡਿਮੈਂਸ਼ੀਆ, ਆ ਟੈਂਪੋਰਲ ਬੋਨ ਹੁੰਦੀ ਹੈ ਉਹਦੇ ਚ, ਉਹ ਅਫੈਕਟਡ ਹੁੰਦੀ ਹੈ, ਹੈ ਨਾ। ਹੋਰ ਕਈਆਂ ਨੂੰ ਮਿਕਸਡ ਡਿਮੈਂਸ਼ੀਆ ਹੋ ਜਾਂਦਾ, ਕਿੰਨੇ ਸਾਰੇ ਉਹਦੇ ਚੋਂ ਪ੍ਰੋਬਲਮਸ ਆ ਜਾਂਦੀਆਂ ਉਹਨਾਂ ਨੂੰ, ਹੈ ਨਾ। ਇਹ ਜਿਹੜੇ ਆਪਣੇ ਹੁੰਦੇ ਹੈਗੇ ਆ ਪੇਸ਼ੈਂਟਸ ਹੁੰਦੇ ਆ ਆਪਣੇ ਅਲਜ਼ਾਈਮਰ ਵਾਲੇ, ਇਹਨਾਂ ਦੇ ਵੀ ਸਪੈਸ਼ਲ ਸਿੰਪਟਮਸ ਹੁੰਦੇ ਹੈਗੇ ਆ ਹੋਰ ਤਰ੍ਹਾਂ ਦੇ। ਉਹ ਕੀ ਕਰਦੇ, ਇੱਕੋ ਹੀ ਕੁਐਸਚਨ ਨੂੰ ਵਾਰੀ ਵਾਰੀ ਰਿਪੀਟ ਕਰੀ ਜਾਂਦੇ ਆ, ਪੁੱਛੀ ਜਾਂਦੇ ਆ। ਤੇ ਜੇ ਮਤਲਬ ਉਹਨਾਂ ਦੀ ਕੋਈ ਗੱਲਬਾਤ ਹੈ, ਕੋਈ ਅਪੁਆਇੰਟਮੈਂਟ ਹੈ, ਕੋਈ ਇਵੈਂਟ ਹੈ, ਉਹਨੂੰ ਉਹ ਭੁੱਲ ਜਾਂਦੇ ਆ। ਕਿਸੇ ਵੀ ਸਮਾਨ ਨੂੰ ਉਹ ਕਿਸੇ ਉਸ ਜਗ੍ਹਾ ਤੇ ਰੱਖ ਦਿੰਦੇ ਆ ਬਈ ਜਿੱਥੇ ਬਹੁਤਾ ਹੀ ਸਾਂਭਿਆ ਗਿਆ, ਹਮੇਸ਼ਾ ਐਵਰੀ ਟਾਈਮ। ਕਦੇ ਕਦੇ ਮਤਲਬ ਉਹਨਾਂ ਕੋਲ ਹਮੇਸ਼ਾ ਹੋਊਗਾ। ਜਾਣੀ ਪਹਿਚਾਨੀ ਜਗ੍ਹਾ ਜਿੱਥੇ ਉਹ ਰੋਜ਼ ਜਾਂਦੇ, ਭੁੱਲ ਜਾਣਗੇ ਕਿ ਮੈਂ ਕਿੱਥੇ ਆਇਆ ਹੋਇਆ। ਔਰ ਉਹ ਨਾ ਆਬਜੈਕਟ ਨੂੰ ਪਛਾਣਦੇ ਨਹੀਂਗੇ, ਫਿਰ ਉਹਦਾ ਮਿਸਯੂਜ਼ ਵੀ ਕਰ ਲੈਂਦੇ ਆ ਇਹ ਗੱਲਾਂ। ਜਿਹੜਾ ਡਿਮੈਂਸ਼ੀਆ ਹੁੰਦਾ ਹੈਗਾ ਉਹਦੇ ਚ ਲਿਟਲ ਬਿਟ ਡਿਫਰੈਂਸ ਹੁੰਦਾ, ਚ ਯਾਦਾਸ਼ਤ ਦੀ ਕਮੀ ਹੁੰਦੀ ਹੈ, ਤੇ ਬਟ ਉਹ ਜਿਹੜਾ ਬੰਦਾ ਹੈ ਉਹ ਦੂਜੇ ਵਿਅਕਤੀ ਨੂੰ, ਬੰਦੇ ਨੂੰ ਨੋਟਿਸ ਜ਼ਰੂਰ ਕਰਦਾ, ਉਹਨੂੰ ਪਛਾਣਦਾ ਜ਼ਰੂਰ ਹੈ। ਗੱਲਬਾਤ ਕਰਨ ਦੇ ਵਿੱਚ, ਡਿਸਕਸ਼ਨ ਦੇ ਵਿੱਚ, ਆਰਗੂ ਕਰਨ ਚ ਉਹਨੂੰ ਪ੍ਰੋਬਲਮ ਆਉਂਦੀ ਹੈ। ਤੇ ਜਿਹੜੇ ਔਖੇ ਕੰਮ ਹੈ ਉਹ ਬੰਦਾ ਕਰ ਨਹੀਂ ਸਕਦਾ, ਉਹ ਕੋਈ ਪਲੈਨਿੰਗ ਨਹੀਂ ਕਰ ਸਕਦਾ, ਉਹ ਹਮੇਸ਼ਾ ਕਨਫਿਊਜ਼ ਰਹਿੰਦਾ। ਪਰਸਨੈਲਿਟੀ ਚੇਂਜਸ ਆਉਂਦੇ, ਡਿਪਰੈਸ਼ਨ, ਵਰੀਜ਼, ਡਿਜ਼ੀਨੈਸ, ਫਿਰ ਉਹਨਾਂ ਨੂੰ ਬੜੇ ਗਲਤ ਜਿਹੜਾ ਉਹਨਾਂ ਦਾ ਬਿਹੇਵੀਅਰ ਹੋ ਜਾਂਦਾ। ਉਹਨਾਂ ਨੂੰ ਜਿਹੜੇ ਸੁਪਨੇ ਹੁੰਦੇ ਆ ਉਹ ਬਹੁਤ ਭੈੜੇ ਭੈੜੇ ਆਉਂਦੇ ਆ, ਉਹਨਾਂ ਨੂੰ ਫਿਰ ਦੱਸਣਾ ਨਹੀਂ ਆਉਂਦਾ। ਜਦੋਂ ਆਪਾਂ ਨੂੰ ਇਹ ਲੱਗਦਾ ਹੈ ਕਿ ਡਿਮੈਂਸ਼ੀਆ ਜਾਂ ਅਲਜ਼ਾਈਮਰ ਹੋ ਗਿਆ, ਆਪਾਂ ਉਹਨਾਂ ਦੇ ਬਿਹੇਵੀਅਰ ਤੋਂ ਪਤਾ ਚੱਲ ਜਾਂਦਾ, ਤਾਂ ਉਦੋਂ ਪੇਸ਼ੈਂਟ ਨੂੰ ਉਸੇ ਵੇਲੇ ਡਾਕਟਰ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਉਹਨੂੰ ਲੈ ਕੇ ਜਾਣਾ ਚਾਹੀਦਾ, ਡਿਲੇ ਨਹੀਂ ਕਰਨਾ ਚਾਹੀਦਾ, ਆਈ ਮੀਨ ਟੂ ਸੇ। ਹਾਂਜੀ, ਪਰ ਦੂਜੇ ਪਾਸੇ ਹੁਣ ਕਈ ਵਾਰੀ ਕਈ ਲੋਕ ਇਹੋ ਜਿਹੇ ਨੇ, ਮਾੜਾ ਮੋਟਾ ਜਦੋਂ ਭੁੱਲ ਜਾਂਦੇ ਨੇ ਉਦੋਂ ਹੀ ਭੱਜਦੇ ਨੇ ਕਿ ਅਸੀਂ ਪੁੱਛ ਲਈਏ। ਜਿਵੇਂ ਤੁਸੀਂ ਅੱਗੇ ਕਿਹਾ ਕਿ ਓਵਰ ਬਿਜ਼ੀ ਕਈ ਵਾਰੀ ਹੋ ਜਾਈਦਾ, ਉਹ ਤੁਸੀਂ ਆਪਣਾ ਐਨਾਲਾਈਜ਼ ਆਪੇ ਕਰੋ ਕਿ ਮੈਂ ਇਹ ਚੀਜ਼ ਕਿਉਂ ਹੋ ਰਹੀ ਹੈ ਮੇਰੇ ਨਾਲ। ਉਦੋਂ ਅਸੀਂ ਆਪੇ ਐਨਾਲਾਈਜ਼ ਕਰ ਲੈਂਦੇ ਹਾਂ ਕਿ ਉਦੋਂ ਅਸੀਂ ਓਵਰ ਬਿਜ਼ੀ ਸੀਗੇ, ਓਵਰ ਆਕੂਪਾਈਡ ਸੀਗੇ, ਸਾਨੂੰ ਤਾਂ ਇਹ ਪ੍ਰੋਬਲਮ ਹੋ ਗਈ, ਅਸੀਂ ਧਿਆਨ ਨਹੀਂ ਰੱਖ ਸਕੇ ਪ੍ਰੋਪਰ। ਸੋ ਪਰ ਇਹ ਬਿਮਾਰੀ ਐਕਚੁਅਲੀ ਕੀ ਥੋੜੀ ਜਿਹੀ ਅਰਲੀ ਸਟੇਜ ਵੀ ਸ਼ੁਰੂ ਹੋ ਸਕਦੀ ਹੈ? ਹਾਂਜੀ, 5 to 10% ਕੇਸਿਸ ਚ ਬਿਫੋਰ 40 ਵੀ ਹੋ ਜਾਂਦੀ ਹੈ। ਇਹ ਤਾਂ ਯੰਗ ਏਜ ਹੈ, ਇਹ ਯੰਗ ਏਜ ਹੈ। ਹਾਂਜੀ, ਇਹਦੇ ਚ ਤਾਂ ਮਤਲਬ ਦੇਖੋ ਆਪਾਂ ਬਾਅਦ ਚ ਡਿਸਕਸ ਕਰਾਂਗੇ ਆਪਣਾ ਜਿਹੜਾ ਲਾਈਫ ਸਟਾਈਲ ਹੈ। ਦੇਖੋ ਭੈਣ ਜੀ, ਇਸ ਤਰ੍ਹਾਂ ਹੁੰਦਾ, ਕਈ ਵਾਰੀ ਕਈ ਪੇਸ਼ੈਂਟਸ ਹੁੰਦੇ ਆ, ਮੈਂ ਦੇਖੇ ਆ, ਮਤਲਬ ਮੇਰੇ ਕੰਟੈਕਟ ਚ ਤਾਂ ਵੈਸੇ ਫੀਮੇਲਸ ਆਈਆਂ ਜਿਹੜੀਆਂ, ਜਿਨ੍ਹਾਂ ਨੂੰ ਕੀ ਕਹਿੰਦੇ ਹੁੰਦੇ ਆ ਕਿ ਮਤਲਬ ਬਹੁਤ ਜ਼ਿਆਦਾ ਦਬਾ ਕੇ ਨਹੀਂ ਰੱਖਿਆ ਜਾਂਦਾ ਹੁੰਦਾ, ਤਾਂ ਉਵੇਂ ਦੀਆਂ ਲੇਡੀਜ਼ ਹੁੰਦੀਆਂ, ਉਹ ਬਾਹਰ ਨਹੀਂ ਨਿਕਲਦੀਆਂ ਘਰੋਂ, ਘਰ 'ਚ ਹੀ ਰਹਿੰਦੀਆਂ, ਹਾਊਸ ਵਾਈਫਸ ਹੁੰਦੀਆਂ। ਉਹਨਾਂ ਦੇ ਵਿੱਚ ਇਹ ਤਾਂ ਹੁੰਦਾ ਕਿ ਉਹਨਾਂ ਨੂੰ ਜਦੋਂ ਆਪਾਂ ਬਹੁਤ ਜ਼ਿਆਦਾ ਦਬਾ ਕੇ ਰੱਖਦੇ, ਉਹਨਾਂ ਦਾ ਕੋਈ ਸੋਸ਼ਲ ਸਰਕਲ ਨਹੀਂ ਹੁੰਦਾ। ਜਦੋਂ ਤੁਸੀਂ ਓਲਡ ਹੋ ਜਾਂਦੇ ਹੋ ਉਦੋਂ ਯੂ ਨੀਡ ਸਮਥਿੰਗ ਟੂ ਟਾਕ ਟੂ ਯੂ, ਵੀ ਤੁਸੀਂ ਕਿਸੇ ਨਾਲ ਸ਼ੇਅਰ ਕਰੋ ਗੱਲਾਂ, ਕਿਉਂਕਿ ਬੱਚੇ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦੇ ਆ, ਤੇ ਹਸਬੈਂਡ ਵਾਈਫ ਹੈ ਜਿਹੜੇ ਚਾਹੇ ਤਾਂ ਦੋਵੇਂ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ, ਈਵਨ ਦੈਨ ਯੂ ਨੀਡ ਅ ਫਰੈਂਡ, ਆਈ ਥਿੰਕ ਕਿ ਤੁਹਾਨੂੰ ਕਿਸੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਬਾਹਰ ਨਹੀਂ ਨਿਕਲਦੇ, ਉੱਥੇ ਹੀ ਰਹਿੰਦੇ ਹੋ, ਔਰ ਬਹੁਤ ਜ਼ਿਆਦਾ ਤੁਹਾਨੂੰ ਉਹ ਰੱਖਿਆ ਜਾਂਦਾ ਦਬਾ ਕੇ,
ਤਾਂ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਡਿਪਰੈਸ਼ਨ 'ਚ ਜਾਂਦਾ, ਔਰ ਉਹ ਡਿਪਰੈਸ਼ਨ ਜਿਹੜੀ ਹੈ ਉਹ ਅੱਗੋਂ ਜਿਹੜਾ ਇਹ ਉਹਦੀ ਵਧੀ ਹੋਈ ਸਟੇਜ ਹੈ ਜਿਹੜੀ ਅਲਜ਼ਾਈਮਰ ਐਂਡ ਡਿਮੈਂਸ਼ੀਆ। ਓਕੇ। ਹੁਣ ਸਟ੍ਰੈਸ ਵਿੱਚ ਤੇ ਮੈਂ ਦੇਖਿਆ ਯੰਗ ਬੱਚੇ, ਈਵਨ ਸਕੂਲ ਦੇ ਬੱਚੇ ਸਟ੍ਰੈਸ 'ਚ ਚਲੇ ਜਾਂਦੇ ਆ। ਹਾਂ, ਦੈਟ ਇਜ਼ ਫॉर द ਟਾਈਮ ਬੀਇੰਗ, ਨਾਟ ਫॉर ਆਲਵੇਜ਼, ਦੈਟ ਇਜ਼ ਫॉर द ਟਾਈਮ ਬੀਇੰਗ। ਮਤਲਬ ਉਹ ਸਟ੍ਰੈਸ ਹੋਰ ਤਰ੍ਹਾਂ ਦਾ, ਜੇ ਬੱਚੇ ਦੇ ਮਾਰਕਸ ਘੱਟ ਆਏ ਆ, ਬੱਚਾ ਕੋਈ ਗੇਮ ਲੂਜ਼ ਕਰ ਗਿਆ, ਉਹ ਫॉर द ਟਾਈਮ ਬੀਇੰਗ ਆ, ਉਹ ਉਸ ਇਵੈਂਟ ਨਾਲ ਰਿਲੇਟਡ ਹੈ। ਹਾਂਜੀ, ਪਰ ਜੇ ਬੱਚੇ ਨੂੰ ਸ਼ੁਰੂ ਤੋਂ ਆਦਤ ਹੋਵੇ ਹਰ ਚੀਜ਼ ਦਾ ਸਟ੍ਰੈਸ ਲੈਣਾ, ਹਾਂ, ਫਿਰ ਉਹ ਜ਼ਿੰਦਗੀ 'ਚ ਅੱਗੇ ਜਿਵੇਂ ਜਿਵੇਂ ਵੱਡਾ ਹੋਏਗਾ ਉਹਨੂੰ ਫਿਰ ਸਟ੍ਰੈਸ ਤੇ ਹਰ ਚੀਜ਼ ਦਾ ਸਟ੍ਰੈਸ ਹੁੰਦਾ ਰਹੇਗਾ। ਉਹ ਬੱਚਿਆਂ ਨੂੰ ਹੌਲੀ ਹੌਲੀ ਉਹਨਾਂ ਦੀ ਕਾਉਂਸਲਿੰਗ ਕਰਾਉਣੀ ਚਾਹੀਦੀ ਹੈ ਜੇ ਉਹਨਾਂ ਦਾ ਬਿਹੇਵੀਅਰ ਆਇੰਦਾ ਹੋਵੇ ਸਟ੍ਰੈਸ। ਹੁਣ ਜਿਵੇਂ ਬੱਚੇ ਗੇਮ ਖੇਡਦੇ ਨੇ, ਹਾਂਜੀ, ਆਪਣਾ ਸਪੋਰਟਸ ਵਿੱਚ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਤੇ ਜੇ ਬੱਚਾ ਉੱਥੇ ਸਟ੍ਰੈਸ ਲੈਂਦਾ, ਇਹ ਤੇ ਫਿਰ ਉੱਥੇ ਮਾਂ-ਬਾਪ ਦੀ ਡਿਊਟੀ ਹੈ ਕਿ ਉਸ ਵੇਲੇ ਬੱਚੇ ਨੂੰ ਦੱਸੋ ਵੀ ਦੈਟਸ ਓਕੇ, ਵੀ ਹਾਰਨਾ ਜਿੱਤਣਾ ਲਿਖਿਆ ਹੋਇਆ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਨਥਿੰਗ, ਨੋ ਬਿਗ ਡੀਲ। ਬਿਲਕੁਲ, ਅਸੀਂ ਜੇ ਅੱਜ ਹਾਰਾਂਗੇ ਤਾਂ ਕੱਲ ਨੂੰ ਜਿੱਤਾਂਗੇ ਵੀ, ਹੈ ਨਾ। ਸਕਸੈਸਫੁਲ ਹੋਣ ਲਈ ਹਾਰਨਾ ਜ਼ਰੂਰੀ ਹੈ, ਹਾਰਾਂਗੇ ਤਾਂ ਅਸੀਂ ਅੱਗੋਂ ਹੋਰ ਸਟੈਪਸ ਲਵਾਂਗੇ, ਆਪਣੇ ਆਪ ਨੂੰ ਇੰਪਰੂਵ ਕਰਾਂਗੇ, ਅਸੀਂ ਐਫਰਟਸ ਕਰਾਂਗੇ, ਹੈ ਨਾ। ਪਰ ਕਈ ਪੇਰੈਂਟਸ ਮਗਰ ਪੈ ਜਾਂਦੇ ਆ, ਤੁਸੀਂ ਜਿੱਤੇ ਨਹੀਂ, ਪ੍ਰੈਕਟਿਸ ਨਹੀਂ ਕੀਤੀ, ਇਹ ਨਹੀਂ ਕੀਤੀ, ਉਹ ਫਿਰ ਬੱਚਿਆਂ ਨੂੰ ਦਬਾ ਕੇ ਰੱਖਦੇ ਹੋ। ਡਿਕਟੇਟਰਸ਼ਿਪ ਹੈ ਪੇਰੈਂਟਸ ਦੀ ਕਿ ਬਈ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਬੱਚਾ ਹਮੇਸ਼ਾ ਸਟੱਡੀਜ਼ ਦੇ ਵਿੱਚ ਵੀ, ਸਪੋਰਟਸ ਦੇ ਵਿੱਚ ਵੀ, ਐਵਰੀ ਟਾਈਮ ਹੀ ਔਰ ਸ਼ੀ ਸ਼ੁੱਡ ਬੀ ਦਾ ਟਾਪਰ। ਇਹ ਨਹੀਂ ਹੁੰਦਾ। ਬੱਚੇ ਜਿਹੜੇ ਦੇ ਆਰ ਨਾਟ ਕੰਪਿਊਟਰਸ, ਹੈ ਨਾ। ਤੇ ਕਈ ਪੇਰੈਂਟਸ ਦੀਆਂ ਇੱਕ ਹੋਰ ਗੱਲ ਮੈਂ ਦੇਖੀ ਹੈ, ਤੁਸੀਂ ਵੀ ਦੇਖੀ ਹੋਣੀ ਹੈ, ਜਿਹੜੇ ਪੇਰੈਂਟਸ ਦੀਆਂ ਆਪਣੀਆਂ ਕੁਛ ਉਹ ਬਣਨਾ ਚਾਹੁੰਦੇ ਸੀ, ਕੋਈ ਐਂਬੀਸ਼ਨ ਸੀ, ਉਹ ਨਹੀਂ ਬਣ ਸਕੇ ਕਿਸੇ ਕਾਰਨਵਸ਼, ਉਹ ਆਪਣੇ ਬੱਚਿਆਂ ਦੇ ਉੱਤੇ ਉਹ ਚੀਜ਼ਾਂ ਥੋਪਦੇ ਆ। ਯੈਸ, ਇੰਡੀਆ ਮੈਨੂੰ ਪਤਾ ਹੈ ਜੀ, ਤੁਸੀਂ ਸਿਰਫ ਪਰ ਉੱਥੇ ਜਿਵੇਂ ਅਸੀਂ ਉੱਥੇ ਵੱਡੇ ਹੋਏ ਹਾਂ, ਉੱਥੇ ਉਹਨਾਂ ਨੇ ਕਹਿਣਾ ਜਾਂ ਤੁਸੀਂ ਡਾਕਟਰ ਬਣੋ ਜਾਂ ਇੰਜੀਨੀਅਰ ਬਣੋ ਜਾਂ ਲਾਇਰ ਬਣੋ, ਦੋ ਚਾਰ ਸਿਰਫ ਦਾ ਪਤਾ ਸੀਗਾ। ਉਦੋਂ ਖੈਰ ਇੰਨੀਆਂ ਹੀ ਬ੍ਰਾਂਚਿਸ ਹੁੰਦੀਆਂ ਸੀ ਮੋਸਟਲੀ, ਹੁਣ ਤਾਂ ਖੈਰ ਬਹੁਤ ਵਾਸਟ ਹੋ ਗਿਆ। ਤਾਂ ਮੇਰਾ ਕਹਿਣ ਦਾ ਭਾਵ ਵੀ ਉਹ ਫਿਰ ਥੋਪਦੇ ਆ। ਉਹ ਹੁਣ ਦੇਖੋ ਨਾ, ਮੈਂ ਕਿਸੇ ਸਿੰਗਰ ਦੀ ਪੜ੍ਹ ਰਹੀ ਸੀਗੀ, ਇੰਟਰਵਿਊ ਪੜ੍ਹ ਰਹੀ ਸੀ, ਤਾਂ ਉਹਨੇ ਕਿਹਾ ਸੀ ਕਿ ਮੇਰੇ ਜਿਹੜੇ ਫਾਦਰ ਸੀ ਉਹ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀਗੇ, ਤਾਂ ਮੈਂ ਨਹੀਂ ਪੜ੍ਹਿਆ, ਠੀਕ ਹੈ ਨਾ। ਤੇ ਮੈਂ ਬਹੁਤ ਪੜ੍ਹਾਈ 'ਚ ਨਲਾਇਕ ਸੀਗਾ ਤੇ ਮੈਨੂੰ ਬਹੁਤ ਝਿੜਕਾਂ ਪੈਂਦੀਆਂ ਸੀਗੀਆਂ, ਪਰ ਉਹ ਬੱਚਾ ਬਾਹਰ ਜਾ ਕੇ ਜਿਹੜੇ ਪਿੰਡਾਂ ਦੇ ਵਿੱਚ ਗਾਣੇ ਗੂਣੇ ਗਾਉਂਦਾ ਸੀ, ਕੋਈ ਮਿਊਜ਼ਿਕ ਦਾ ਹੋਣਾ, ਕੋਈ ਟੀਚਰ ਉਹਦੇ ਕੋਲੋਂ ਸਿੱਖਦਾ ਸੀ, ਔਰ ਉਹ ਕਾਫੀ ਰਾਈਜ਼ ਕੀਤਾ ਆਪਣੀ, ਮਤਲਬ ਉਹਦੇ ਵਿੱਚ ਲਾਈਫ ਦੇ ਵਿੱਚ। ਐਂਡ ਨੈਚੁਰਲੀ ਸਿੰਗਰ ਦੀ ਤਾਂ ਅਰਨਿੰਗ ਗੁੱਡ ਹੁੰਦੀ ਹੈ, ਹੈ ਨਾ। ਫੇਰ ਕਹਿ ਦਿੰਦੇ ਆ ਵੀ ਹੁਣ ਉਹ ਠੀਕ ਹੈ, ਫੇਰ ਪੇਰੈਂਟਸ ਐਗਰੀ ਕਰਦੇ ਆ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਉਹਨਾਂ ਦੀਆਂ ਆਪ ਦੀਆਂ ਇੱਛਾਵਾਂ ਨਹੀਂ ਨਾ ਪੂਰੀਆਂ ਹੁੰਦੀਆਂ, ਜਿੱਥੇ ਉਹ ਪਹੁੰਚਣਾ ਚਾਹੁੰਦੇ ਸੀ ਨਹੀਂ ਪਹੁੰਚ ਸਕੇ, ਉਹ ਸੋਚਦੇ ਵੀ ਸਾਡੇ ਬੱਚੇ ਉੱਥੇ ਪਹੁੰਚਣ, ਤਾਂ ਜ਼ਰੂਰੀ ਨਹੀਂ ਹੈ ਕਿ ਬੱਚੇ ਦਾ ਵੀ ਉਸ ਫੀਲਡ ਦੇ ਵਿੱਚ ਇੰਟਰਸਟ ਹੋਵੇ, ਬੱਚੇ ਦਾ ਕਿਸੇ ਹੋਰ ਫੀਲਡ 'ਚ ਵੀ ਇੰਟਰਸਟ ਹੋ ਸਕਦਾ। ਅਸੀਂ ਉਹਨੂੰ ਕੰਪੈਲ ਨਾ ਕਰੀਏ ਬੱਚੇ ਨੂੰ ਵੀ ਜੇ ਮੈਂ ਡਾਕਟਰ ਹਾਂ, ਮੈਂ ਟੀਚਰ ਹਾਂ, ਤੂੰ ਵੀ ਡਾਕਟਰ ਜਾਂ ਟੀਚਰ ਕੁਛ ਬਣ, ਨਹੀਂ, ਇਹ ਗੱਲ ਨਹੀਂ ਹੈ। ਇੱਥੇ ਨਾ ਮੈਂ ਦੇਖਿਆ ਡਾਕਟਰ ਢਿੱਲੋਂ ਕਿ ਸਕੂਲਾਂ ਦੇ ਵਿੱਚ ਜਦੋਂ ਹਾਈ ਸਕੂਲ 'ਚ ਬੱਚੇ ਹੁੰਦੇ ਹਨ ਨਾ, ਤੇ ਯੂਜਲੀ ਇਹਨਾਂ ਦੇ ਐਂਡ ਆਫ ਦਾ ਸਕੂਲ ਈਅਰ ਕਈ ਵਾਰੀ ਇਹਨਾਂ ਨੇ ਜਿਮ 'ਚ ਅੱਡ-ਅੱਡ ਬੂਥ ਲਾਏ ਹੁੰਦੇ ਨੇ, ਹਰ ਇੱਕ ਪ੍ਰੋਫੈਸ਼ਨ ਦੇ ਲੋਕ ਉੱਥੇ ਆਏ ਹੁੰਦੇ ਨੇ, ਤੇ ਬੱਚਿਆਂ ਨੂੰ ਕਹਿੰਦੇ ਨੇ ਕਿ ਹਰ ਇੱਕ ਬੂਥ ਤੇ ਜਾ ਕੇ ਦੇਖੋ ਕਿ ਤੁਹਾਨੂੰ ਕੀ ਪਸੰਦ ਹੈ। ਹੁਣ ਮੈਨੂੰ ਪਤਾ RCMP ਦੇ ਤੇ ਯੂਜਲੀ ਉੱਥੇ ਲੱਗੇ ਹੁੰਦੇ ਸੀਗੇ ਵੀ ਤੁਸੀਂ ਪੁਲਿਸ ਅਫਸਰ ਬਣਨਾ ਚਾਹੁੰਦੇ ਹੋ, ਈਵਨ ਡਾਕਟਰਸ ਦੇ ਕਈ ਆਂਦੇ ਹੁੰਦੇ ਸੀਗੇ। ਸੋ ਤਕਰੀਬਨ ਹੁਣ ਕੰਪਿਊਟਰਸ ਦੇ ਵਿੱਚ ਦੇਖੋ ਕਿੰਨੇ ਹੀ ਐਡਵਾਂਸ, ਕਿੰਨੇ ਲੋਕੀ ਉੱਥੇ, ਹੁਣ ਗੂਗਲ 'ਚ ਹੀ ਦੇਖੋ ਕਿੰਨੇ ਲੋਕ ਕੰਮ ਕਰ ਰਹੇ ਨੇ। ਕੱਲਾ ਇੱਥੇ ਹੀ ਨਹੀਂ ਭੈਣ ਜੀ, ਮੈਟ੍ਰਿਕ ਤੋਂ ਬਾਅਦ ਜਾਂ 12th ਤੋਂ ਬਾਅਦ ਈਵਨ ਇੰਡੀਆ ਵੀ ਪਰਸਨਲ ਕਾਉਂਸਲਿੰਗ ਬੱਚੇ ਦੀ ਕਰਾਈ ਜਾਂਦੀ ਆ। ਮੋਸਟਲੀ ਪੇਰੈਂਟਸ ਕਰਾਉਂਦੇ ਆ, ਨਾਟ ਆਲ, ਮੋਸਟਲੀ ਕਰਾਉਂਦੇ ਆ। ਤੇ ਉਹ ਕਾਉਂਸਲਰ ਫਿਰ ਦੱਸਦਾ ਕਿ ਤੁਹਾਡੇ ਬੱਚੇ ਦਾ ਇੱਧਰਲੇ ਪਾਸੇ ਇੰਟਰਸਟ ਹੈ, ਉਹਨੂੰ ਇੱਧਰਲੇ ਪਾਸੇ ਪਾਓ। ਹਾਂ, ਮੋਸਟਲੀ ਪੜ੍ਹੇ ਲਿਖੇ ਪੇਰੈਂਟਸ ਕਰਾਉਂਦੇ ਆ। ਸੋ ਇੱਥੇ ਵੀ ਜਦੋਂ ਆਪਣਾ ਹਾਈ ਸਕੂਲ 'ਚ ਬੱਚੇ ਹੁੰਦੇ ਨੇ ਤੇ ਐਟਲੀਸਟ ਜਾ ਕੇ ਦੇਖ ਸਕਦੇ ਨੇ। ਸੋ ਜੇ ਤੁਹਾਡੇ ਮਤਲਬ ਕਿ ਅਗਰ ਬੱਚੇ ਤੇ ਇਹੀ ਸਟ੍ਰੈਸ ਹੋ ਜਾਏ, ਤੇ ਸਟ੍ਰੈਸ ਬਿਲਡ ਅਪ ਹੋ ਜਾਂਦਾ ਤੇ ਮੇ ਬੀ ਲੇਟਰ ਉਮਰ 'ਚ ਜਾ ਕੇ ਤੇ ਇਹੋ ਜਿਹੀਆਂ ਬਿਮਾਰੀਆਂ, ਫਿਰ ਅਲਜ਼ਾਈਮਰ, ਡਿਪਰੈਸ ਹੋ ਜਾਂਦਾ। ਉਹ ਬੱਚੇ ਚੁੱਪ ਰਹਿੰਦੇ ਆ, ਕਿਸੇ ਨਾਲ ਉਹਨਾਂ ਨੇ ਡਿਸਕਸ ਨਹੀਂ ਕਰਨਾ, ਖੁਸ਼ ਨਹੀਂ ਹੋਣਾ, ਤਾਂ ਇਹ ਚੀਜ਼ਾਂ ਕਾਊਂਟ ਕਰਦੀਆਂ ਸਾਰੀਆਂ। ਹੈਲਦੀ ਬ੍ਰੇਨ ਹੋਣਾ ਚਾਹੀਦਾ। ਹਾਂਜੀ, ਅੱਗੇ ਆਪਾਂ ਬ੍ਰੇਨ ਹੈਲਥ ਬਾਰੇ ਤੇ ਇੱਕ ਵਾਰੀ ਗੱਲ ਕਰ ਚੁੱਕੇ ਹਾਂ। ਹਾਂਜੀ, ਪਰ ਇਹਦਾ ਮਤਲਬ ਜ਼ਿਆਦਾਤਰ ਬਿਮਾਰੀਆਂ ਤੇ ਤੁਹਾਡੇ ਬ੍ਰੇਨ ਨਾਲ ਹੀ ਅਟੈਚਡ ਨੇ। ਬਿਲਕੁਲ, ਕੋਈ ਵੀ ਬਿਮਾਰੀ ਆਪਾਂ ਲੈ ਲਈਏ, ਮਤਲਬ ਮੇਨ ਤਾਂ ਲਾਈਫ ਸਟਾਈਲ ਨਾਲ ਹੈ ਆਪਣੇ। ਜਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੋਏਗਾ ਉਵੇਂ ਦੀਆਂ ਸਾਨੂੰ ਬਿਮਾਰੀਆਂ ਲੱਗਣਗੀਆਂ।
ਜੇ ਸਾਡਾ ਲਾਈਫ ਸਟਾਈਲ ਹੈਲਦੀ ਅਸੀਂ ਫਿਜ਼ੀਕਲੀ ਐਂਡ ਮੈਂਟਲੀ ਬੋਥ ਵੇਜ਼ ਅਸੀਂ ਹੈਲਦੀ ਰਵਾਂਗੇ। ਸੋ ਚਲੋ ਇਹਦੇ ਬਾਰੇ ਆਪਾਂ ਫੂਡ ਤੇ ਲਾਈਫ ਸਟਾਈਲ ਬਾਰੇ ਤੇ ਆਪਾਂ ਯੂਜਲੀ ਮੈਨੂੰ ਲੱਗਦਾ ਹਰ ਟੌਪਿਕ 'ਚ ਹੀ ਗੱਲਬਾਤ ਕਰਦੇ ਹਾਂ। ਬਿਲਕੁਲ। ਤੇ ਹੁਣ ਇਹਦਾ ਮਤਲਬ ਬ੍ਰੇਨ ਹੈਲਥ ਜਿਹੜੀ ਹੈ ਇਹ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਬਿਲਕੁਲ। ਤੁਸੀਂ ਕਈ ਸਿੰਪਟਮਸ ਦੱਸੇ ਡਾਇਮੈਂਸ਼ੀਆ ਦੇ। ਹਾਂਜੀ। ਸੋ ਇਹਦਾ ਮਤਲਬ ਤੁਹਾਡੇ ਹਿਸਾਬ ਨਾਲ ਜਿਉਂ ਬੱਚਾ ਜੰਮਦਾ ਹੈ ਧਿਆਨ ਤੇ ਉਦੋਂ ਹੀ ਰੱਖਣਾ ਪੈਣਾ। ਬਿਲਕੁਲ। ਸਾਰੀਆਂ ਬਿਮਾਰੀਆਂ ਦਾ ਹੀ ਉਦੋਂ ਧਿਆਨ ਰੱਖਣਾ ਪੈਣਾ। ਹਾਂਜੀ। ਆਪਾਂ ਇਹ ਨਹੀਂ ਵੇਟ ਕਰ ਸਕਦੇ ਕਿ ਇਹ ਅਲਜ਼ਾਈਮਰ ਜਿਹੜੀ ਬਿਮਾਰੀ ਹੈ ਇਹ ਕਿਸੇ ਬਜ਼ੁਰਗ ਨੂੰ ਹੀ ਆਏਗੀ। ਹਾਂਜੀ। ਇਹ ਸ਼ੁਰੂ ਇਹਦਾ ਜੜ ਕਿੱਥੋਂ ਸ਼ੁਰੂ ਹੋਈ ਹੈ? ਹੁਣ ਦੇਖੋ ਕਿੰਨੇ ਪੇਰੈਂਟਸ ਬੱਚਿਆਂ ਵੱਲ ਧਿਆਨ ਹੀ ਨਹੀਂ ਕਰਦੇ। ਹਾਂਜੀ। ਜੇ ਬੱਚਾ ਪੇਰੈਂਟਸ ਬਿਜ਼ੀ ਹੈ, ਬੱਚੇ ਉਹਨਾਂ ਦੇ ਸਾਰਾ ਦਿਨ ਆਈਪੈਡ ਤੇ ਲੱਗੇ ਰਹਿੰਦੇ ਆ, ਉਹ ਜਿਹੜੇ ਬੱਚੇ ਆ ਉਹ ਮੈਂਟਲੀ ਕਿਵੇਂ ਸਟਰੋਂਗ ਹੋ ਸਕਦੇ ਆ ਜਿਹੜੇ ਇਗਨੋਰਡ ਬਾਏ ਪੇਰੈਂਟਸ ਹੋਣਗੇ? ਨੋ, ਪੇਰੈਂਟਸ ਨੂੰ ਟਾਈਮ ਦੇਣਾ ਚਾਹੀਦਾ ਬੱਚਿਆਂ ਨੂੰ। ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਅਗਰ ਜਿਨ੍ਹਾਂ ਦੇ ਹੈਗੇ ਨੇ ਫੈਮਿਲੀ ਮੈਂਬਰ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਹਾਂਜੀ। ਸੋ ਕੋਈ ਵੀ ਬਿਮਾਰੀ ਹੈ ਐਨੀ ਕਹਿ ਲੋ ਤੇ ਇਹ ਹੈ ਕਿ ਜੋ ਬੱਚਾ ਜਾਂਦਾ ਉਦੋਂ ਤੋਂ ਹੀ ਧਿਆਨ ਰੱਖਣਾ ਪਏਗਾ। ਹਾਂਜੀ। ਪਰ ਅੱਜ ਆਪਾਂ ਜ਼ਿਆਦਾ ਅਲਜ਼ਾਈਮਰਸ ਬਾਰੇ ਗੱਲ ਕਰ ਰਹੇ ਹਾਂ। ਹਾਂਜੀ। ਸੋ ਇਹ ਜਿਹੜਾ ਸਟ੍ਰੈਸ ਹੈ ਹੌਲੀ ਹੌਲੀ ਆਪਾਂ ਇਹ ਸੋਚੀਏ ਕਿ ਬੱਚੇ ਦੇ ਸਿਰ ਤੇ ਬਿਲਟ ਅਪ ਨਾ ਹੋਵੇ। ਹਾਂਜੀ। ਇੱਕ ਵਾਰੀ ਕਾਫੀ ਸਾਲ ਹੋ ਗਏ ਨੇ ਆਪਣਾ ਬੇਟੀ ਮੇਰੀ ਹਾਈ ਸਕੂਲ ਜਾਂਦੀ ਸੀ ਤੇ ਉਹਨੇ ਇੱਕ ਦੋ ਵਾਰੀ ਇੰਝ ਕਿਹਾ ਕਿ ਸਟ੍ਰੈਸ। ਮੈਂ ਕਿਹਾ ਪਤਾ ਨਹੀਂ ਕਾਹਦਾ ਇਹਨੂੰ ਸਟ੍ਰੈਸ ਹੋ ਗਿਆ। ਤੇ ਫਿਰ ਇੱਕ ਦਿਨ ਸੌਣ ਤੋਂ ਪਹਿਲੇ ਮੇਰੇ ਦਿਮਾਗ 'ਚ ਆਇਆ ਕਿ ਮੈਂ ਇਹਦੇ ਬੈਡਰੂਮ ਜਾ ਕੇ ਮੈंने ਕਿਹਾ ਮੈਨੂੰ ਤੂੰ ਇੰਝ ਕਰ ਕਾਪੀ ਪੈਨਸਲ ਫੜ ਆਪਾਂ ਤੇਰੇ ਸਾਰੇ ਸਟ੍ਰੈਸ ਲਿਖੀਏ ਵੀ ਤੈਨੂੰ ਕਾਹਦਾ ਸਟ੍ਰੈਸ ਹੈ। ਹਾਂਜੀ। ਉਹਨੇ ਮੈਂ ਆਪ ਨਹੀਂ ਲਿਖਿਆ, ਮੈਂ ਉਹਨੂੰ ਕਿਹਾ ਤੂੰ ਹੀ ਲਿਖ। ਤੇ ਉਹਨੇ ਮੈਨੂੰ ਲੱਗਦਾ 10-12 ਚੀਜ਼ਾਂ ਲਿਖਤੀਆਂ ਕਿ ਇਹਨਾਂ ਚੀਜ਼ਾਂ ਦਾ ਮੈਨੂੰ ਸਟ੍ਰੈਸ ਹੈ। ਤੇ ਫਿਰ ਮੈਨੂੰ ਕਿਹਾ, ਮੈਂ ਕਿਹਾ ਓਕੇ ਇਹਨਾਂ ਨੂੰ ਪ੍ਰਾਇੋਰਟਾਈਜ਼ ਕਰ ਵੀ ਪਹਿਲੇ ਕਿਹੜਾ ਆਪਾਂ ਸੋਲਵ ਕਰੀਏ ਫਿਰ ਦੂਜਾ ਸੋਲਵ ਕਰੀਏ ਤੀਸਰਾ। ਹਾਂਜੀ। ਲਿਸਟ ਬਣਾ ਕੇ ਜਦੋਂ ਪ੍ਰਾਇੋਰਟਾਈਜ਼ ਕਰ ਲਿਆ ਨਾ ਸਟ੍ਰੈਸ ਤੇ ਉਹਦਾ ਉਦੋਂ ਹੀ ਖਤਮ ਹੋ ਗਿਆ। ਬਿਲਕੁਲ। ਮਤਲਬ ਹਾਲੇ ਕੋਈ ਸੋਲਵ ਗੱਲ ਹੋਈ ਨਹੀਂ ਪਰ ਸਟ੍ਰੈਸ ਖਤਮ ਹੋ ਗਿਆ। ਮਤਲਬ ਉਹਨੇ ਐਨਾਲਾਈਜ਼ ਕੀਤਾ ਨਾ, ਤਾਂ ਹੀ ਤਾਂ ਕਹਿੰਦੇ ਵੀ ਕਿ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ। ਹਾਂਜੀ। ਐਨਾਲਾਈਜ਼ ਕਰੋ। ਦੇਖੋ ਕਿਹੜਾ ਬੰਦਾ ਜਿਹਨੂੰ ਸਟ੍ਰੈਸ ਨਹੀਂ ਹੈ? ਹਰ ਇੱਕ ਨੂੰ ਹੁੰਦਾ। ਕਈ ਤਾਂ ਆਏਂਦੇ ਹੀ ਹੈ ਵੀ ਜਿਵੇਂ ਕਹਿੰਦੇ ਆ ਨਾ ਕਿ ਉਹ ਕਹਿੰਦੇ ਸਾਨੂੰ ਕੋਈ ਸਟ੍ਰੈਸ ਨਹੀਂ, ਸਟ੍ਰੈਸ ਸਾਡੇ ਉੱਪਰ ਦੀ ਲੰਘ ਜਾਂਦਾ। ਠੀਕ ਹੈ ਨਾ, ਉਹ ਜਿਹੇ ਵੀ ਲੋਕ ਹੈ ਉਹ ਵੀ ਜ਼ਿੰਦਗੀ ਜੀ ਰਹੇ ਆ। ਆਈ ਥਿੰਕ ਦੇ ਆਰ ਲਿਵਿੰਗ ਬੈਟਰ ਲਾਈਫ ਹੈ ਨਾ। ਤੇ ਉਹ ਜਿਹੜੇ ਆ ਲੋਕ ਉਹ ਜ਼ਿਆਦਾ ਹੈਲਦੀ ਹੁੰਦੇ ਆ, ਉਹਨਾਂ ਨੂੰ ਕਦੇ ਕੋਈ ਬਿਮਾਰੀ ਨਹੀਂ ਹੁੰਦੀ, ਉਹ ਸੋਚਦੇ ਹੀ ਨਹੀਂ। ਔਰ ਮੈਂ ਕਿੰਨੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਜਾਣਦੀ ਆ ਵੀ ਮਤਲਬ ਹਾਈ ਪੋਸਟ ਤੇ ਆ ਲਾਈਕ ਡਾਕਟਰਸ ਐਂਡ ਆਲ, ਉਹ ਬਿਲਕੁਲ ਹੀ ਸਟ੍ਰੈਸ ਨਹੀਂ ਲੈਂਦੇ, ਬਿਲਕੁਲ ਹੀ ਸਟ੍ਰੈਸ ਨਹੀਂ ਲੈਂਦੇ। ਬਸ ਆਪਦਾ ਕੰਮ ਕੀਤਾ, ਆਪਦਾ ਇੰਜੋਏ ਕੀਤਾ, ਆਪਣੀ ਹੈਲਥ ਦਾ ਧਿਆਨ ਰੱਖਿਆ, ਐਕਸਰਸਾਈਜ਼ ਕੀਤੀ, ਪ੍ਰੋਪਰ ਉਹਨਾਂ ਨੇ ਆਪਦੀ ਸਿਹਤ ਦਾ ਧਿਆਨ ਰੱਖਣਾ। ਪਰ ਨਾ ਉਹ ਇਹ ਨਹੀਂ ਧਿਆਨ ਕਰਨਾ ਉਹਨਾਂ ਨੇ ਕਿ ਸਾਡਾ ਘਰ ਨਹੀਂ ਬਣਿਆ, ਸਾਡੇ ਇਹ ਨਹੀਂ। ਔਰ ਕਈ ਤਾਂ ਸਾਰਾ ਦਿਨ ਮੇਰੀ ਆਹ ਪ੍ਰਾਪਰਟੀ ਨਹੀਂ ਬਣੀ, ਆਹ ਨਹੀਂ ਬਣੀ। ਮਤਲਬ ਦੇਖੋ ਪੈਸਾ ਅਲਟੀਮੇਟਲੀ ਅਸੀਂ ਪੈਸਾ ਬਹੁਤ ਜ਼ਰੂਰੀ ਹੈ ਲਾਈਫ ਲਈ, ਮੈਂ ਨਹੀਂ ਕਹਿੰਦੀ ਨਹੀਂ ਜ਼ਰੂਰੀ। ਹਾਂਜੀ। ਮਤਲਬ ਇੰਨਾ ਵੀ ਪੈਸੇ ਪਿੱਛੇ ਨਾ ਭੱਜਿਆ ਜਾਵੇ ਕਿ ਤੁਸੀਂ ਜ਼ਿੰਦਗੀ ਗਵਾ ਲਓ, ਸਿਹਤ ਖਰਾਬ ਕਰ ਲਓ ਆਪਣੀ। ਹਾਂਜੀ। ਕਈਆਂ ਨੂੰ ਨਾ ਆਪਣਾ ਆਂਦਾ ਸਾਰਿਆਂ ਨੂੰ ਦੱਸਣਾ। ਹੁਣ ਇੱਕ ਜਣਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ, ਕੋਈ ਹੋ ਸਕਦਾ ਬੜੀ ਵੱਡੀ ਕੰਪਨੀ ਦਾ ਕੋਈ ਮਾਲਕ ਹੋਵੇ, ਉਹਨੂੰ ਪਤਾ ਕਿ ਮੈਂ ਜਿਹੜੇ ਸਾਰੇ ਆਪਣੇ ਕੰਮ ਨੇ ਨਾ ਇਹ ਸਾਰੇ ਡਿਵਾਈਡ ਕਰਦਾ ਸਾਰੇ ਲੋਕਾਂ 'ਚ ਜਿਹੜੇ ਕੰਮ ਕਰ ਰਹੇ ਨੇ। ਹਾਂਜੀ। ਤੇ ਆਪ ਜਸਟ ਤੁਸੀਂ ਇਹੀ ਦੇਖੋ ਵੀ ਸਾਰੇ ਕੀ ਆਪਣਾ ਕੰਮ ਕਰ ਰਹੇ ਆ, ਆਪਣੇ ਕੰਮ ਉਹਨੇ ਡਿਵਾਈਡ ਕਰਤੇ, ਸਟ੍ਰੈਸ ਉਹਦੇ ਨਾਲ ਕਾਫੀ ਘਟ ਗਿਆ। ਬਿਲਕੁਲ। ਔਰ ਇੱਕ ਹੋਰ ਗੱਲ ਇਹ ਹੈ ਵੀ ਮੈਂ ਇਹ ਕਹੂੰਗੀ ਕਿ ਜੇ ਮਤਲਬ ਅੱਜ ਕੱਲ੍ਹ ਤਾਂ ਵੈਸੇ ਜ਼ਮਾਨਾ ਹੀ ਨਹੀਂ ਰਿਹਾ, ਜਿਹੜੀਆਂ ਲੇਡੀਜ਼ ਆ ਉਹ ਵੀ ਬਰਾਬਰ ਦੀਆਂ ਹੈ ਨਾ, ਮਤਲਬ ਪਰ ਫਿਰ ਵੀ ਤੁਸੀਂ ਕਿੰਨੇ ਫੈਮਲੀਜ਼ ਨੂੰ ਦੇਖਿਓ, ਕਿੰਨੇ ਕਪਲਸ ਨੂੰ ਦੇਖਿਓ ਵੀ ਕਈ ਜ਼ਰੂਰੀ ਨਹੀਂ ਹੈ ਫੀਮੇਲਸ, ਮੇਲਸ ਵੀ ਹੈ ਕਈ ਜਿਹੜੇ ਅੰਡਰ ਪ੍ਰੈਸ਼ਰ ਹੈ ਨਾ। ਤਾਂ ਉਹ ਜਦੋਂ ਸਟ੍ਰੈਸ 'ਚ ਰਹਿਣਗੇ ਲੰਬਾ ਟਾਈਮ ਤਾਂ ਉਹਨਾਂ ਨੂੰ ਬਾਅਦ 'ਚ ਬਿਮਾਰੀਆਂ ਹੋਣਗੀਆਂ। ਵੀ ਉਹਨਾਂ ਨੂੰ ਬਹੁਤਾ ਸਟ੍ਰੈਸ 'ਚ ਨਹੀਂ ਰਹਿਣਾ ਚਾਹੀਦਾ, ਕੋਈ ਵੇ ਆਊਟ ਲੱਭਣਾ ਚਾਹੀਦਾ ਕਿਸੇ ਨਾਲ ਗੱਲ ਕਰਕੇ। ਜਾਂ ਜਿਵੇਂ ਵੀ ਅਲਜ਼ਾਈਮਰ ਬਾਰੇ ਕਾਫੀ ਡਾਕਟਰ ਢਿੱਲੋਂ ਨੇ ਦੱਸਿਆ ਕਿ ਕਿਵੇਂ ਲੋਕੀ ਭੁੱਲ ਜਾਂਦੇ ਨੇ, ਪਰ ਇਹ ਹੈ ਕਿ ਛੋਟੇ ਹੁੰਦੇ ਤੋਂ ਅਸੀਂ ਖਿਆਲ ਰੱਖੀਏ ਤੇ ਬੈਟਰ ਹੈ। ਪਰ ਜਦੋਂ ਬਜ਼ੁਰਗ ਹੋ ਜਾਈਦਾ ਫਿਰ ਇਹ ਹੈ ਕਿ ਜਿਹੜੇ ਛੋਟਿਆਂ ਨੂੰ ਫਿਰ ਪੇਸ਼ੈਂਸ ਰੱਖਣ ਦੀ ਲੋੜ ਹੈ। ਡਾਕਟਰ ਢਿੱਲੋਂ ਪਹਿਲਾਂ ਇੱਕ ਕਾਲ ਲੈ ਲਈਏ। ਰੇਡੀਓ ਇੰਡੀਆ। Oh, hi, Rani. This is Saroj here. Hello, Saroj.
very interesting topic, and I'm so glad कि तुसी इशू ना अपने रेडियो ते लेके आए हो. हाँ जी, थैंक यू. ਤੁਹਾਨੂੰ ਪਤਾ ਹੀ ਹੈ कि मेरे husband he is going through dementia. हाँ जी, ਜਦੋਂ ਇਹ ਤੁਸੀਂ ਮੈਨੂੰ ਫੋਨ ਕੀਤਾ ਰਾਣੀ ਭੈਣ ਜੀ, ਫਿਰ ਮੈਂ ਉਹਨਾਂ ਨੂੰ ਯਾਦ ਕੀਤਾ ਸੀਗਾ ਜੀ. हाँ जी, हाँ है ना. हम अपने शेयर करना चाहते हैं कि what is you know ਤੁਸੀਂ ਕਿਸ ਤਰ੍ਹਾਂ ਲਾਈਫ ਵਿੱਚ ਐਕਸੈਪਟ ਕਰਦੇ ਹੋ ਤੇ go through this ਹੈ ਨਾ. ਪਹਿਲਾਂ ਤੇ ਡਿਨਾਇਲ ਹੀ ਰਹਿੰਦਾ ਕਿ ਤੁਸੀਂ ਪਹਿਲਾਂ ਸੋਚ ਨਹੀਂ ਸਕਦੇ ਕਿ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਹੋ ਸਕਦਾ ਹੈ. ਬਿਕੋਜ਼ ਜਿਸ ਤਰ੍ਹਾਂ ਮੇਰੇ ਕੇਸ ਵਿੱਚ ਮੇਰੇ ਹਸਬੈਂਡ ਆਈ ਮੀਨ ਤੁਸੀਂ ਲੇਡੀਜ਼ ਸਾਂਝਾ ਵੜੇ they all knew him so well. ਹਾਂਜੀ. Person, he was always happy, jolly person. He loved dancing, singing. He was party going and bodybuilding down na dhyan si. You know, he was exercise karan ich, sara kuch karan ich si. So when ਜਦੋਂ ਛੋਟੀਆਂ ਚੀਜ਼ਾਂ ਤੁਸੀਂ ਹੁਣ ਮੈਂਸ਼ਨ ਕਰ ਰਹੇ ਸੀ ਕਿ ਤੁਸੀਂ ਸੋਚਦੇ ਹੋ ਦਿਸ ਇਜ਼ ਨੋਰਮਲ, ਤੁਸੀਂ ਇਹ ਭੁੱਲ ਜਾਂਦੇ ਹੋ ਨਹੀਂ. ਸੋ ਡਾਕਟਰ ਦੇ ਅਕੋਰਡਿੰਗ ਕਾਫੀ ਦੇਰ ਤੋਂ ਚੱਲਦਾ ਹੋਏਗਾ, ਪਰ ਵੀ ਨੈਵਰ ਪੇਡ ਐਨੀ ਅਟੈਂਸ਼ਨ, ਹੈ ਨਾ. ਤੁਸੀਂ ਆਮ ਸੋਚਦੇ ਹੋ ਕਿ ਏਜ ਕਰਕੇ ਬਿਕੋਜ਼ ਆਫ ਗੈਟਿੰਗ ਓਲਡ ਐਂਡ ਆਲ ਦੈਟ. So the big thing ਕੋਈ ਨਜ਼ਰ ਆਉਂਦੀ ਹੈ. he has been driving for last 60 years and once he drove on the wrong side of the road and that was for me. So ਉਦੋਂ ਤੁਸੀਂ ਡਿਸਾਈਡ ਕੀਤਾ ਕਿ maybe there is something wrong. Oh, shocked na. He's how can he do that? And I was shouting angry at them. Oh, Nagar Kirtan ho raha si us din. He was coming to pick me up near Superstore, but he was on the wrong side of the road and I was saying how can you do this? ਤੁਹਾਨੂੰ ਪਤਾ ਨਹੀਂ ਤੁਸੀਂ wrong side. He says ਉੱਥੇ ਕੋਈ ਰਸਤਾ ਨਹੀਂ ਹੈਗਾ ਸੀ ਟਰਨ ਲੈਣ ਵਾਸਤੇ. And then it just you know ਤੁਹਾਡਾ ਜਿਸ ਤਰ੍ਹਾਂ ਤੁਹਾਡਾ ਦਿਲ ਬੈਠ ਜਾਂਦਾ ਹੈ, ਤੁਸੀਂ ਸੋਚਦੇ ਹੋ definitely ਕੁਝ wrong ਹੈ, ਨਹੀਂ ਹੈ ਨਾ. He went to the doctor and then he was it was confirmed he's got dementia and Parkinson. So now for 3-4 years we have been going through, but the journey has been very tough. Reason I'm sharing with people is कि ना acceptance बड़ी hard है. And ਤੁਸੀਂ ਨਾ ਪਹਿਲਾਂ ਤੇ ਤੁਹਾਨੂੰ ਇਹ ਗੁੱਸਾ ਪਹਿਲਾਂ even ਤੁਹਾਨੂੰ ਪਤਾ ਵੀ ਲੱਗ ਜਾਂਦਾ ਡਾਇਮੈਂਸ਼ੀਆ, but still you get angry ਕਿ ਤੁਹਾਨੂੰ ਸਮਝ ਕਿਉਂ ਨਹੀਂ ਪਾ ਰਹੀ. ਮੈਂ 20 ਵਾਰੀ ਤੁਹਾਨੂੰ ਇਹ ਗੱਲ ਦੱਸੀ. ਹਾਂਜੀ. So there's lots of patience you required. And ਅਗਰ ਕਿਸੇ ਦੀ ਫੈਮਿਲੀ 'ਚ ਕਿਸੇ ਨੂੰ ਹੋ ਡਾਇਮੈਂਸ਼ੀਆ ਹੋ ਗਿਆ ਤੇ ਮੈਂ ਜ਼ਰੂਰ ਕਹਾਂਗੀ ਪਲੀਜ਼ share with people. ਇਹ ਨਾ ਸਫਰ ਕਰੋ. With somebody, whoever is close to you. I mean, I'm blessed to have lovely children and family members and friends here, sare jane. So I always share my issues or I will talk about it. How can I get better? And I took some workshops with the Alzheimer's Society. ਉਹਨਾਂ ਦੀ ਬਹੁਤ helpful workshops ਹੈਗੀਆਂ. ਉਹਨਾਂ ਦੀ ਪੰਜਾਬੀ 'ਚ ਵੀ ਹੈਗੀਆਂ. ਇੰਗਲਿਸ਼ ਨਹੀਂ ਆਉਂਦੀ ਤੇ ਤੁਸੀਂ ਪੰਜਾਬੀ 'ਚ ਵੀ ਉਹਨਾਂ ਨੂੰ one to one person ਗੱਲ ਕਰ ਸਕਦੇ ਹੋ. ਔਰ ਤੁਸੀਂ ਉਹਨਾਂ ਦੇ ਵਰਕਸ਼ਾਪ ਜਿਹੜੇ ਜ਼ੂਮ ਮੀਟਿੰਗਸ ਵਗੈਰਾ ਅਲਾਉ ਕਰਦੇ ਆ ਉਹ ਵੀ ਅਟੈਂਡ ਕਰ ਸਕਦੇ ਹੋ. ਐਂਡ ਦੈਨ ਤੁਸੀਂ ਦੇਖਦੇ ਹੋ ਕਿ ਤੁਸੀਂ ਇਕੱਲੇ ਹੀ ਨਹੀਂ ਹੈਗੇ. ਦੇਰ ਆਰ ਸੋ ਮੈਨੀ ਪੀਪਲ ਗੋਇੰਗ ਥਰੂ ਦੈਟ ਐਂਡ ਦੇ ਆਲ ਸਾਰੇ ਜਣੇ ਸੇਮ ਪ੍ਰੋਬਲਮ ਫੇਸ ਕਰ ਰਹੇ ਆ. ਯੂ ਨੋ ਤੁਸੀਂ ਕਿੰਨੀ ਵਾਰੀ ਤੁਸੀਂ ਗਿਲਟੀ ਫੀਲ ਕਰਦੇ ਹੋ ਕਿ ਤੁਸੀਂ ਪ੍ਰੋਬੇਬਲੀ ਰਾਈਟ ਨਹੀਂ ਕੁਝ ਕੀਤਾ. ਤੁਸੀਂ ਹੁਣ ਮੇਰੇ ਹਸਬੈਂਡ ਦੇ ਕੇਸ ਵਿੱਚ ਉਹਨਾਂ ਦੀ ਹੁਣ ਐਡਵਾਂਸ ਸਟੇਜ ਸਟਾਰਟ ਹੋ ਗਈ ਹੈ ਤੇ ਹੁਣ ਉਹ ਖਾ ਨਹੀਂ ਕੁਝ ਸਕਦੇ ਰਾਈਟ. ਸੋ ਹੈਵ ਟੂ ਉਹਨਾਂ ਨੂੰ ਲਿਕੁਇਡਾਈਜ਼ ਕਰਕੇ ਦੇਣਾ ਪੈਂਦਾ. ਯੂ ਫੀਲ ਸੋ ਗਿਲਟੀ ਕਿ ਤੁਸੀਂ ਆਪ ਇੰਨਾ ਸਵਾਦ ਖਾਣਾ ਖਾ ਰਹੇ ਹੋ, ਇਸ ਤਰ੍ਹਾਂ ਦੇ ਰਹੇ ਹੋ ਨਾ. ਪਰ ਮੈਂ ਸ਼ੇਅਰ ਕਰਨਾ ਚਾਹਾਂਗੀ ਕਿ ਲੇਡੀਜ਼ ਨੂੰ ਤੁਸੀਂ ਸਾਰੀ ਉਮਰ ਆਪਣੇ ਹਸਬੈਂਡ ਦੇ ਨਾਲ ਇਕੱਠੇ ਰਹੇ, ਇੰਜੋਏ ਕੀਤਾ. Don't feel guilty if you are enjoying yourself or doing something. You know, every time मैं बाहर जाना अगर naturally हमेशा से इकट्ठे जाते सी whatever, then you feel guilty. God, मैं enjoy कर रही हूँ and he is not, but that is his disease, right? Guys, जिन्ना जेड़े caregivers, you got to take care of yourself too. This is what. So ਜਿਹੜੇ caregivers ਨੇ, ਜਿਵੇਂ ਤੁਸੀਂ caregiver ਹੋ,
ਤੇ ਕਈ ਵਾਰੀ ਤੁਹਾਨੂੰ ਵੀ ਥੋੜੀ ਲੋੜ ਪੈ ਜਾਂਦੀ ਹੈ ਕਈ ਵਾਰੀ ਕਿ ਆਪਣਾ ਥੋੜੀ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਆਪਣੇ ਆਪ ਲਈ, ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਟਾਈਮ ਦੇਣਾ ਵੀ ਜ਼ਰੂਰੀ ਹੈ, ਅਦਰਵਾਈਜ਼ ਤੁਸੀਂ ਆਪਣੀ ਸਿਹਤ ਖਰਾਬ ਕਰ ਲੋਗੇ। ਹਾਂਜੀ, ਪਰ ਤੁਸੀਂ ਉਦੋਂ ਇਹ ਸੋਚਦੇ ਨਹੀਂ। ਮੈਂ ਕਿਹਾ ਮੇਰੇ ਬੇਟੀਆਂ were so good like that they insisted that I should take time off. ਰਾਣੀ, I was thinking ਕਿ ਮੇਰੇ ਕੋਲ ਹੁਣ ਸਾਂਝਾ ਵਿਹੜਾ ਵਾਸਤੇ ਵੀ ਟਾਈਮ ਨਹੀਂ ਹੈਗਾ, ਮੇਰੇ ਕੋਲ ਕੁਝ ਕਰਨ ਵਾਸਤੇ ਹੋਰ ਟਾਈਮ ਨਹੀਂ ਹੈਗਾ, and they insisted no I should carry on things. ਬਿਲਕੁਲ ਠੀਕ ਕਿਹਾ ਉਹਨਾਂ ਨੇ। ਹਾਂਜੀ, and I did, and I realized that it is very important for your own sanity really. Step out and see things differently. But also ਪਹਿਲਾਂ ਬੜੀ important ਚੀਜ਼ ਹੈ acceptance। ਬਿਲਕੁਲ ਬਿਲਕੁਲ, ਹਾਂਜੀ। ਉਹ ਬੰਦਾ ਨਹੀਂ ਹੈ, ਉਹਦੀ ਡਿਜ਼ੀਜ਼ ਹੈਗੀ ਹੈ ਕਿ ਉਹ ਜੇ ਗੱਲ ਵੀ ਕਰ ਰਿਹਾ ਤੁਹਾਨੂੰ ਝਿੜਕਾਂ ਵੀ ਦੇ ਰਿਹਾ ਜਾਂ ਸ਼ਾਊਟ ਵੀ ਕਰ ਰਿਹਾ, ਕਿੰਨੀ ਵਾਰੀ ਹੀ ਗਾਲਾਂ ਵੀ ਕੱਢ ਰਿਹਾ, ਗੁੱਸਾ ਵੀ ਕਰ ਰਿਹਾ, but he doesn't even know what he's doing at the stage, है ना। So ਜਦੋਂ ਪ੍ਰੋਗਰੈਸ ਵੀ ਹੋ ਰਿਹਾ ਹੁੰਦਾ ਨਾ, ਕਿੰਨੇ ਵਾਰੀ ਤੁਸੀਂ ਸੋਚਦੇ ਹੋ ਗॉड ਕੀ ਹੋ ਗਿਆ, ਚੰਗੇ ਭਲੇ ਤੇ ਹੈਗੇ ਸੀ, ਹੈ ਨਾ। ਹਲੇ ਐਕਸੈਪਟੈਂਸ ਬੜੀ ਇੰਪੋਰਟੈਂਟ ਹੈ ਕਿ ਇਟਸ ਨਾਟ ਹਿਮ, ਉਹ ਬੰਦਾ ਨਹੀਂ ਹੈ ਜਿਹਨੂੰ ਤੁਸੀਂ ਅੱਛੀ ਤਰ੍ਹਾਂ ਜਾਣਦੇ ਸੀ। ਸਰੋਜ ਭੈਣ ਜੀ, ਤੁਸੀਂ ਬੜੀ ਵਧੀਆ ਗੱਲ ਕਹੀ ਵੀ ਐਕਸੈਪਟੈਂਸ ਜ਼ਰੂਰੀ ਹੈ। ਮੋਸਟ ਆਫ ਦਾ ਪੀਪਲ ਦੇ ਡੋਂਟ ਐਕਸੈਪਟ ਇਟ। Even it took long time to accept that, but something wrong. क्योंकि मैं हमेशा सोचती थी कि मेरियां तो इन्नियां बीमारियां हैं, I would be the one. बिल्कुल बिल्कुल, है ना। और किन्नी वारी ना कई पेशेंट ਜਿਹੜੇ ਜਿਨ੍ਹਾਂ ਦੀ अर्ली ਸਟੇਜ ਹੁੰਦੀ ਹੈ ਉਹਨਾਂ ਦਾ ਪਤਾ ਹੀ ਨਹੀਂ ਚੱਲਦਾ। ਇੱਕ ਵਾਰੀ ਗਲਤੀ, ਜਿਵੇਂ ਇਹਨਾਂ ਦੇ ਹਸਬੈਂਡ ਦਾ, ਇਹਨਾਂ ਨੇ ਕਿਹਾ ਰੋਂਗ ਸਾਈਡ ਤੇ ਡਰਾਈਵ ਕਰ ਰਹੇ ਸੀ, that was one। ਜੇ ਨਾ ਡਾਕਟਰ ਦੇ ਜਾਂਦੇ, ਉਸ ਤੋਂ ਬਾਅਦ ਉਹਨਾਂ ਦਾ ਕਿੰਨੀ ਦੇਰ ਨਾਰਮਲ ਬਿਹੇਵੀਅਰ ਚੱਲੀ ਜਾਣਾ ਸੀ ਸ਼ਾਇਦ, ਹਨਾ। ਫਿਰ ਥੋੜੀ ਮਿਡਲ ਵਾਲੀ ਮੋਡਰੇਟ ਸਟੇਜ ਆ ਜਾਣੀ ਸੀ, ਫਿਰ ਲਾਸਟ ਸਟੇਜ। ਮਤਲਬ ਲੇਟ ਹੋ ਜਾਂਦੇ ਆ ਲੋਕੀ ਡਾਇਗਨੋਜ਼ ਕਰਾਉਂਦੇ, ਕਿਉਂਕਿ ਉਹ ਕੇਅਰ ਹੀ ਨਹੀਂ ਕਰਦੇ ਹੈਗੇ। ਉਹ ਕਹਿੰਦੇ ਆ ਵੀ ਨਹੀਂ ਇਹ ਤਾਂ ਐਵੇਂ ਹੀ ਹੈ, ਇਹ ਤਾਂ ਪਖੰਡ ਕਰਦਾ ਹੈ, ਫਲਾਨਾ ਕਰਦਾ ਹੈ, ਮਤਲਬ ਦੇ ਡੋਂਟ ਟੇਕ ਇਟ ਸੀਰੀਅਸਲੀ। ਮਤਲਬ ਸਮਟਾਈਮਸ ਪੀਪਲ ਜੋ ਇਸ ਤਰ੍ਹਾਂ ਗੱਲ ਕਰ ਦਿੰਦੇ ਸੀ ਨਾ ਕਿ ਅਨਕੇ ਹੀ ਕਰਦਾ ਪਿਆ ਨਾ, ਕਿ ਅਟੈਂਸ਼ਨ ਚਾਹੀਦੀ ਹੈ। ਹਾਂ ਬਿਲਕੁਲ, ਅਟੈਂਸ਼ਨ ਸੀਕਰ ਹੈ ਇਹ ਤਾਂ ਆਮ ਹੀ ਗੱਲ ਹੋ ਜਾਂਦੀ ਹੈ ਇਹਨਾਂ ਪੇਸ਼ੈਂਟਸ ਲਈ। ਬਿਲਕੁਲ ਠੀਕ ਹੈ ਇਹਨਾਂ ਦੀ ਗੱਲ। ਹਾਂਜੀ, ਜਿਹੜੇ ਵੀ ਸਾਇੰਸ ਸ਼ੋ ਹੁੰਦੇ ਆ ਉਦੋਂ ਹੀ ਫੈਮਿਲੀ ਨੂੰ ਨਾ ਐਕਟ ਕਰ ਲੈਣਾ ਚਾਹੀਦਾ। ਸੋ ਇਟ ਜਿਹੜੀ ਬਿਮਾਰੀ ਹੈ ਮੈਨੂੰ ਬਹੁਤ ਜ਼ਿਆਦਾ ਰੀਜ਼ਨਸ ਵਗੈਰਾ ਨਹੀਂ ਪਤਾ, ਪਰ ਜਿਹੜਾ ਕੋਪ ਕਰਨਾ ਮੈਂ ਉਹਦੇ ਬਾਰੇ ਗੱਲ ਕਰ ਰਹੀ ਹਾਂ, ਬਿਕੋਜ਼ ਆਈ ਹੈਵ ਗੋਨ ਥਰੂ ਦੈਟ, ਰਾਈਟ। ਤੇ ਜਦੋਂ ਤੁਹਾਨੂੰ ਡਾਕਟਰ ਕੁਝ ਕਹਿ ਦਿੰਦੇ ਆ, ਤੁਸੀਂ ਉਹਨਾਂ ਦੀ ਐਕਸਰਸਾਈਜ਼ ਵੀ ਕਰਾਉਂਦੇ ਹੋ, ਫਿਜ਼ੀਓ ਵੀ ਕਰਾਓ, ਕਿਉਂਕਿ ਮੇਰੇ ਹਸਬੈਂਡ ਨੂੰ ਪਾਰਕਿੰਸਨ ਵੀ ਹੈ ਤੇ ਡਾਇਮੈਂਸ਼ੀਆ ਵੀ ਹੈ। ਸੋ ਫਿਰ ਨੈਚੁਰਲੀ ਉਹਨਾਂ ਦੀ ਕੋਆਰਡੀਨੇਸ਼ਨ ਜਾਂਦੀ ਰਹੀ ਹੈ। ਹੁਣ ਹੀ ਇਜ਼ ਬੈਡ ਤੇ ਹੈ, ਬੈਡ ਰਿਟਨ ਹੈਗੇ ਹੈ। ਤੇ ਯੂ ਟਰਾਈ ਟੂ ਡੂ ਐਵਰੀਥਿੰਗ ਨਾ, ਥਿੰਕਿੰਗ ਕਿ ਇੰਨੀ ਜਲਦੀ ਨਹੀਂ ਕੁਛ ਹੋਏਗਾ। ਆਈ ਵਾਸ ਸਟਿਲ ਥਿੰਕਿੰਗ 4-5 ਸਾਲ ਲੱਗ ਜਾਣੇ, ਪਰ ਐਵਰੀਬਡੀ, ਸਾਰਿਆਂ ਦਾ ਕੇਸ ਬੜਾ ਡਿਫਰੈਂਟ ਹੁੰਦਾ ਹੈ। ਹਾਂਜੀ ਹਾਂਜੀ, ਹਾਂ। ਤੇ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਤੇ ਐਕਸੈਪਟੈਂਸ, ਇੱਕ ਉਹ ਬੰਦੇ ਦੀ ਲੁੱਕ ਆਫਟਰ ਕਰਨੀ, ਤੇ ਗਵਰਨਮੈਂਟ ਜਿਹੜੀ ਹੈਲਪ ਕਰਦੀ ਹੈ ਪਲੀਜ਼ ਡੂ ਗੈਟ ਦੈਟ, ਹੈ ਨਾ। ਕਿੰਨੇ ਮੈਂ ਜਿਹੜੇ ਸਾਡੇ ਫੈਮਿਲੀ ਫਰੈਂਡਸ ਕਿੰਨੇ ਵਾਰੀ ਗੱਲ ਕਰਦੇ, ਉਹ ਕਹਿੰਦੇ ਉਹਨਾਂ ਨੂੰ ਭੁੱਲਣਾ ਸ਼ੁਰੂ ਹੋਇਆ, ਪਰ ਸਾਨੂੰ ਹੈਲਪ ਦੀ ਲੋੜ ਨਹੀਂ ਹੈਗੀ। ਡੂ ਗੈਟ ਹੈਲਪ, ਜਿਹੜੀ ਵੀ ਹੈਲਪ ਤੁਹਾਨੂੰ ਗਵਰਨਮੈਂਟ ਦਿੰਦੀ ਹੈ, ਡੂ ਗੈਟ ਦੈਟ, ਐਂਡ ਇਫ ਯੂ ਕੈਨ ਅਫੋਰਡ ਪ੍ਰਾਈਵੇਟ ਹੈਲਪ ਵੀ ਮਿਲ ਰਹੀ ਹੈ, ਮਿਲ ਸਕਦੀ ਹੈ, ਹੈਲਪ ਵੀ ਲੈ ਲਓ। ਸੋ ਥੋੜਾ ਜਿਹਾ ਤੁਸੀਂ ਆਪਣਾ ਵੀ ਧਿਆਨ ਰੱਖ ਸਕੋ। ਐਂਡ ਦੈਨ ਕਿੰਨਾ ਕੁਛ ਹੈਗਾ ਵੀ ਹੈ, ਪਰ ਡਾਕਟਰ ਕੋਲ ਸਲਾਹ ਲੈ ਕੇ ਉਹਨਾਂ ਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ, ਕਿਉਂਕਿ ਜਿਹੜੀਆਂ ਚੀਜ਼ਾਂ ਉਹ ਪਸੰਦ ਕਰਦੇ ਸੀ ਉਹ ਨਹੀਂ ਖਾ ਸਕਦੇ। ਐਂਡ ਉਹ ਬੜਾ ਪੇਨਫੁਲ, ਥੋੜਾ ਬੜਾ ਪੇਨਫੁਲ ਪ੍ਰੋਸੀਜਰ ਹੈ। ਸੋਚ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਹੁਣ ਕਿਹੜੀਆਂ ਚੀਜ਼ਾਂ ਅੱਗੇ ਜਿਹੜੀਆਂ ਚੰਗੀਆਂ ਲੱਗਦੀਆਂ ਸੀ ਖਾਣ ਪੀਣ ਵਾਲੀਆਂ, ਤੇ ਹੁਣ ਵੀ ਮੰਗਦੇ ਨੇ ਉਹ? ਨਹੀਂ ਪੁੱਛਦੇ, ਨਹੀਂ ਕਰ ਸਕਦੇ। No, he can't express. He can't express. He don't even say he's hungry or ਉਹ ਤਾਂ ਜਿਹੜਾ ਕੇਅਰ ਗਿਵਰ ਹੈ ਉਹਨੂੰ ਹੀ, ਜਾਂ ਜਿਹੜਾ ਫੈਮਿਲੀ ਮੈਂਬਰ ਹੈ ਉਹਨੂੰ ਹੀ ਪਤਾ ਕਿ ਖਾਣੇ ਦਾ ਟਾਈਮ ਹੈ, ਕਿ ਆਹ ਦੇ ਦੀ ਅਸੀਂ। ਔਰ ਮੋਰ ਓਵਰ ਜਿਹੜਾ ਫੈਮਿਲੀ ਮੈਂਬਰ ਉਹਨਾਂ ਦਾ ਧਿਆਨ ਰੱਖਦਾ, ਉਹਨੂੰ ਬਹੁਤ ਸਪੋਰਟ ਦੀ ਲੋੜ ਹੈ, ਬਹੁਤ ਜ਼ਿਆਦਾ। ਜਿਵੇਂ ਇਹਨਾਂ ਨੇ ਆਪਣੇ ਆਪ ਨੂੰ ਬਿਜ਼ੀ ਕੀਤਾ ਹੋਇਆ ਸਰੋਜ ਜੀ ਨੇ, ਮੈਂ ਕਹਿੰਦੀ ਇਟਸ ਵੈਰੀ ਗੁੱਡ।
and it is appreciable. Thank you. This is what I want to share with everybody, क्योंकि ਹੁਣ ਜਿਹੜੀ ਇਹਨਾਂ ਦੀ ਸਟੇਜ ਹੈ ਉਹ ਆਪ ਤੇ ਕੁਝ ਮੰਗਦੇ ਹੀ ਨਹੀਂ ਹੈ, have a timing and ਉਹ so everything ਜਿਸ ਤਰ੍ਹਾਂ ਪਹਿਲਾਂ ਤੇ ਹੀ ਤੁਹਾਨੂੰ ਸਾਰੇ ਪਤਾ ਹੀ ਹੈ ਰਾਣੀ ਕਿ ਪੁਸ਼ੀ ਖੁਦ ਕੁਕ ਕਰਦੇ ਸੀ, ਹਾਂਜੀ ਮਸਾਲਿਆਂ ਵਾਲੀਆਂ ਚੀਜ਼ਾਂ ਖਾਂਦੇ ਸੀ ਆਪ ਬਣਾ ਕੇ, ਮੀਟ ਵਗੈਰਾ ਦੇ ਸ਼ੌਕੀਨ ਸੀ, ਪਰ ਹੁਣ ਤੇ ਉਹ ਇਹ ਚੀਜ਼ ਖਾ ਹੀ ਨਹੀਂ ਸਕਦੇ, mild food and easily digested. Naturally you got to take care कि proteins भी खान, vegetables भी खान, you know, balanced diet, right? And so you try to do that, but it's जब गल करी दी it sounds very easy but very hard. And ਸਰੋਜ ਆਪਾਂ ਜੋ ਪਿੱਛੇ ਸਿੱਖਿਆ ਹੁਣ ਸਪੈਸ਼ਲੀ ਬੇਅੰਤ ਆਂਟੀ ਤੋਂ ਕਿ ਜੇ ਤੁਸੀਂ ਆਪਣੀ ਕੇਅਰ ਨਹੀਂ ਕੀਤੀ ਤੁਹਾਡੀ ਆਪਣੀ ਜ਼ਿੰਦਗੀ ਜਿਹੜੀ ਆ ਨਾ ਉਹ ਘਟ ਜਾਣੀ ਆ। ਬਿਲਕੁਲ ਹੈ ਨਾ, ਇੱਕ ਤੇ ਵੈਸੇ ਥੋੜੀ ਘਟ ਜਾਏਗੀ ਜ਼ਿੰਦਗੀ, ਦੂਸਰਾ ਤੁਹਾਡੀ ਥੋੜੀ ਮੁਸ਼ਕਲ ਹੋ ਜਾਏਗੀ। ਦੇਖੋ ਆਪਾਂ ਸਾਰੇ ਹਿਊਮਨ ਬੀਇੰਗਸ ਆ, ਪਾਰਟਨਰ ਨੂੰ ਐ ਦੇਖਣਾ ਇਟਸ ਵੈਰੀ ਡਿਫਿਕਲਟ, ਵੈਰੀ ਹਾਰਡ, ਤੇ ਪਰ ਆਪਣੇ ਆਪ ਨੂੰ ਥੋੜਾ ਸਟਰੋਂਗ ਰੱਖੋ ਤੇ ਪ੍ਰੇ ਟੂ ਗॉड ਕਿ ਚਲੋ ਮਤਲਬ ਜਿਹੜੀ ਕੰਡੀਸ਼ਨ ਹੈ ਹਨਾ ਉਸ ਤੋਂ ਵਰਸਟ ਨਾ ਹੋਏ, ਵੀ ਕੈਨ ਪ੍ਰੇ ਦੈਟ ਇਟ ਇਜ਼ ਐਕਸੈਪਟੈਂਸ ਐਂਡ ਲਾਈਫ ਐਂਡ ਹੋਣੀ ਹੈ। ਐਂਡ मेरी दिमागी दी गल है कि both of us lived our life really the way we wanted it. Life with regrets नहीं है, we did everything we want to, but you ਤੁਹਾਡੇ ਦਿਮਾਗ 'ਚ ਵੀ ਤੁਹਾਨੂੰ ਪਤਾ ਕਿ one day it's going to end, but you don't want to accept that. ਬਿਲਕੁਲ ਹਾਂਜੀ। Beyond right, but this is something beyond our control and naturally ठीक है भगवान believe करते हो जो ਜਿਹੜੇ ਵੀ ਪਰਮਾਤਮਾ 'ਚ ਤੁਸੀਂ believe ਕਰਦੇ ਹੋ whatever that strength and you can pray and but accept karna hai ki this is going to happen. One thing मैं एक और गल जरूर शेयर करांगी, प्लीज इना सोचना कि ਤੁਹਾਡੀ किस्मत खराब है। बिल्कुल, मतलब जे ਆਪਾਂ ਇਹ ਸੋਚਦੇ ਹਾਂ that means we are also under depression. ਹਾਂਜੀ no है ना, you should be strong enough to take care of the other one, है ना। ਪਿਛਲੇ ਜਨਮ ਦਾ nothing to do with ਤੁਹਾਡੇ ਪਿਛਲੇ ਕਰਮਾਂ ਦਾ, ਤੁਹਾਡੀ ਕਿਸਮਤ ਦਾ। moment important hai, but somehow life has to end, there are different reasons and everybody goes through different parts, things whatever they do, right? But main ai share karangi ki please anybody wants to talk to me or want to kisse naal bhi please share kar lo, kalle sirf safar karan da fayda nahi hai and there is nothing wrong with sharing. agar kisi nu koi bimari ho jandi hai kisse da fault nahi hai na, so that's what I just want to say. I won't take longer. No, that's good actually. ਤੁਹਾਡੀ ਤੇ ਹੱਡ ਬੀਤੀ ਤੁਸੀਂ ਜਿਸ ਤਰੀਕੇ ਐਕਸਪਲੇਨ ਕਰ ਸਕਦੇ ਹੋ, present you are feeling that you are going through that ਤੇ I think ਜਿਹੜਾ ਸਪੋਰਟ ਸਿਸਟਮ ਹੈ ਕਈ ਵਾਰੀ ਇੱਥੇ ਵੀ ਕਹਿੰਦੇ ਨਾ ਕਿ ਸਪੋਰਟ ਸਿਸਟਮ ਹੋਣਾ ਚਾਹੀਦਾ। ਅਗਰ ਤੁਹਾਡੀ ਆਪਣੀ ਫੈਮਿਲੀ ਹੈ that's good, or close friends or ਸਭਾ ਸੁਸਾਇਟੀਆਂ ਜਿੱਥੋਂ ਵੀ ਤੁਹਾਨੂੰ ਆਪਣਾ ਸਪੋਰਟ ਸਿਸਟਮ ਮਿਲ ਰਿਹਾ I think ਸਾਰਿਆਂ ਨੂੰ ਇਹ ਲੈ ਲੈਣਾ ਚਾਹੀਦਾ। ਬਿਲਕੁਲ ਲੈ ਲੈਣਾ ਚਾਹੀਦਾ, ਫਾਈਂਡ ਆਊਟ ਕਰ ਲੈਣਾ ਚਾਹੀਦਾ ਕਿੰਨੀ ਜਿਸ ਤਰ੍ਹਾਂ ਈਵਨ ਅਸੀਂ ਵੀ ਆ, ਮੈਂ ਇੱਥੇ ਹੈਗੇ ਸਾਡੇ ਫਰੈਂਡਸ ਦੇ ਆਰ ਮੋਰ ਦੈਨ ਫੈਮਿਲੀ ਟੂ ਅਸ। she was such a friendly person, we have so many friends as such, right? ਤੇ ਮੇਰੀ ਬੇਟੀ ਕੱਲੀ ਕੋਲ ਹੈ, ਪਰ ਜਿਹੜੇ ਲੋਕਾਂ ਦਾ ਕੋਈ ਵੀ ਨਹੀਂ ਹੈਗਾ, ਕਿੰਨੇ ਲੋਕਾਂ ਬਹੁਤ ਹਾਂਜੀ still reach out. ਇੱਥੇ ਗਵਰਨਮੈਂਟ ਇੱਥੇ ਇੰਨੀਆਂ ਸੁਸਾਇਟੀਜ਼ ਬਣੀਆਂ ਹੋਈਆਂ, there are so many places where you can get help. Just talk to somebody, अपने आप तक ना सीमित रखो, share it and you know share नाल थोड़ा दिल हल्का हो जाता है। हाँ जी बिल्कुल। That reason I just wanted to talk, but I'm grateful you brought a topic ਤੁਸੀਂ ਲੈ ਕੇ ਆਏ ਹੋ। ਬਿਲਕੁਲ, because ਕਾਫੀ ਲੋਕਾਂ ਨੂੰ ਹੁਣ ਸੁਣਨਾ ਚਾਹੁੰਦਾ, ਕਿੰਨੇ ਜ਼ਿਆਦਾ ਲੋਕਾਂ ਨੂੰ ਇਹ ਤਕਲੀਫ। ਹਾਂਜੀ ਮੇਰੇ ਤੇ ਆਪਣੇ ਫਾਦਰ he went through dementia. Alright। ਹਾਂਜੀ ਸੋ ਉਹਨਾਂ ਦੇ ਟਾਈਮ ਵੀ ਐਡਮਿੰਟਨ ਸੀਗੇ। ਹਾਂਜੀ ਉੱਥੇ ਤੁਹਾਨੂੰ ਪਤਾ ਸਨੋ ਵੀ ਜ਼ਿਆਦਾ ਪੈਂਦੀ ਹੈ। ਮਦਰ ਮੇਰੇ ਇਕੱਲੇ ਘਰ ਕਈ ਵਾਰੀ ਹੋਣਾ ਤੇ ਬਾਹਰ ਇੱਕ ਵਾਰੀ ਡਰਾਈਵੇ 'ਚ ਡਿੱਗ ਗਏ, ਨਾ ਮੇਰੇ ਮਦਰ ਚੁੱਕਣ ਵਾਲੇ, ਔਰ ਫਿਰ ਸਨੋ 'ਚ ਵੀ। ਫਿਰ ਸਮ ਹਾਓ ਸਾਡੇ ਨੇਬਰ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਨੇ ਆ ਕੇ ਹੈਲਪ ਕੀਤੀ ਤੇ ਉਹਨਾਂ ਨੂੰ ਲੈ ਕੇ ਗਏ। ਇੱਕ ਵਾਰੀ ਟੱਬ 'ਚ ਡਿੱਗ ਪਏ, ਇੱਕ ਵਾਰੀ ਇੱਥੇ ਮੇਰੇ ਕੋਲ ਆਏ ਤੇ ਬਾਹਰੋਂ ਮੈਂ ਜਾਣ ਲੱਗਿਆ ਨਾ ਆਪਣਾ ਕਾਰਡ, ਬਿਜ਼ਨਸ ਕਾਰਡ ਉਹਨਾਂ ਦੀ ਜੇਬ 'ਚ ਪਾਤਾ, ਕਹਿੰਦੇ ਮੈਂ ਕੀ ਕਰਨਾ ਤੇਰਾ।
ਵੀ ਮੈਨੂੰ ਪਤਾ ਨਹੀਂ ਤੇਰਾ ਫੋਨ ਨੰਬਰ। ਮੈਂ ਕਿਹਾ ਕੋਈ ਨਹੀਂ ਦਾਰ ਜੀ, ਵੀ ਤੁਸੀਂ ਆਪਣੇ ਜੇਬ 'ਚ ਰੱਖੋ, ਕਈ ਵਾਰੀ ਪਤਾ ਨਹੀਂ ਹੁੰਦਾ ਕਿਸੇ ਨੂੰ। ਮੈਂ ਫਿਰ ਉਹਨਾਂ ਨੂੰ ਕਿਹਾ ਕਿਸੇ ਹੋਰ ਨੂੰ ਦੇਣ ਦੀ ਲੋੜ ਪੈ ਜਾਂਦੀ ਹੈ। ਉਹ ਪੀਜ਼ਾ ਸ਼ਾਪ ਤੋਂ ਨਾ ਘੰਟੇ ਕੁ ਬਾਅਦ ਫੋਨ ਆ ਗਿਆ ਵੀ ਤੁਹਾਡੇ ਫਾਦਰ ਇੱਥੇ ਬੈਠੇ ਨੇ ਤੇ ਉਹਨਾਂ ਨੂੰ ਘਰ ਦਾ ਰਸਤਾ ਭੁੱਲ ਗਿਆ। Yeah, this is another thing ਕਿ people ਉਹਨਾਂ ਨਾਲ ਆਰਗੂਮੈਂਟ ਕਰਨ ਦੀ ਗੱਲ ਨਹੀਂ ਆ। ਉਹਨਾਂ ਨੂੰ ਇੱਕ ਹੋਰ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ, ਜਦੋਂ ਉਹਨਾਂ ਦਾ ਡਿਮੈਂਸ਼ੀਆ ਸ਼ੁਰੂ ਹੁੰਦਾ ਤੁਸੀਂ ਉਹਨਾਂ ਨਾਲ ਆਰਗੂਮੈਂਟ ਨਾ ਕਰੋ, ਐਕਸੈਪਟ ਇਟ ਵਟ ਦੇ ਆਰ ਸੇਇੰਗ। ਹਾਂਜੀ, ਤੇ ਯੂ ਡਿਡ ਰਾਣੀ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਕੰਮ ਵਾਸਤੇ। ਹਾਂਜੀ, ਫਿਰ ਉਦੋਂ ਤਾਂ ਮੈਂ ਕੁਛ ਆਇਆ ਕਿਉਂਕਿ ਉਹ ਆਪਣੇ ਵਾਸਤੇ ਲੈ ਨਹੀਂ ਸੀ ਰਹੇ। ਮੈਂ ਕਿਹਾ ਨਹੀਂ ਤੁਹਾਨੂੰ ਨਹੀਂ ਮੈਂ ਦੇ ਰਹੀ ਹੈ, ਮੈਂ ਦੇ ਰਹੀ ਹਾਂ, ਤੁਸੀਂ ਕਿਸੇ ਹੋਰ ਨੂੰ ਲੋੜ ਪੈ ਜਾਂਦੀ ਹੈ ਉੱਥੇ ਦੇ ਦਿਆ ਜੇ। ਹਾਂਜੀ, ਤੇ ਬਿਲਕੁਲ that is the reason, the way you said, ਬੰਦਾ ਹੁੰਦਾ ਉਹਨਾਂ ਨੂੰ ਕੁਝ ਵੀ ਕਹਿੰਦੇ ਆ ਉਹਨਾਂ ਨੂੰ ਕਰੈਕਟ ਕਰਨ ਦੀ ਲੋੜ ਨਹੀਂ ਹੈ ਹੁਣ ਨਾ। ਤੇ ਉਹ ਇਹ ਕੰਡੀਸ਼ਨ 'ਚ ਹੈਗਾ। ਜਿਸ ਤਰ੍ਹਾਂ ਕਿੰਨੀ ਵਾਰੀ ਤੁਸੀਂ ਵੈਸੇ ਜਦੋਂ ਜਨਰਲੀ ਲਾਈਫ ਵਿੱਚ ਕੋਈ ਕੁਝ ਕਹਿੰਦਾ ਤੁਸੀਂ ਕਹਿੰਦੇ ਨਹੀਂ ਤੁਸੀਂ ਰੋਂਗ ਹੋ, ਦਿਸ ਇਜ਼ ਰਾਈਟ ਹੈ, ਇਹ ਵੇ ਰਾਈਟ ਹੈ ਜਾਂ ਇਹ ਰਾਈਟ ਹੈ, ਹਨਾ, ਦਿਸ ਇਜ਼ ਰਾਈਟ, ਤੁਸੀਂ ਜੋ ਸੋਚ ਰਹੇ ਹੋ ਗਲਤ ਹੈ। ਪਰ when a person is going through this stage, ਉਹਨਾਂ ਨਾਲ ਆਰਗੂਮੈਂਟ ਕਰਨ ਦਾ ਫਾਇਦਾ ਨਹੀਂ। ਜੀ ਜੀ, ਕੱਲ ਜੋ ਕਹਿ ਰਹੇ ਐਕਸੈਪਟ ਕਰ ਲੈਣੀ ਚਾਹੀਦੀ, ਉਹ ਠੀਕ ਹੈ। ਹਾਂਜੀ ਹਾਂਜੀ, I think that's how we learn from each other. ਜਦੋਂ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆ ਤੇ ਹਰ ਘਰ 'ਚ ਕੋਈ ਨਾ ਕੋਈ ਇਹੋ ਜਿਹਾ ਇਸ਼ੂ ਤਾਂ ਹੁੰਦਾ ਹੀ ਆ। ਸੋ ਆਪਾਂ ਇੱਕ ਦੂਸਰੇ ਤੋਂ ਇਹੀ ਚੀਜ਼ਾਂ ਸਿੱਖ ਸਕਦੇ ਹਾਂ। ਜਿਹਦੀ ਵੀ ਫੈਮਿਲੀ 'ਚ ਪ੍ਰੋਬਲਮ ਹੈ ਉਹਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਦੂਸਰੇ ਨਾਲ। ਬਿਲਕੁਲ। All right. Okay. Thank you so much. Okay, Sarojit, thank you so much. Really good to know ਕਈ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਜਿਸ ਤਰੀਕੇ ਐਕਸਪਲੇਨ ਕੀਤੀਆਂ ਨੇ ਨਾ, I hope ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਫਾਇਦਾ ਜ਼ਰੂਰ ਹੋਇਆ ਹੋਵੇਗਾ। Thank you, Saroj. And thank you for bringing this topic. I was so glad to see that. Thank you ji, thank you. To know, ਹਾਂਜੀ, thank you ji. Thank you. ਹੁਣ ਇਹਨਾਂ ਨੇ ਜਿਹੜੀਆਂ ਆਪਣੀਆਂ ਹੱਡ ਬੀਤੀਆਂ ਦੱਸੀਆਂ, ਉਹਦਾ I think ਜ਼ਿਆਦਾ ਪ੍ਰਭਾਵ ਪੈਂਦਾ ਸਾਰਿਆਂ ਤੇ। ਇੱਕ ਮੈਂ ਇਹ ਕਹੂੰ ਕਿ ਦੇਖੋ ਵੀ ਇਹਨਾਂ ਨੇ ਸ਼ੀ ਇਜ਼ ਵੈਰੀ ਸਟਰੋਂਗ, ਸ਼ੀ ਅੰਡਰਸਟੈਂਡਸ। ਔਰ ਆਪਣੇ ਤਾਂ ਕਿੰਨੇ ਲੋਕ ਜਿਹੜੇ ਆ ਭੈਣ ਜੀ ਉਹ ਅੰਡਰਸਟੈਂਡ ਹੀ ਨਹੀਂ ਕਰਦੇ, ਜਿਹਨੂੰ ਡਿਮੈਂਸ਼ੀਆ ਹੈ ਜਾਂ ਅਲਜ਼ਾਈਮਰ ਹੈ ਉਹ ਅੰਡਰਸਟੈਂਡ ਹੀ ਨਹੀਂ ਕਰਦੇ। ਉਹਨਾਂ ਦੀ ਫੈਮਿਲੀ ਵੀ ਨਹੀਂ ਸਪੋਰਟ ਕਰਦੀ ਨਾ, ਫੈਮਿਲੀ ਨਹੀਂ ਸਪੋਰਟ ਕਰਦੇ ਨੇ। ਜੇ ਵਾਈਫ ਨੂੰ ਹੈ ਤਾਂ ਜਿਹੜੇ ਉਹ ਹਸਬੈਂਡਸ ਹੈ ਉਹ ਬਸ ਫੈਮਿਲੀ ਉਹਨਾਂ ਦਾ ਬੱਚੇ ਧਿਆਨ ਰੱਖੀ ਜਾਂਦੇ, ਉਹ ਤਾਂ ਨੇੜੇ ਹੀ ਨਹੀਂ ਆਉਂਦੇ ਆਪਣੇ ਜੱਟਾਂ 'ਚ ਤਾਂ। ਹਾਂਜੀ ਹਾਂ, ਤੇ ਉਹ ਜਿਹੜੀ ਲੇਡੀ ਹੈ ਉਹਨੂੰ ਬਹੁਤ ਲੋੜ ਹੁੰਦੀ ਹੈ ਹਸਬੈਂਡ ਦੀ ਸਪੋਰਟ ਦੀ ਉਸ ਵੇਲੇ, ਬਹੁਤ ਜ਼ਿਆਦਾ। ਜਿਹੜੇ ਉਹ ਟਾਈਮ 'ਚ ਲੰਘ ਰਹੀ ਹੁੰਦੀ ਆ ਉਹਨੂੰ ਬਹੁਤ ਸਪੋਰਟ ਦੀ ਲੋੜ ਹੁੰਦੀ ਹੈ। ਹਾਂਜੀ, ਤੇ ਇੱਕ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਖਾਣੇ ਦਾ ਵੀ ਟੇਸਟ ਦਾ ਪਤਾ ਚੱਲਦਾ। ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਇੱਕ ਮਿੰਟ। ਜਿਹੜੇ ਅਲਜ਼ਾਈਮਰ ਹੈ ਨਾ ਇਹਦੇ ਸਿੰਪਟਮਸ ਦੇ 5A ਹੈ। 5A, ਹਾਂਜੀ। Number 1 is amnesia, memory loss. The number 2 is anomia, can't remember names and things. ਉਹਨਾਂ ਨੂੰ ਕੋਈ things ਦਾ ਤੁਹਾਡਾ ਤੁਸੀਂ ਜਾਓਗੇ ਤੁਹਾਡਾ ਨਾਮ ਨਹੀਂ ਪਤਾ ਹੋਏਗਾ। Apraxia, misuse of object due to failed recognition. ਉਹ objects ਨੂੰ recognize ਹੀ ਨਹੀਂ ਕਰਦੇ ਵੀ ਇਹ ਕੀ ਚੀਜ਼ ਹੈ। ਔਰ ਜਿਹੜੇ ਡਿਮੈਂਸ਼ੀਆ ਵਾਲੇ ਦੇ ਰੈਕੋਗਨਾਈਜ਼ ਇਟ। ਅੱਛਾ, ਜਿਨ੍ਹਾਂ ਸੋ ਇਹ ਫਰਕ ਹੈ। ਹਾਂ ਬਿਲਕੁਲ, ਉਹ ਰੈਕੋਗਨਾਈਜ਼ ਕਰਦੇ ਆ, ਉਹ ਪਛਾਣਦੇ ਵੀ ਆ ਬੰਦੇ ਨੂੰ। ਐਗਨੋਸੀਆ, ਕਾਂਟ ਰੈਕੋਗਨਾਈਜ਼ ਫੈਮਿਲੀਅਰ ਆਬਜੈਕਟਸ, ਟੇਸਟ, ਸਾਊਂਡਸ, ਉਹਨਾਂ ਨੂੰ ਪਤਾ ਚੱਲਦਾ ਇਹਦੇ ਚ ਮਿਰਚ ਜ਼ਿਆਦਾ, ਉਹ ਸਾਊਂਡ ਵੀ ਇਵਨ ਰੈਕੋਗਨਾਈਜ਼ ਕਰਦੇ ਆ। ਅਫੇਜ਼ੀਆ, ਕਾਂਟ ਐਕਸਪ੍ਰੈਸ ਦੈਮਸੈਲਵਸ ਵਾਇਆ ਸਪੀਚ। ਉਹ ਜਿਹੜੇ ਡਿਮੈਂਸ਼ੀਆ ਵਾਲੇ ਦੇ ਡੂ ਸਪੀਕ, ਉਹ ਰੈਕੋਗਨਾਈਜ਼ ਨਹੀਂ ਕਰਦੇ। ਕਈ ਵਾਰੀ ਫੇਂਟ ਰੈਕੋਗਨਾਈਜ਼ ਕਰਦੇ ਆ, ਪਰ ਉਹ ਜਿਹੜੇ ਅਲਜ਼ਾਈਮਰ ਵਾਲੇ ਦੇ ਕਾਂਟ ਐਕਸਪ੍ਰੈਸ ਦੈਮਸੈਲਵਸ ਵਾਇਆ ਸਪੀਚ। ਮਤਲਬ ਐਕਸਟ੍ਰੀਮ ਸਟੇਜ ਤੇ ਹੈ, ਅਰਲੀ ਤੇ ਨਹੀਂ ਗਏ ਇਹ। ਅੱਛਾ ਜੀ, ਮਤਲਬ these are the 5 ways for it, for dementia, for Alzheimer, yeah. ਸੋ ਇਹ ਮਤਲਬ ਬਿਮਾਰੀ ਮੈਨੂੰ ਲੱਗਦਾ ਤਕਰੀਬਨ ਅੱਜ ਕੱਲ ਹਰ ਘਰ 'ਚ ਹੀ ਹੋਣੀ ਹੈ, ਉਹਨਾਂ ਦੀ ਫੈਮਿਲੀ 'ਚ ਕਿਸੇ ਨਾ ਕਿਸੇ ਨੂੰ ਬਿਲਕੁਲ ਜ਼ਰੂਰ ਹੈਗੀ ਹੈ। ਫਿਰ ਆਪਾਂ ਕਈ ਫੈਕਟਸ ਗੱਲ ਕੀਤੀ ਹੈ ਤੁਹਾਡੀ, ਸੋ ਇਹਨਾਂ ਲੋਕਾਂ ਦੇ ਇਮੋਸ਼ਨ 'ਚ ਵੀ ਕੋਈ ਨਹੀਂ ਰਹਿੰਦਾ ਜੇ ਅਗਰ ਹੁਣ ਭੁੱਲ ਹੀ ਜਾਂਦੇ ਨੇ। ਡਿਪੈਂਡ ਕਰਦਾ ਕਿ ਤੁਹਾਡੀ ਸਟੇਜ ਕਿਹੜੀ ਹੈ। ਇਫ ਇਟ ਇਜ਼ ਮਾਈਲਡ ਤਾਂ ਫਿਰ ਤਾਂ ਉਹਨਾਂ ਦੇ ਸਾਰਾ ਕੁਛ ਉਹ ਅੰਡਰਸਟੈਂਡਿੰਗ ਹੁੰਦੀ ਆ, ਉਹ ਸਮਝਦੇ ਆ। ਜਦੋਂ ਵੱਧ ਜਾਂਦੀ ਹੈ ਸਟੇਜ ਦੇ ਡੋਂਟ ਅੰਡਰਸਟੈਂਡ। ਔਰ ਮੋਸਟਲੀ ਤਾਂ ਇੰਨੀ ਵਾਰੀ ਇਹ ਹੁੰਦਾ ਕਿ ਜਦੋਂ ਮਾਈਲਡ ਸਟੇਜ ਹੁੰਦੀ ਹੈ ਜਾਂ ਈਵਨ ਮੋਡਰੇਟ ਤੇ ਵੀ ਜਿਹੜੇ ਫੈਮਿਲੀ ਮੈਂਬਰਸ ਹੈ
ਉਹ ਇਹ ਕਹਿ ਦਿੰਦੇ ਵੀ ਇਹਨੂੰ ਤਾਂ ਜਿਵੇਂ ਸਰੋਜੀ ਦੱਸਦੀ ਵੀ ਕੋਈ ਬਿਮਾਰੀ ਨਹੀਂ ਹੈ, ਹੀ ਔਰ ਸ਼ੀ ਇਜ਼ ਓਨਲੀ ਅਟੈਂਸ਼ਨ ਸੀਕਰ। ਉਦੋਂ ਪ੍ਰੋਬਲਮ ਆਉਂਦੀ ਹੈ। ਸੋ ਜੇ ਹੁਣ ਇਮੋਸ਼ਨਸ ਨਹੀਂ, ਆਪਾਂ ਕਈ ਵਾਰੀ ਕਹਿੰਦੇ ਆ ਕਿ ਮੂਡ ਸਵਿੰਗਸ ਮੇ ਵੀ, ਕਈ ਵਾਰੀ ਬੰਦੇ ਦਾ ਮੂਡ ਹੈਗਾ, ਕਈ ਵਾਰੀ ਨਹੀਂ ਹੈਗਾ। ਹਾਂਜੀ ਹਾਂਜੀ, ਤੁਸੀਂ ਮਤਲਬ ਉਹਦੇ ਤੇ ਸ਼ਿਕਾਇਤ ਨਾ ਕਰੋ, ਜਿਵੇਂ ਉਹਨਾਂ ਨੇ ਕਹਿਤਾ ਉਵੇਂ ਮੰਨ ਲਓ, ਸੁਣ ਲਓ। ਹਾਂ, ਜਾਂ ਇਹ ਵੀ ਕਈ ਪੇਸ਼ੈਂਟਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਜਦੋਂ ਓਲਡ ਹੁੰਦਾ ਬੰਦਾ, ਉਹਦੇ ਕੋਲ ਜ਼ਰੂਰ ਕੋਈ ਹੋਣਾ ਚਾਹੀਦਾ। ਦੇਖੋ ਉਹਨੇ ਯੂਰਿਨ ਵੀ ਪਾਸ ਕਰਨਾ, ਸਟੂਲ ਪਾਸ ਕਰਨਾ, ਉੱਠਣਾ ਰਾਤ ਨੂੰ। ਤੇ ਕਈ ਜਿਹੜੇ ਹੈਗੇ ਆ ਉਹ ਬਜ਼ੁਰਗ ਫਿਰ ਡਿੱਗ ਪੈਂਦੇ ਆ ਰਾਤ ਨੂੰ, ਦੇਖੋ ਹਨਾ, ਤੇ ਫਿਰ ਉਹਨਾਂ ਦਾ ਕੋਈ ਫ੍ਰੈਕਚਰ ਹੋ ਜਾਂਦਾ, ਉਹ ਹੋਰ ਕੰਪਲਿਕੇਸ਼ਨਸ ਹੋ ਜਾਂਦੀਆਂ। ਕਿਉਂਕਿ ਰਾਤ ਨੂੰ ਤੇ ਆਪਣਾ ਯੂਜੂਅਲੀ 1-2 ਵਾਰੀ ਬਾਥਰੂਮ ਇਹਨਾਂ ਲੋਕਾਂ ਨੂੰ ਜਾਣਾ ਹੀ ਪੈਂਦਾ। ਕੇਅਰ ਟੇਕਰ ਜ਼ਰੂਰ ਰੱਖਣਾ ਚਾਹੀਦਾ, ਚਾਹੇ ਉਹ ਕੈਨੇਡਾ 'ਚ ਹੈ, ਚਾਹੇ ਉਹ ਇੰਡੀਆ 'ਚ, ਤੇ ਜਾਂ ਕੋਈ ਫੈਮਿਲੀ ਮੈਂਬਰ ਕੋਲ। ਜਾਂ ਕੋਈ ਦੇਖੋ ਫੈਮਿਲੀ ਮੈਂਬਰ ਵੀ ਤਾਂ ਜਿਹੜਾ 24 ਘੰਟੇ ਸੰਭਾਲਣਾ ਇਜ਼ ਵੈਰੀ ਡਿਫਿਕਲਟ ਟਾਸਕ। ਚਲੋ ਦਿਨੇ ਉਹਨਾਂ ਨੇ ਸੰਭਾਲਿਆ, ਰਾਤ ਵਾਸਤੇ ਰੱਖ ਲੈਣ, ਇੱਕ ਟਾਈਮ ਲਈ ਜ਼ਰੂਰ ਰੱਖਣ ਮੇਰੇ ਹਿਸਾਬ ਤੇ। ਹਾਂਜੀ, ਜਾਂ ਦਿਨੇ ਅਗਰ ਕੋਈ ਆਂਦਾ ਤੁਹਾਡਾ ਦੂਸਰੇ ਕੰਮ ਕਰਨ 'ਚ ਕੋਈ ਆ ਜਾਵੇ, ਸਪੋਜ਼ ਤੁਸੀਂ ਆਪ ਰਹਿਣਾ ਚਾਹੁੰਦੇ ਹੋ, ਤੇ ਕੋਈ ਆਪਣਾ ਕੁਕਿੰਗ, ਕਲੀਨਿੰਗ, ਇਹੋ ਜਿਹੀਆਂ ਚੀਜ਼ਾਂ ਲਈ ਮਤਲਬ ਡੇ 'ਚ ਰੱਖ ਲਓ, ਫਿਰ ਜੇ ਨਹੀਂ ਰਾਤ ਨੂੰ ਰੱਖਣਾ। ਹਾਂਜੀ, ਹਾਂ, ਮਤਲਬ ਹੈਲਪ ਜ਼ਰੂਰ ਲਓ। ਹਾਂਜੀ, ਔਰ ਮੈਂ ਇਹ ਚਾਹੂੰਗੀ ਕਿ ਜਿਹੜੇ ਇਹ ਈਵਨ ਇੰਡੀਆ ਵਿੱਚ ਵੀ ਔਰ ਕੈਨੇਡਾ 'ਚ ਵੀ ਇਹਦੇ ਵੀ ਮਤਲਬ ਤੁਸੀਂ ਨੌਲੇਜ ਲੈ ਸਕਦੇ ਹੋ। ਸੁਸਾਇਟੀਜ਼ ਬਣੀਆਂ ਹੁੰਦੀਆਂ ਇਹਨਾਂ ਦੀਆਂ, ਤੁਹਾਨੂੰ ਉਹ ਪ੍ਰੋਪਰ ਨੌਲੇਜ ਦਿੰਦੇ ਆ, ਵਰਕਸ਼ਾਪਸ ਲੱਗਦੀਆਂ ਇਹਨਾਂ ਦੀਆਂ ਐਵਰੀਵੇਅਰ। ਹਾਂਜੀ, ਕਿਉਂਕਿ ਦਿਨੇ ਜ਼ਿਆਦਾ ਲੋੜ ਹੈ, ਕਿਉਂਕਿ ਉਹਨਾਂ ਨੂੰ ਨਵਾਣਾ ਧਵਾਣਾ, ਖਵਾਉਣਾ, ਹਾਂਜੀ ਹਾਂਜੀ, ਆਪਣਾ ਉਹਨਾਂ ਦੇ ਕਹਿ ਲਓ ਕਦੀ ਸਿਰ ਵਾਣਾ, ਕੱਪੜੇ ਬਦਲਨੇ, ਡਾਇਪਰ ਵਗੈਰਾ ਉਹਨਾਂ ਦੇ ਚੇਂਜ ਕਰਨੇ। ਦੇਖੋ ਫਿਰ ਬੈੱਡ ਸ਼ੀਟ ਉਹਨਾਂ ਦੇ ਡਾਇਪਰ ਹਿਲ ਜਾਂਦੇ ਆ, ਬੈੱਡ ਸ਼ੀਟ ਨੂੰ ਚੇਂਜ ਕਰਨਾ। ਮਤਲਬ ਬਜਾਏ ਇਹਦੇ ਕਿ ਤੁਸੀਂ ਜੋ ਉਹਨਾਂ ਦਾ ਕਰ ਰਹੇ, ਔਰ ਕਿੰਨੀਆਂ ਫੈਮਲੀਜ਼ 'ਚ ਇਹ ਹੁੰਦਾ ਕਿ ਸਪੋਜ਼ ਬੱਚੇ ਕਰ ਰਹੇ ਆ, ਠੀਕ ਹੈ ਨਾ, ਉਹਨਾਂ ਦੀ ਕੋਈ ਬੱਚੀ ਆ ਉਹ ਕਰ ਰਹੀ ਆ, ਔਰ ਫਿਰ ਤੁਸੀਂ ਉਹ ਪੇਸ਼ੈਂਟ ਦੇ ਸਾਹਮਣੇ ਹੀ ਤੁਹਾਡਾ ਕੋਈ ਰਿਲੇਟਿਵ ਆਉਂਦਾ, ਉਹਨਾਂ ਨੂੰ ਤੁਸੀਂ ਪੂਰਾ ਡਿਸਕ੍ਰਾਈਬ ਕਰਦੇ ਹੋ ਕਿ ਵੀ ਡੂ ਦਿਸ, ਮਤਲਬ ਉਹ ਵੀ ਉਹਨਾਂ ਨੂੰ ਮਤਲਬ ਇੱਕ ਚੰਗਾ ਨਹੀਂ, ਉਹਨਾਂ ਦੇ ਹਾਂ ਡਿਸਟਰਬ ਕਰਨ ਵਾਲੀ ਗੱਲ ਹੈ। ਸਮਟਾਈਮਸ ਇਹੋ ਜਿਹੇ ਪੇਸ਼ੈਂਟਸ 100% ਨਹੀਂ, ਜਿਹੜੇ ਡਿਮੈਂਸ਼ੀਆ ਵਾਲੇ ਕੁਝ ਪਰਸੈਂਟ ਸਮਝਦੇ ਹੁੰਦੇ ਆ, ਦੇ ਫੀਲ ਹਰਟ, ਤਾਂ ਉਹ ਚੀਜ਼ ਉਹਨਾਂ ਦੀ ਸਟੇਜ ਵੱਧਦੀ ਹੈ, ਘਟਦੀ ਨਹੀਂ ਆ ਉਹਦੇ ਨਾਲ। ਸੋ ਇੱਕ ਤੇ ਅਗਲੇ ਦੇ ਸਾਹਮਣੇ ਵੀ ਗੱਲ ਨਹੀਂ ਕਰਨੀ ਚਾਹੀਦੀ। ਤੁਸੀਂ ਗੱਲ ਕਰਨੀ ਹੈ ਕੋਈ ਜਿਵੇਂ ਉਹਦੇ ਸਾਹਮਣੇ ਨਾ ਕਰੋ, ਥੋੜੇ ਇੱਧਰ ਉੱਧਰ ਜਾ ਕੇ ਗੱਲ ਕਰੋ ਜੇ ਘਰ 'ਚ ਨੇ। ਹਾਂਜੀ ਹਾਂਜੀ, ਮੇਰੇ ਮਦਰ ਸ਼ੀ ਇਜ਼ ਗੋਇੰਗ ਥਰੂ ਡਿਮੈਂਸ਼ੀਆ ਐਂਡ ਆਈ ਕੈਨ ਅੰਡਰਸਟੈਂਡ ਹਾਊ ਸ਼ੀ ਇਜ਼ ਫੀਲਿੰਗ। ਫਿਰ ਚਲੋ ਇਹਦਾ ਮਤਲਬ ਵੀ ਉਹਨਾਂ ਦੇ ਮੂਡ ਤੇ ਬਦਲਦੇ ਰਹਿੰਦੇ ਨੇ, ਉਹ ਕੁਝ ਵੀ ਬੋਲ ਸਕਦੇ, ਉਹਨਾਂ ਦਾ ਗੁੱਸਾ ਵੀ ਨਹੀਂ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਅੱਗੇ ਦੱਸਣੀਆਂ ਆਪਣੀ ਫੈਮਿਲੀ ਨੂੰ। ਹੁਣ ਬੱਚਿਆਂ ਨੂੰ ਕਈ ਵਾਰੀ ਨਹੀਂ ਪਤਾ, ਜੇ ਹੁਣ ਮੈਨੂੰ ਪਤਾ ਕਿ ਮੇਰੇ ਮਦਰ ਜਾਂ ਫਾਦਰ ਨੂੰ ਆ ਪ੍ਰੋਬਲਮ ਆ ਰਹੀ ਹੈ, ਮੈਂ ਅੱਗੇ ਆਪਣੇ ਬੱਚਿਆਂ ਨੂੰ, ਗ੍ਰੈਂਡ ਕਿਡਸ ਨੂੰ ਤੁਸੀਂ ਅੱਗੇ ਦੱਸੋ ਕਿ ਤੁਸੀਂ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ। ਈਵਨ ਕਈ ਵਾਰੀ ਮੈਂ ਦੇਖਿਆ ਜਿਹੜੇ ਹੈਲਥ ਕੇਅਰ ਵਰਕਰਸ ਜਾਂ ਉਹ ਵੀ ਆਣ ਨਾ, ਤੇ ਕਈ ਵਾਰੀ ਤੁਸੀਂ ਗੁੱਸੇ ਨਾਲ ਉਹਨਾਂ ਨੂੰ, ਐਕਚੁਅਲੀ ਜਿਹੜਾ ਪੇਸ਼ੈਂਟ ਹੈ ਉਹ ਗੁੱਸੇ ਨਾਲ ਬੋਲ ਪਏ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਹਾਂਜੀ, ਪਰ ਉਹਨਾਂ ਨੂੰ ਤਾਂ ਸਗੋਂ ਜ਼ਿਆਦਾ ਪਤਾ ਹੋਣਾ ਚਾਹੀਦਾ। ਬਿਲਕੁਲ ਨਹੀਂ, ਵੈਸੇ ਤਾਂ ਕੋਆਪਰੇਟਿਵ ਹੀ ਹੁੰਦੇ ਆ ਮੋਸਟਲੀ, ਕੋਈ ਇੱਕ ਦੋ ਪਰਸੈਂਟ ਇਹੋ ਜਿਹੇ ਹੁੰਦੇ। ਈਵਨ ਭੈਣ ਜੀ ਇਹੋ ਜਿਹੇ ਪੇਸ਼ੈਂਟ ਥੱਪੜ ਤੱਕ ਵੀ ਮਾਰ ਦਿੰਦੇ ਆ। ਤੇ ਉਹੀ ਨਾ, ਪਰ ਇਹ ਨਹੀਂ ਹੈ ਵੀ ਅਸੀਂ ਉਹਨਾਂ ਦਾ ਗੁੱਸਾ ਕਰਾਂਗੇ, ਨਹੀਂ, ਕਿਉਂਕਿ ਉਹ ਬਿਮਾਰ ਨੇ, ਹਨਾ, ਦਿਮਾਗੀ ਤੌਰ ਤੇ ਜਿਹੜੀ ਬਿਮਾਰੀ ਹੈ। ਤੇ ਇਹ ਤੁਸੀਂ ਇਹ ਵੈਸੇ ਖਾਸ ਮੇਰੇ ਖਿਆਲ ਅਲਜ਼ਾਈਮਰ ਦੇ ਪੇਸ਼ੈਂਟ ਨੂੰ ਹੀ ਟ੍ਰੀਟ ਕਰਨ ਵਾਸਤੇ ਜਾਂ ਹੈਲਥ ਕੇਅਰ ਵਰਕਰ ਜੇ ਉੱਥੇ ਕੰਮ ਕਰਦੇ ਆ, ਉਹਨਾਂ ਨੂੰ ਸਪੈਸ਼ਲ ਇਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਹੈ। ਉਹਨਾਂ ਦਾ ਫੀਲਡ ਹੀ ਇਹ ਹੁੰਦਾ, ਉਹਨਾਂ ਨੂੰ ਬਹੁਤ ਡਿਟੇਲ ਸਟੱਡੀ ਕਰਾਈ ਜਾਂਦੀ ਹੈ ਇਹਦੇ ਬਾਰੇ। ਯੂਜੂਅਲੀ ਜਿਹੜੇ ਕਹਿ ਲਓ ਸੀਨੀਅਰ ਹੋਮਸ ਨੇ, ਕਈ ਥਾਵਾਂ ਤੇ ਹੁੰਦਾ ਕਿ ਐਡਮਿੰਟਨ, ਮੈਨੂੰ ਪਤਾ ਕਿ ਇੱਕ ਫਲੋਰ ਸਾਰਾ ਅਲਜ਼ਾਈਮਰ ਪੇਸ਼ੈਂਟਸ ਦਾ ਹੀ ਸੀਗਾ, ਉੱਥੇ ਉਹੀ ਰੱਖੇ ਸੀ, ਕੰਮ ਵੀ ਉਹੀ ਕਰਦੇ ਸੀਗੇ। ਪਰ ਦੂਜੇ ਪਾਸੇ ਹੁਣ ਜਿਵੇਂ ਆਪਾਂ ਘਰ ਆਪਾਂ ਕਹਿੰਦੇ ਆ ਕਿ ਅਸੀਂ ਹੈਲਪ ਲੈ ਲਈਏ, ਹੁਣ ਹੈਲਪ ਕਈ ਵਾਰੀ ਆਪਾਂ ਨੂੰ ਉਹੋ ਜਿਹੇ ਲੋਕਾਂ ਦੀ ਤੇ ਮਿਲਦੀ ਨਹੀਂ, ਜਾਂ ਮੇ ਬੀ ਦੇ ਆਰ ਟੂ ਐਕਸਪੈਂਸਿਵ ਜਿਹੜੇ ਸਪੈਸ਼ਲੀ ਅਲਜ਼ਾਈਮਰ ਵਾਸਤੇ ਹੀ ਹੋਣ। ਕਈ ਵਾਰੀ ਆਪਾਂ ਕਹਿੰਦੇ ਚਲੋ ਘਰ ਆਪਾਂ ਹੈਲਪ ਲੈਂਦੇ ਆ, ਕੋਈ ਚਲੋ ਘਰ 'ਚ ਰੋਟੀ ਪਾਣੀ ਤੇ ਜਾਂ ਹੋਰ ਕੋਈ ਇਹੋ ਜਿਹਾ ਤੁਹਾਡੇ ਨਾਲ ਹੈਲਪ ਹੋ ਜਾਂਦੀ ਹੈ। ਪਰ ਉਹਨਾਂ ਲੋਕਾਂ ਨੂੰ ਤੇ ਆਪਾਂ ਨੂੰ ਫਿਰ ਅੰਡਰਸਟੈਂਡ ਕਰਾਉਣਾ ਪੈਣਾ ਨਾ ਕਿ ਡੋਂਟ ਟੇਕ ਇਟ ਟੂ ਯਰ ਹਾਰਟ ਕਿ ਇਹ ਕੁਝ ਵੀ ਬੋਲ ਦਿੰਦੇ ਨੇ ਕਿਉਂਕਿ ਇਹ ਬਿਮਾਰੀ ਇਹੋ ਜਿਹੀ ਹੈ, ਕਿਉਂਕਿ ਉਹਨਾਂ ਲੋਕਾਂ ਦਾ ਨਹੀਂ ਪਤਾ ਨਾ।
ਜਿਵੇਂ ਹੁਣ ਆਪਣੇ ਇੱਥੇ ਦੇਖਿਆ ਮੈਂ ਕਈ ਲੋਕਾਂ ਦੇ ਘਰਾਂ 'ਚ ਦੇਖਿਆ ਜਿਹੜੀਆਂ ਕੁੜੀਆਂ ਇੰਡੀਆ ਤੋਂ ਆ ਰਹੀਆਂ ਨੈਨੇਜ਼, ਹਾਂਜੀ, ਉਹ ਕਰ ਰਹੀਆਂ ਕੰਮ। ਤਾਂ ਥੋੜਾ ਵੈਸੇ ਤਾਂ ਉਹਨਾਂ ਨੂੰ ਆਪ ਥੋੜਾ ਇਹ ਨਹੀਂ ਹੈ ਵੀ ਨਹੀਂ ਪਤਾ ਹੁੰਦਾ, ਬਟ ਈਵਨ ਦੈਨ ਜਿਹੜੇ ਫੈਮਿਲੀ ਮੈਂਬਰਸ ਹੈ ਉਹ ਵੀ ਉਹਨੂੰ ਬਿਠਾ ਕੇ ਪ੍ਰੋਪਰ ਕਹਿਣ ਵੀ ਬੇਟੇ ਇਹ ਪੇਸ਼ੈਂਟ ਹੈ, ਇਹਨੂੰ ਅਸੀਂ ਸੁਣਨਾ। ਜੇ ਉਹਨਾਂ ਦਾ ਆਪਣਾ ਐਟੀਟਿਊਡ ਫੈਮਿਲੀ ਮੈਂਬਰਸ ਦਾ ਪੋਜ਼ਿਟਿਵ ਹੋਊਗਾ ਦੈਨ ਦੇ ਵਿਲ ਮੇਕ ਹਰ ਅੰਡਰਸਟੈਂਡ ਕਿ ਉਹਨੇ ਉਹਨਾਂ ਦੀ ਕਿਵੇਂ ਟੇਕ ਕੇਅਰ ਕਰਨੀ ਹੈ ਨਾ। ਇਹ ਸਾਰਾ ਕੁਝ ਹੀ ਕਾਊਂਟ ਕਰਦਾ ਇਹਦੇ ਵਿੱਚ। ਸੋ ਕਿਉਂਕਿ ਇਹ ਦਿਮਾਗੀ ਤੌਰ ਤੇ ਦਿਮਾਗੀ ਬਿਮਾਰੀ ਹੈ, ਸੋ ਇਹ ਵੀ ਨਾਲ ਅੰਡਰਸਟੈਂਡ ਕਰਨਾ ਪੈਣਾ ਕਿ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਬਦਲ ਸਕਦਾ ਹੈ। ਹਾਂਜੀ, ਹਨਾ, ਕਦੀ ਕਿਸ ਤਰ੍ਹਾਂ ਦਾ ਹੁੰਦਾ, ਕਦੀ ਕਿਸ ਤਰ੍ਹਾਂ ਦਾ। ਮਤਲਬ ਇੱਕ ਗੱਲ ਸਿੱਧੀ ਜੀ ਇਹ ਹੈ ਵੀ ਉਸ ਪਰਮਾਤਮਾ ਤੋਂ ਡਰਨਾ ਚਾਹੀਦਾ। ਕੋਈ ਪਤਾ ਨਹੀਂ ਜਦੋਂ ਅਸੀਂ ਓਲਡ ਹੋਣਾ ਸਾਨੂੰ ਕੀ ਹੋ ਜਾਣਾ, ਕਿਸੇ ਨੂੰ ਕੋਈ ਪਤਾ ਨਹੀਂ। ਜਿਹੜਾ ਅੱਜ ਬੰਦਾ ਕਹਿ ਰਿਹਾ ਕਿ ਮੈਂ ਬਿਲਕੁਲ ਠੀਕ ਹਾਂ, ਤੇ ਹਾਂ ਕੱਲ ਦਾ ਕੋਈ ਪਤਾ ਨਹੀਂ। ਮਤਲਬ ਦੁੱਖ ਉਦੋਂ ਹੁੰਦਾ ਜਦੋਂ ਉਹਨਾਂ ਨੂੰ ਕੋਈ ਅੰਡਰਸਟੈਂਡ ਨਹੀਂ ਕਰਦਾ, ਉਦੋਂ ਦੁੱਖ ਹੁੰਦਾ। ਨਾਲੇ ਇਹ ਕਹਿੰਦੇ ਨਾ what goes around it comes around, ਜੇ ਤੁਸੀਂ ਮਾੜਾ ਕਿਸੇ ਦਾ ਕਰੋਗੇ ਤੁਹਾਡੇ ਅੱਗੇ ਉਹ ਆ ਹੀ ਜਾਣਾ। ਮੇਰੇ ਮਦਰ ਦਾ ਸ਼ਾਇਦ ਮੈਂ ਉਦੋਂ ਵੀ ਤੁਹਾਨੂੰ ਮੈਂਟਲ ਹੈਲਥ ਵਿੱਚ ਵੀ ਆਪਾਂ ਕੀਤੀ ਸੀ ਗੱਲ ਕਿ ਮੇਰੇ ਮਦਰ ਮੈਨੂੰ she used to call me between 7 AM and 7:30 AM, ਹੈ ਨਾ, ਮੈਂ ਤੁਹਾਨੂੰ ਦੱਸਿਆ ਸੀਗਾ। ਤਾਂ ਉਹਨਾਂ ਨੇ ਜਦੋਂ ਮੈਨੂੰ ਕਾਲ ਕੀਤੀ ਉਹ ਬੜੀ ਜਲਦੀ ਬੋਲ ਰਹੇ ਸੀ ਔਰ ਰਿਪੀਟ ਕਰੀ ਜਾ ਰਹੇ ਸੀ ਗੱਲ ਨੂੰ। ਤਾਂ ਮਤਲਬ ਮੈਨੂੰ ਡਾਊਟ ਹੋਇਆ ਕਿ ਇਹ ਹੋ ਸਕਦਾ, ਤੇ ਉਦੋਂ ਥੋੜਾ ਫੈਮਿਲੀ 'ਚ ਕੋਈ ਪ੍ਰੋਬਲਮ ਵੀ ਸੀਗੀ। ਜਦੋਂ ਥੋੜੀ ਜਿਹੀ ਮਾਈਲਡ ਸਟੇਜ ਹੋਵੇ ਔਰ ਅਸੀਂ ਇਹ ਸਮਝ ਨਾ ਸਕੀਏ ਕਿ ਇਹਨਾਂ ਨੂੰ ਇਹ ਹੋ ਸਕਦਾ, ਇਹ ਓਲਡ ਨੇ, ਇਹਨਾਂ ਨੂੰ ਇਹ ਸਪੋਰਟ ਦੀ ਲੋੜ ਹੈ, ਤੇ ਕੋਈ ਉਹਨਾਂ ਨੂੰ ਸਨਬ ਕਰ ਦੇਵੇ, ਤਾਂ ਉਦੋਂ ਉਹ ਉਸੇ ਵੇਲੇ ਮੋਡਰੇਟ ਫਾਰਮ 'ਚ ਹੋ ਜਾਂਦੀ ਹੈ, ਤੇ ਸ਼ਾਇਦ ਉਹ ਕਈ ਸਾਲ ਨਹੀਂ ਤਾਂ ਕੱਢ ਜਾਂਦੇ ਮਾਈਲਡ ਨਾਲ ਹੀ। ਠੀਕ ਹੈ। ਫਿਰ ਮੈਂ ਈਵਨਿੰਗ 'ਚ ਜਾਣਬੁੱਝ ਕੇ ਫੋਨ ਕੀਤਾ ਫ੍ਰੀ ਹੋ ਕੇ ਕਲੀਨਿਕ ਤੋਂ, ਤਾਂ ਫਿਰ ਮੈਨੂੰ ਲੱਗਾ ਕਿ ਸਵੇਰ ਨਾਲੋਂ ਵੀ ਜ਼ਿਆਦਾ ਦੈਨ ਆਈ ਕਾਲਡ ਮਾਈ ਬ੍ਰਦਰ। ਤਾਂ ਉਹਨਾਂ ਨੇ ਕਿਹਾ ਵੀ ਹਾਂ ਜਿਹੜੀ ਇਹਨਾਂ ਦੀ ਮੈਡੀਸਨ ਐਂਟੀ ਹਾਈਪਰਟੈਂਸਿਵ ਚੱਲਦੀ ਹੈ, ਇਹਨਾਂ ਨੇ 2 ਵਾਰੀ ਲੈ ਲਈ ਤੇ ਤੀਜੀ ਵਾਰੀ ਫਿਰ ਮੰਗੀ ਜਾਂਦੇ ਸੀਗੇ। ਫਿਰ ਮੈਂ ਫਟਾਫਟ ਗਈ ਤੇ ਫਿਰ ਅਸੀਂ ਸਾਈਕੈਟਰਿਸਟ ਨੂੰ ਕੰਸਲਟ ਕੀਤਾ। ਸੋ ਮਤਲਬ ਕੋਈ ਵੀ ਬਿਮਾਰੀ ਆਪਾਂ ਨੂੰ ਲਾਈਟਲੀ ਨਹੀਂ ਲੈਣੀ ਚਾਹੀਦੀ, ਥੋੜੀ ਜਿਹੀ ਉਹਦੀ ਅੰਡਰਸਟੈਂਡਿੰਗ ਜਿਹੜੀ ਹੈ। ਹੁਣ ਸਾਡਾ ਅੱਜ ਦਾ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਅਵੇਅਰਨੈਸ ਹੀ ਕ੍ਰੀਏਟ ਕਰ ਰਹੇ ਹਾਂ। ਮਤਲਬ ਈਵਨ ਦੈਨ ਮਤਲਬ ਕੀ ਕਹਿ ਸਕਦੇ ਹਾਂ ਸੈਡਨੈਸ ਜਾਂ ਕਿਵੇਂ ਦਾ ਮਾਹੌਲ ਹੋ ਜਾਂਦਾ ਆਪਾਂ ਵੀ ਜਦੋਂ ਗੱਲ ਕਰਦੇ ਹਾਂ ਇਹਦੇ ਬਾਰੇ, ਹੈ ਨਾ। ਸੋ ਅਗਰ ਚਲੋ ਹੁਣ ਆਪਾਂ ਜਿਵੇਂ ਅਲਜ਼ਾਈਮਰਸ ਦੀ ਗੱਲ ਕਰ ਰਹੇ ਹਾਂ ਤੇ ਡਿਪਰੈਸ਼ਨ ਐਂਗਜ਼ਾਇਟੀ ਤੋਂ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂ ਹੋ ਗਿਆ। ਅੱਗੇ ਜਿਵੇਂ ਉਹਨਾਂ ਦੀ ਵੱਧਦੀ ਜਾਏਗੀ ਬਿਮਾਰੀ, ਉਵੇਂ ਨੈਚੁਰਲੀ ਹੋਰ ਕਈ ਚੀਜ਼ਾਂ ਐਡ ਹੋ ਜਾਣਗੀਆਂ। ਫਿਰ ਕੀ ਉਹ ਲੋਕਾਂ ਤੋਂ ਮਿਲਣਾ ਜੁਲਣਾ ਵੀ ਬੰਦ ਕਰ ਦੇਣਗੇ, ਕਹਿਣਗੇ ਵੀ ਅਸੀਂ ਮਿਲਣਾ ਨਹੀਂ ਚਾਹੁੰਦੇ ਕਿਸੇ ਨੂੰ। ਹਾਂਜੀ, ਬਿਲਕੁਲ ਆਈ ਹੁੰਦਾ। ਔਰ ਕਈਆਂ ਨੂੰ ਡਿਮੈਂਸ਼ੀਆ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, ਵੈਨ ਇਟ ਇਜ਼ ਇਨ ਵੈਰੀ ਅਰਲੀ ਸਟੇਜ ਵੀ ਜਿਵੇਂ ਹੁੰਦਾ ਕਈਆਂ ਨੂੰ 8-10 ਸਾਲ ਬਾਅਦ ਹੋਣਾ, ਤਾਂ ਉਹਨਾਂ ਨੂੰ ਜਿਵੇਂ ਕੋਈ ਫੈਮਿਲੀ 'ਚ ਪ੍ਰੋਬਲਮ ਹੋ ਗਈ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਇਹੋ ਜਿਹੇ ਹਾਲਾਤ ਹੋ ਗਏ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਆਪਾਂ ਕਿਸੇ ਨੂੰ ਦੱਸਣਾ ਨਹੀਂ, ਇਹ ਨਹੀਂ ਵੋ ਨਹੀਂ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ, ਤਾਂ ਉਦੋਂ ਵੀ ਇਹ ਪ੍ਰੋਬਲਮ ਜਿਹੜੀ ਹੈ ਐਗਰਾਵੇਟ ਹੋ ਜਾਂਦੀ ਹੈ। ਸੋ ਜਿਹੜੇ ਬਜ਼ੁਰਗ ਹੈ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ। ਬੱਚੇ ਉਹਨਾਂ ਨੂੰ ਇਹ ਨਾ ਕਹਿਣ ਕਿ ਤੁਸੀਂ ਘਰ 'ਚ ਹੀ ਰਹਿਣਾ, ਉਹ ਜਾਣ ਜਿੱਥੇ ਮਰਜ਼ੀ ਜਾਣ, ਆਪਣੇ ਫਰੈਂਡਸ ਨੂੰ ਮਿਲਣ, ਕਿਸੇ ਨਾਲ ਗੱਲ ਕਰਨ, ਮਤਲਬ ਉਹਨਾਂ ਨੂੰ ਇੱਕ ਖੁੱਲ੍ਹਾ ਮਾਹੌਲ ਦੇ ਦੇਣਾ ਚਾਹੀਦਾ। ਅੱਜ ਕੱਲ੍ਹ ਨਾ ਸੈੱਲ ਫੋਨ ਦੇ ਉੱਤੇ ਕਈ ਵਾਰੀ ਹੁਣ ਐਡਵਰਟਾਈਜ਼ਮੈਂਟ ਤੁਹਾਨੂੰ ਪਤਾ ਕਿੰਨੀ ਸ਼ੁਰੂ ਹੋ ਗਈ ਹੈ। ਬਿਲਕੁਲ। ਤੇ ਕਈ ਵਾਰੀ ਨਾ ਵਿੱਚ ਆਇਆ ਹੁੰਦਾ ਹੈ ਕਿ ਤੁਸੀਂ ਆਪਣਾ ਬ੍ਰੇਨ ਹੈਲਥ ਵਾਸਤੇ ਤੁਸੀਂ ਪਜ਼ਲਸ, ਤੁਸੀਂ ਕੋਈ ਨਾ ਕੋਈ ਇਹੋ ਜਿਹੀਆਂ ਕਿੰਨੀਆਂ ਗੇਮਸ ਨੇ, ਹੈ ਨਾ, ਕੋਈ ਵਰਲਡ ਵਾਲੀ ਗੇਮ ਹੋ ਗਈ, ਪਜ਼ਲਸ ਹੋ ਗਈਆਂ, ਤੇ ਇਹੋ ਜਿਹੀਆਂ ਗੇਮਸ ਸੋਲੀਟੇਅਰ ਆ ਜਿਵੇਂ, ਉਹ ਖੇਡੋ ਕਿ ਤੁਸੀਂ ਆਪਣਾ ਬ੍ਰੇਨ ਯੂਜ਼ ਕਰੋ। ਸੋ ਕੀ ਇਹੋ ਜਿਹੀਆਂ ਗੇਮਸ ਖੇਡਣ ਨਾਲ ਆਪਣੇ ਆਪਣਾ ਬ੍ਰੇਨ ਆਪਣਾ ਆਕੂਪਾਈਡ ਰੱਖੋ। ਔਰ ਮਤਲਬ ਦੇਖੋ ਬੀਇੰਗ ਅ ਫੀਮੇਲ ਮੈਂ ਕਹਿੰਦੀ ਹਾਂ ਵੀ ਸਪੋਜ਼ ਤੁਹਾਡੇ ਹਾਲਾਤ ਆਏਂਦੇ ਹੋ ਗਏ ਕਿ ਕਿੰਨੀ ਵਾਰੀ ਤੁਹਾਨੂੰ ਅੰਡਰ ਪ੍ਰੈਸ਼ਰ, ਯੂ ਆਰ ਅੰਡਰ ਪ੍ਰੈਸ਼ਰ, ਤੁਹਾਨੂੰ ਤੁਸੀਂ ਨਹੀਂ ਕਿਸੇ ਨੂੰ ਮਿਲ ਸਕਦੇ, ਆਪਣੇ ਕਿਸੇ ਫਰੈਂਡ ਨੂੰ ਨਹੀਂ ਮਿਲ ਸਕਦੇ, ਕੁਛ ਨਹੀਂ, ਸਪੋਜ਼ ਇਟ ਹੈਪਨਸ ਟੂ ਯੂ, ਤੁਸੀਂ ਕੀ ਕਰੋ, ਤੁਸੀਂ ਉਹਦਾ ਵੇ ਆਊਟ ਲੱਭੋ। ਤੁਸੀਂ ਆਪਦਾ ਘਰੇ ਯੋਗਾ ਕਰ ਲਓ, ਮੈਡੀਟੇਸ਼ਨ ਕਰੋ, ਤਾਂ ਤੁਸੀਂ ਆਪਣਾ ਟੀਵੀ ਦੇਖੋ, ਸਾਰਾ ਕੁਛ ਦੇਖੋ। ਮਤਲਬ ਆਪਣੇ ਆਪ ਨੂੰ ਬਹੁਤਾ ਉਹ ਨਹੀਂ ਕਰਨਾ ਚਾਹੀਦਾ
ਪ੍ਰੈਸ਼ਰਾਈਜ਼ਡ ਨਹੀਂ ਫੀਲ ਕਰਨਾ ਚਾਹੀਦਾ, ਟਰਾਈ ਟੂ ਚੇਂਜ yourself। ਇਹ ਬਹੁਤ ਔਖਾ ਹੈ। ਹਾਂਜੀ, ਬਟ even then there are so many ways, there is always a way out। हाँ, है ना। कई लोग कोई ना अपना सोच के ਤੁਸੀਂ ਬੈਠੇ ਰਹਿੰਦੇ ਹੋ, ਸੋ ਬੇਸਿਕਲੀ ਪੋਜ਼ਿਟਿਵ ਥਿੰਕਿੰਗ। ਕਈ ਭੈਣ ਜੀ ਜਿਵੇਂ ਹੁਣ ਅਸੀਂ ਲੋਕ ਆ ਬੜੇ ਸਟਰੋਂਗ ਆ, है ना, बट इवन देन वी आर ह्यूमन बींग्स, ठीक है ना। कई ਜਿਹੜੀਆਂ ਲੇਡੀਜ਼ ਹੈ ਵਿਚਾਰੀਆਂ ਉਹ ਇੰਨੀਆਂ ਸਟਰੋਂਗ ਨਹੀਂ ਹੋ ਸਕਦੀਆਂ। ਐਵਰੀ ਟਾਈਮ ਉਹ ਜੇ ਕੋਈ ਕਿਸੇ ਦੇ ਦੁੱਖ ਤਕਲੀਫ ਤੇ ਜਾਣਾ ਹੈ, ਕਿਸੇ ਦੀ ਡੈਥ ਤੇ ਜਾਣਾ ਹੈ, ਦੇ ਟੇਕ ਦਾ ਮੈਡੀਸਨ ਤੇ ਫੇਰ ਹੋ ਜਾਂਦੀਆਂ, ਹੈ ਨਾ। ਅੱਜ ਕੱਲ ਤਾਂ ਆਮ ਹੀ ਹੈ, ਮਤਲਬ ਨਹੀਂ ਹੁੰਦਾ ਕਈਆਂ ਦਾ ਦਿਲ ਇਹੋ ਜਿਹਾ, ਤੇ ਉਹ ਲੋਕ ਜ਼ਿਆਦਾ ਪ੍ਰੋਨ ਟੂ ਇਹ ਡਿਜ਼ੀਜ਼ਸ ਦੇ ਹੁੰਦੇ ਆ। ਹਾਂ, ਸੋ ਆਪਣਾ ਧਿਆਨ ਆਪ ਹੀ ਰੱਖਣਾ ਪੈਣਾ। ਬਿਲਕੁਲ ਬਿਲਕੁਲ, ਆਪਣਾ ਧਿਆਨ ਆਪ ਰੱਖਣਾ ਪੈਣਾ। ਹਾਂਜੀ, ਤੇ ਹੁਣ ਵੋਕੈਬਲਰੀ ਦੀ ਵੀ ਆਪਾਂ ਅੱਗੇ ਗੱਲ ਕੀਤੀ ਸੀ। ਹਾਂਜੀ, ਕਿ ਆਪਣੀ ਜਿਹੜੀ ਸਪੀਚ ਹੈ, ਮੈਂ ਹੁਣ ਆਪਣੀ ਵੈਸੇ ਤਾਂ ਕਰਨੀ ਹੈ, ਮੈਂ ਨਾ ਕਈ ਵਾਰੀ ਵਰਲਡ ਗੇਮ ਖੇਡਦੀ ਆ, ਮੈਨੂੰ ਲੱਗਦਾ ਹੁੰਦਾ ਮੇਰੀ ਵੋਕੈਬਲਰੀ ਅੱਗੇ ਨਾਲੋਂ ਘੱਟ ਗਈ ਆ। ਨਹੀਂ ਨਹੀਂ, ਇਹ ਨਹੀਂ। ਦੇਖੋ ਆਪਣੀ ਇਹ ਕੁਛ ਦੇਖੋ, ਜਦੋਂ ਆਪਾਂ 60 ਕ੍ਰਾਸ ਕਰਦੇ ਆ, ਆਪਣੇ ਵੈਸੇ ਹੀ ਕੰਮ ਕਰਨ ਦੇ ਤੇ ਉਹ ਸਾਰਾ ਜਿਹੜਾ ਵਰਕ ਅਸੀਂ ਕਰਦੇ ਸੀ ਰੂਟੀਨ, ਉਹਦੇ ਵਿੱਚ ਵੀ ਸਲੋਨੈਸ ਆ ਜਾਂਦੀ ਹੈ। ਤੁਸੀਂ ਨੋਟ ਕਰਿਓ ਉਹਨਾਂ ਜਿਵੇਂ ਬਾਡੀ ਸਲੋ ਡਾਊਨ ਹੋ ਗਈ ਹੈ। ਹਾਂ ਹਾਂ, ਤਾਂ ਇਟਸ ਨਾਰਮਲ, ਇਟਸ ਨਾਰਮਲ। ਉਹਦੇ ਵਿੱਚ ਕੀ ਹੈ ਕਿ ਉਹ ਮੈਨੂੰ ਲੱਗਦਾ ਬਟ ਯੂ ਆਰ ਸੋ ਐਕਟਿਵ, ਠੀਕ ਹੈ ਨਾ। ਤੁਸੀਂ ਹੁਣ ਇੱਥੇ ਪ੍ਰੋਗਰਾਮ ਪਰਫਾਰਮ ਕਰ ਰਹੇ ਹੋ, ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ, ਠੀਕ ਹੈ ਨਾ। ਜਿਹੜਾ ਅਸੀਂ ਇੱਥੇ ਬੈਠ ਕੇ ਇੱਕ ਮਤਲਬ ਦਿਸ ਇਜ਼ ਅ ਪਲੇਟਫਾਰਮ ਜਿੱਥੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਹੈ, ਇੰਡੀਪੈਂਡੈਂਟ ਹੋਣਾ ਚਾਹੀਦਾ, ਕਿਸੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਮਤਲਬ ਫੇਰ ਵੀ ਲੋਕਾਂ ਨੂੰ ਹੋ ਜਾਂਦੀ ਹੈ। ਜਿਵੇਂ ਸਰੋਜ ਜੀ ਦੱਸ ਰਹੇ ਸੀ ਵੀ ਉਹਨਾਂ ਦੇ ਹਸਬੈਂਡ ਜਿਹੜੇ ਸੀਗੇ ਉਹ ਬਹੁਤ ਐਕਟਿਵ ਸੀਗੇ, ਔਰ ਕਈ ਵਾਰੀ ਕਈਆਂ ਨੂੰ ਨਾ ਸੱਟ ਵੱਜ ਜਾਂਦੀ ਹੈ ਬ੍ਰੇਨ ਤੇ। ਉਹਨਾਂ ਦਾ ਕੋਈ ਪਾਰਟ ਹੈ ਜਿਹੜਾ ਬ੍ਰੇਨ ਦਾ, ਆਪਣੇ ਅਲੱਗ-ਅਲੱਗ ਬ੍ਰੇਨ ਦੇ ਪਾਰਟਸ ਅਲੱਗ-ਅਲੱਗ ਆਪਣੀਆਂ ਬਾਡੀ ਫੰਕਸ਼ਨਸ ਨੂੰ ਉਹ ਕਰਦੇ ਆ ਨਾ, ਤੇ ਜਿਹੜਾ ਬ੍ਰੇਨ ਦਾ ਪਾਰਟ ਹੈ ਜਿਹਦੇ ਨਾਲ ਅਸੀਂ ਕੁਝ ਫੀਲ ਕਰਦੇ ਆ ਤੇ ਇਮੋਸ਼ਨਸ ਨਾਲ ਕੰਸਰਨਡ ਹੁੰਦਾ, ਉਹ ਪਾਰਟ ਤੇ ਸੱਟ ਵੱਜ ਜਾਂਦੀ ਹੈ। ਜਦੋਂ ਉਹ ਸੱਟ ਵੱਜਣ ਦੇ ਨਾਲ ਹੀ ਉਹ ਪੇਸ਼ੈਂਟ ਨੂੰ ਡਿਮੈਂਸ਼ੀਆ ਹੋ ਜਾਂਦਾ ਹੈ। ਕਈ ਕੇਸਿਸ ਇਹੋ ਜਿਹੇ ਵੀ ਹੁੰਦੇ ਆ, ਤੇ ਉਹ ਜਿਹੜੇ ਪੇਸ਼ੈਂਟਸ ਆ ਉਹ ਵੀ ਜਿਹੜੇ ਡਿਮੈਂਸ਼ੀਆ ਪੇਸ਼ੈਂਟ ਵਰਗਾ ਹੀ ਉਹਨਾਂ ਦਾ ਸਾਰਾ ਬਿਹੇਵੀਅਰ ਐਂਡ ਆਲ ਦੈਟ ਸਾਰਾ ਹੋ ਜਾਂਦਾ। ਕਈ ਵਾਰੀ ਨਾ ਪਿੰਡਾਂ 'ਚ ਮੈਂ ਦੇਖਿਆ, ਕਈ ਵਾਰੀ ਕਈ ਵੀਡੀਓਜ਼ ਕਿੰਨੀਆਂ ਪੋਸਟ ਹੁੰਦੀਆਂ ਨੇ ਅੱਜ ਕੱਲ੍ਹ, ਭਾਵੇਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ। ਜੀ ਜੀ, ਤੇ ਉਹ ਜੀ ਆਪਣੇ ਬਜ਼ੁਰਗ ਨੂੰ ਕਹਿ ਰਹੇ ਇਹਦਾ ਤਾਂ ਦਿਮਾਗ ਹਿੱਲਿਆ ਹੋਇਆ ਹੈ ਨਾ। ਇਹ ਆਮ ਦੇਖੋ ਇਹ ਗੱਲ ਦੈਟਸ ਬੈਡ। ਐਕਚੁਅਲੀ ਉਹ ਜਿਹੜਾ ਬਜ਼ੁਰਗ ਹੈ ਉਹ ਕਿਸੇ ਮੈਂਟਲ ਹੈਲਥ ਇਸ਼ੂ ਹੈ ਉਹਨਾਂ ਨੂੰ ਕੋਈ, ਤਾਂ ਹੈ ਉਹਨਾਂ ਦੀ ਇਹ ਹਾਲਤ। ਹਾਂ, ਇੱਕ ਮੈਂ ਵੀਡੀਓ 'ਚ ਦੇਖਿਆ, ਇੱਕ ਕੋਈ ਬਜ਼ੁਰਗ ਔਰਤ ਸੀ ਤੇ ਉਹਨਾਂ ਨੇ ਕਾਫੀ ਮੈਂ ਕਿਹਾ 25-30 ਫੁੱਟ ਲੰਬੀ ਰੱਸੀ ਉਹਦੇ ਪੈਰ ਨੂੰ ਬੰਨੀ ਹੋਈ ਸੀਗੀ। ਹਾਂਜੀ, ਤੇ ਵੀ ਉਹ ਇੱਧਰ ਉੱਧਰ ਬਾਹਰ ਨਾ ਜਾਵੇ, ਉੱਥੇ ਤੱਕ ਹੀ ਜਾ ਸਕਦੀ ਹੈ ਵੀ ਘਰ ਦੇ ਵਿੱਚ ਸਾਰੇ ਫਿਰ ਸਕਦੀ ਹੈ, ਮੇਨ ਡੋਰ ਤੱਕ ਜਾ ਸਕਦੀ ਹੈ, ਦਰਵਾਜ਼ਾ ਖੋਲ ਸਕਦੀ ਹੈ, ਪਰ ਦਰਵਾਜ਼ੇ ਤੋਂ ਬਾਹਰ ਨਹੀਂ ਜਾ ਸਕਦੀ। ਤੇ ਉਹ ਵਿਚਾਰੀ ਅੰਦਰ ਹੀ ਘੁੰਮੀ ਜਾ ਰਹੀ ਹੈ। ਤੇ ਬੈਟਰ ਇਹ ਹੈ ਕਿ ਉਹਨਾਂ ਨੂੰ ਇਹੋ ਜਿਹੇ ਸੈਂਟਰ 'ਚ ਐਡਮਿਟ ਕਰਾਤਾ ਜਾਵੇ। ਜੇ ਉਹ ਘਰੇ ਨਹੀਂ ਉਹਦਾ ਟ੍ਰੀਟਮੈਂਟ ਹੋ ਸਕਦਾ, ਇਹੋ ਜਿਹੇ ਪੇਸ਼ੈਂਟ ਆਈ ਕਰਦੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹੋ ਜਿਹੇ ਜਿਹੜੇ ਡਿਮੈਂਸ਼ੀਆ ਵਾਲੇ ਪੇਸ਼ੈਂਟਸ ਹੁੰਦੇ ਆ ਨਾ, ਜੇ ਤਾਂ ਕੋਈ ਵਾਕ ਕਰਦੇ ਆ ਜਾਂ ਕਿਸੇ ਥੋੜਾ ਇਨੇਬਲ ਟੂ ਵਾਕ ਹੈ, ਤਾਂ ਮਤਲਬ ਜਿਹੜੇ ਅਨੇਬਲਡ ਹੈ ਤੇ ਉਹ ਮਤਲਬ ਨਹੀਂ ਜਾਂਦੇ, ਤੇ ਜਿਹੜੇ ਹੈਗੇ ਆ ਜਾ ਸਕਦੇ ਆ, ਬਹੁਤਾ ਸਟਿਕ ਵਗੈਰਾ ਮਾੜਾ ਮੋਟਾ ਫੜ ਕੇ, ਜਾਂ ਵੈਸੇ ਵੀ ਵਧੀਆ ਹੈਲਥ ਹੈ ਜਿਨ੍ਹਾਂ ਦੀ, ਉਹ ਘਰੋਂ ਬਾਹਰ ਨਿਕਲ ਜਾਂਦੇ ਆ ਭੈਣ ਜੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਦੂਜੇ ਪਾਸੇ ਹੁਣ ਜੇ ਇੰਨੀ ਲੰਬੀ ਰੱਸੀ ਨਾ ਬੰਨਿਆ, ਮੈਨੂੰ ਤਾਂ ਇਹ ਸੀ ਕਿ ਰੱਸੀ ਇੱਧਰ ਰੜ ਕੇ ਉਹ ਆਪ ਹੀ ਨਾ ਡਿੱਗ ਜਾਣ, ਹੋਰ ਸੱਟ ਲੱਗੇਗੀ। ਹਾਂ ਹਾਂ ਹਾਂ, ਔਰ ਦੇਖੋ ਨਾ ਇਹ ਉਹਨਾਂ ਨੂੰ ਮੈਂਟਲੀ ਇਹ ਚੀਜ਼ ਟੌਰਚਰ ਕਿੰਨਾ ਕਰਦੀ ਹੈ ਜਦੋਂ ਉਹਨਾਂ ਨੂੰ ਰੱਸੀ ਨਾਲ ਬੰਨਿਆ ਜਾਂਦਾ। ਬੈਟਰ ਹੈ ਕਿ ਉਹਨਾਂ ਨੂੰ ਅਸੀਂ ਮੈਡੀਸਨ ਦੇ ਦੀ, ਉਹਨਾਂ ਦੀ ਮੈਡੀਕੇਸ਼ਨ ਹੋਵੇ, ਉਹਨਾਂ ਦਾ ਪ੍ਰੋਪਰ ਟੇਕ ਕੇਅਰ ਹੋਵੇ, ਉਹ ਜ਼ਿਆਦਾ ਠੀਕ ਹੈ। ਪਰ ਕਈ ਵਾਰੀ ਉਹ ਨਾ ਕਿ ਸਾਰੇ ਕੰਮਾਂ ਤੇ ਨੇ, ਕਹਿੰਦੇ ਨੇ ਵੀ ਘਰ ਬੰਨ ਕੇ ਚਲ ਜਾਓ ਤੇ ਐਟਲੀਸਟ ਘਰੋਂ ਬਾਹਰ ਤੇ ਨਹੀਂ ਜਾਏਗਾ। ਹਾਂ, ਤੇ ਉਹਨਾਂ ਨੂੰ ਉਹ ਜਿਹੇ ਸੈਂਟਰ ਦੇ ਵਿੱਚ ਐਡਮਿਟ ਕਰਾ ਸਕਦੇ ਆ ਆਪਾਂ। ਦੂਜੇ ਪਾਸੇ ਜਦੋਂ ਸੈਂਟਰ 'ਚ ਐਡਮਿਟ ਕਰਦੇ ਨਾ, ਕਈ ਵਾਰੀ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਕੀ ਕਹਿਣਗੇ ਵੀ ਇਹ ਆਪ ਘਰ ਖਿਆਲ ਨਹੀਂ ਰੱਖ ਸਕਦੇ, ਇਸ ਕਰਕੇ ਉੱਥੇ ਮਤਲਬ ਉਹਨਾਂ ਦੀ ਸੋਚ ਹੈ ਨਾ, ਸੋਚ ਹੈ। ਇਹਦੇ ਸਪੈਸ਼ਲ ਸੈਂਟਰਸ ਬਣੇ ਹੋਏ, ਇਵਨ ਇੰਡੀਆ 'ਚ ਵੀ ਇਹਦੇ ਸਪੈਸ਼ਲ ਸੈਂਟਰਸ ਬਣੇ ਹੋਏ ਆ। ਸੋ ਇਹਨਾਂ ਨੂੰ ਫਿਰ ਹੁਣ ਸੋਚਣ ਸ਼ਕਤੀ ਉਹਨਾਂ ਦੀ, ਕਈ ਵਾਰੀ ਆਪਾਂ ਉਹਨਾਂ ਨੂੰ ਦੱਸਦੇ ਹਾਂ, ਤੁਸੀਂ ਹੁਣ ਜਿਵੇਂ ਅੱਗੇ ਵੀ ਇਹਦੇ ਬਾਰੇ ਗੱਲ ਕੀਤੀ, ਨਹੀਂ ਉਹਨਾਂ ਨੂੰ ਸਮਝ ਲੱਗਦੀ, ਤੇ ਬਾਰ-ਬਾਰ ਜੋ ਕਹਿ ਰਹੇ ਨੇ ਸੋ ਚੁੱਪ ਕਰਕੇ ਸੁਣੀ ਜਾਓ, ਇਹਦੇ ਵਿੱਚ ਉਹਨਾਂ ਦੀ ਹਾਂ 'ਚ ਹਾਂ ਰਲਾਈ ਜਾਓ, ਕਿਉਂਕਿ ਉਹਨਾਂ ਨੂੰ
ਅਗਲੇ ਮਿੰਟ ਫਿਰ ਭੁੱਲ ਜਾਣਾ ਉਹਨਾਂ ਨੇ ਕਿਹਾ। ਬਿਲਕੁਲ ਬਿਲਕੁਲ ਸੋ ਬੈਟਰ ਉਸ ਟਾਈਮ ਇਹੀ ਹੈ ਕਿ ਤੁਸੀਂ ਉਹਨਾਂ ਦੀ ਹਾਂ ਸ਼ਾਮ ਲਈ ਜਾਓ। ਬਿਲਕੁਲ। ਔਰ ਕਈ ਥਾਵਾਂ ਤੇ ਇਹ ਹੁੰਦਾ ਜਿਹੜਾ ਡਿਮੈਂਸ਼ੀਆ ਵਾਲਾ ਪੇਸ਼ੈਂਟ ਉਹਨੂੰ ਤਾਂ ਕੁਝ ਪਤਾ ਨਹੀਂ ਚੱਲਦਾ, ਉਹਨਾਂ ਨੇ ਕੁਝ ਕਹਿਤਾ, ਤੁਸੀਂ ਆਰਗੂ ਕਰ ਰਹੇ ਹੋ ਉਹਦੇ ਨਾਲ ਅੱਗੋਂ, ਉਹ ਉਹਨਾਂ ਦੀ ਬੇਵਕੂਫੀ ਨਹੀਂ ਸ਼ੋ ਹੋ ਰਹੀ, ਉਹ ਸਾਡੀ ਆਪਣੀ ਬੇਵਕੂਫੀ ਸ਼ੋ ਹੋ ਰਹੀ ਹੈ ਕਿ ਅਸੀਂ ਉਹਨਾਂ ਨਾਲ ਆਰਗੂ ਕਰ ਰਹੇ ਹਾਂ। ਵੀ ਸਾਨੂੰ ਪਤਾ ਹੈ, ਵੀ ਅੰਡਰਸਟੈਂਡ ਕਿ ਇਹਨਾਂ ਨੂੰ ਡਿਮੈਂਸ਼ੀਆ ਹੈ, ਇਵਨ ਫਿਰ ਵਾਈ ਟੂ ਆਰਗੂ ਵਿਦ ਦਿਸ ਪੀਪਲ। ਪਰ ਪਿੰਡਾਂ 'ਚ ਕਈ ਵਾਰੀ ਕਹਿ ਲਓ ਜਾਂ ਇੱਥੇ ਵੀ ਚੰਗੇ ਭਲੇ, ਜ਼ਰੂਰੀ ਨਹੀਂ ਪਿੰਡਾਂ ਦੀ ਗੱਲ ਕਰਾਂ ਮੈਂ, ਸ਼ਹਿਰਾਂ 'ਚ ਵੀ ਕਈ ਲੋਕ ਇਹੀ ਐਕਸੈਪਟ, ਜਿਵੇਂ ਸੋਚਦੇ ਕਿ ਐਕਸੈਪਟ ਕਰੋ, ਉਹੀ ਨਹੀਂ ਕਹਦੇ ਕਿ ਇਹ ਬਿਮਾਰ ਨੇ, ਵੀ ਚੰਗੇ ਭਲੇ ਦੇ ਸੀ, ਆਪਣੀ ਰੋਟੀ ਖਾਣ ਲੱਗਿਆ। ਇਹ ਤਾਂ ਆਮ ਹੀ ਹੈ ਜੀ, ਮੈਂ ਤੁਹਾਨੂੰ ਦੱਸਦਾ। ਅਸੀਂ ਤਾਂ ਜਿਵੇਂ ਹੁਣ ਸਾਡੇ ਘਰ ਦੇ ਵਿੱਚ ਵੀ ਮੇਰੇ ਮਦਰ ਹੈਗੇ ਆ, ਹੋਰ ਆਲੇ ਦੁਆਲੇ 'ਚ ਵੀ ਮੇਰੇ 2-3 ਪੇਸ਼ੈਂਟ ਹੈ। ਮੈਂ ਤਾਂ ਇਹ ਦੇਖਿਆ ਕਿ ਜੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਇਹਨੂੰ ਪਤਾ ਕਿਉਂ ਨਹੀਂ ਚੱਲਦਾ, ਸਭ ਪਤਾ ਚੱਲਦਾ ਇਹਨੂੰ, ਕਦੇ ਕਦੇ ਤਾਂ ਜਮਾਂ ਠੀਕ ਹੋ ਜਾਂਦੇ ਆ, ਹਨਾ। ਮਤਲਬ ਉਹ ਉਹੀ ਨਾ ਵੀ ਉਹ ਐਕਸੈਪਟ ਹੀ ਨਹੀਂ ਕਰਦੇ ਵੀ ਇਹਨਾਂ ਨੂੰ ਡਿਜ਼ੀਜ਼ ਹੈ। ਮੇਰਾ ਤਾਂ ਖਿਆਲ ਭੈਣ ਜੀ 50% ਲੋਕ ਹੈ ਨਾ ਜਿਹੜੇ ਉਹ ਐਕਸੈਪਟ ਹੀ ਨਹੀਂ ਕਰਦੇ, ਔਰ ਕਈ ਲੋਕਾਂ ਨੂੰ ਪਤਾ ਵੀ ਹੁੰਦਾ ਵੀ ਇਹਨਾਂ ਨੂੰ ਡਿਜ਼ੀਜ਼ ਹੈ, ਉਹ ਲੁਕੋ ਲੈਂਦੇ ਆ, ਲੋਕਾਂ ਨੂੰ ਪਤਾ ਨਾ ਲੱਗੇ। ਹਾਂ, ਵੀ ਲੋਕਾਂ ਨੂੰ ਪਤਾ ਨਾ ਚੱਲ ਜੇ, ਉਹ ਕਹਿਣਗੇ ਵੀ ਇਹ ਕਮਲਾ ਹੋ ਗਿਆ ਨਾ ਦਾ ਬਜ਼ੁਰਗ ਜਾਂ ਕੁਛ ਹੋ ਗਿਆ, ਹਨਾ। ਵੀ ਇਹ ਗੱਲਾਂ ਵੀ ਕਈ ਚੱਲਦੀਆਂ। ਮੁਲਾਕਾਤ ਪ੍ਰੋਗਰਾਮ 'ਚ ਅਸੀਂ ਗੱਲਬਾਤ ਅਲਜ਼ਾਈਮਰਸ ਬਾਰੇ ਕਰ ਰਹੇ ਹਾਂ। ਅਲਜ਼ਾਈਮਰ ਇੱਕ ਜਿਵੇਂ ਕਾਫੀ ਦੱਸ ਚੁੱਕੇ ਹਾਂ ਕਿ ਭੁੱਲਣ ਵਾਲੀ ਬਿਮਾਰੀ, ਔਰ ਇਹੋ ਜਿਹੇ ਜਿਹੜੇ ਪੇਸ਼ੈਂਟਸ ਨੇ ਇਹਨਾਂ ਦੇ ਨਾਲ ਸਾਨੂੰ ਕਿਵੇਂ ਡੀਲ ਕਰਨਾ ਚਾਹੀਦਾ। ਜਿਹੜੇ ਕੇਅਰ ਗਿਵਰ ਨੇ, ਆਈ ਥਿੰਕ ਉਹਨਾਂ ਦਾ ਕੰਮ ਥੋੜਾ ਜਿਹਾ ਵੱਧ ਜਾਂਦਾ, ਪਰ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਜ਼ਿਆਦਾ ਉਸ ਟਾਈਮ ਮੈਨੇ ਰੱਖਦੀ ਹੈ ਕਿ ਉਹ ਅੰਡਰਸਟੈਂਡ ਕਿਵੇਂ ਕਰਦੇ ਨੇ ਤੇ ਆਪਣੇ ਆਪ ਦਾ ਵੀ ਉਹ ਕਿਵੇਂ ਖਿਆਲ ਰੱਖਦੇ ਨੇ। ਮਤਲਬ ਉਹਨਾਂ ਨੂੰ ਪਹਿਲਾਂ ਬਸ ਇੱਕ ਉਹਨਾਂ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਵੀ ਇਹ ਮਰੀਜ਼ ਹੈ, ਇਹ ਜੋ ਮਰਜ਼ੀ ਕਵੇ, ਹਾਂਜੀ, ਜੋ ਮਰਜ਼ੀ ਕਰੇ, ਜੋ ਮਰਜ਼ੀ ਕਵੇ, ਮਤਲਬ ਉਹਨਾਂ ਉਹ ਐਕਸੈਪਟ ਕਰਨ। ਤੇ ਦੂਸਰਾ ਇਹ ਵੀ ਭੈਣ ਜੀ ਦੇਖੋ, ਅਲਜ਼ਾਈਮਰ ਵਾਲਾ ਜਾਂ ਡਿਮੈਂਸ਼ੀਆ ਵਾਲਾ ਜਿਹੜਾ ਪੇਸ਼ੈਂਟ ਹੈ, ਕੋਈ ਵੀ ਇਹਨੂੰ ਸਾਂਭਣਾ, ਦੇਖੋ ਫੈਮਿਲੀ ਮੈਂਬਰ ਲਈ ਵੀ ਮੈਂ ਅੰਡਰਸਟੈਂਡ ਕਰਦੀ ਹਾਂ, ਬਟ ਇਟਸ ਵੈਰੀ ਡਿਫਿਕਲਟ। ਪਰ ਹੁਣ ਜਦੋਂ ਆਪਣੇ ਤੇ ਪ੍ਰੋਬਲਮ ਆ ਹੀ ਗਈ ਮੈਂਬਰ ਤੇ, ਫੈਮਿਲੀ ਮੈਂਬਰ ਤੇ, ਤਾਂ ਆਪਣੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਉਹਨੂੰ ਐਕਸੈਪਟ ਕਰੀਏ। ਹਾਂਜੀ। ਪਰ ਦੂਜੇ ਪਾਸੇ ਅੱਗੇ ਜਿਵੇਂ ਤੁਸੀਂ ਅੱਗੇ ਦੱਸਿਆ ਵੀ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ, ਆਪਾਂ ਕਹਿੰਦੇ ਨਾ ਵਿਰਾਸਤ 'ਚ ਮਿਲ ਜਾਂਦੀਆਂ ਨੇ ਜੀ। ਸੋ ਇਹ ਕਿਹੋ ਜਿਹੀ ਬਿਮਾਰੀ ਹੈ ਕਿ ਆਪਾਂ ਤੁਸੀਂ ਕਹਿ ਰਹੇ ਹੋ ਕਿ 5 ਤੋਂ 10% ਹੀ, ਇਸ ਤੋਂ ਜ਼ਿਆਦਾ ਨਹੀਂ। ਹਾਂ, ਇਹ ਇਨਹੈਰਿਟਡ ਨਹੀਂ ਹੈ, ਮਤਲਬ 5% ਆਪਾਂ ਕਹਿ ਸਕਦੇ ਹਾਂ ਵੀ ਚਲੋ ਇਨਹੈਰਿਟੈਂਸ ਹੋ ਸਕਦੀ ਹੈ। ਤੇ ਫੈਮਿਲੀ ਮੈਂਬਰਸ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜ਼ਰੂਰੀ ਨਹੀਂ ਹੈ ਵੀ ਇਹਨਾਂ ਨੂੰ ਹੋਗੀ ਅੱਗੋਂ ਸਾਨੂੰ ਵੀ ਹੋਊਗੀ, ਇਹ ਨਹੀਂ ਹੈਗਾ। ਤੇ ਹੁਣ ਓਕੇ, ਅਲਜ਼ਾਈਮਰ ਜਦੋਂ ਇਹ ਸ਼ੁਰੂ ਹੁੰਦੀ ਹੈ ਤੇ ਦਿਮਾਗ ਦੀ, ਹਾਂਜੀ, ਪਰ ਹੁਣ ਜਿਵੇਂ ਅੱਗੇ ਆਪਣਾ ਸਰੋਜ ਨੇ ਵੀ ਇਹਦੇ ਬਾਰੇ ਗੱਲਬਾਤ ਕੀਤੀ ਹੈ, ਆਪਾਂ ਐਕਸੈਪਟ ਹੀ ਨਹੀਂ ਕਰਦੇ ਕਿ ਇਹ ਭੁੱਲ ਰਿਹਾ ਬੰਦਾ। ਤੇ ਜੇ ਅਰਲੀ ਸਟੇਜ ਦੇ ਵਿੱਚ, ਹੁਣ ਆਪਣਾ ਮਕਸਦ ਅੱਜ ਦਾ ਪ੍ਰੋਗਰਾਮ ਕਰਨ 'ਚ ਇਹ ਹੈ ਕਿ ਜੇ ਅਰਲੀ ਸਟੇਜ ਦੇ ਵਿੱਚ ਇਹ ਬਿਮਾਰੀ ਫੜੀ ਜਾਏ ਤੇ ਇਹ ਤੁਸੀਂ ਕਹਿ ਲਓ ਇਹਨੂੰ ਲਟਕਾ ਸਕਦੇ ਹੋ ਵੀ ਉਹਨੂੰ ਅਸੀਂ, ਹੈ ਤਾਂ ਰਿਵਰਸੀਬਲ, ਹਾਂਜੀ, ਰਿਵਰਸ ਨਹੀਂ ਹੋ ਸਕਦੀ। ਹਾਂ, ਤੇ ਮਤਲਬ ਇਹਨੂੰ ਅਸੀਂ ਲਿੰਗਰ ਔਨ ਕਰ ਸਕਦੇ ਹਾਂ, ਬਈ ਜਿਹੜਾ ਪੇਸ਼ੈਂਟ ਹੈ ਉਦੋਂ ਵਧੇ ਨਾ ਉਹਦੀ ਪ੍ਰੋਬਲਮ, ਉਹਨੂੰ ਪੂਰੀ ਸਪੋਰਟ ਦੇ ਕੇ, ਪੂਰਾ ਜਿੱਥੇ ਉਹਦੀਆਂ ਕੋਈ ਕਾਉਂਸਲਿੰਗ ਹੁੰਦੀ ਹੈ ਜਾਂ ਜੋ ਐਕਟੀਵਿਟੀਜ਼ ਉਹਨਾਂ ਨੂੰ ਕਰਵਾਈਆਂ ਜਾਂਦੀਆਂ ਇਹੋ ਜਿਹੇ ਪੇਸ਼ੈਂਟਸ ਨੂੰ, ਉੱਥੇ ਅਸੀਂ ਲੈ ਕੇ ਜਾਈਏ ਉਹਨਾਂ ਨੂੰ। ਪਰ ਪਹਿਲੇ ਤੇ ਆਪ ਹੀ ਦੇਖੀਏ ਨਾ ਕਿ ਤੁਸੀਂ ਉਹਨੂੰ ਡਾਕਟਰ ਕੋਲ ਜਾਓ, ਪੁੱਛੋ ਕਿ ਐਗਜ਼ੈਕਟਲੀ ਇਹ ਬਿਮਾਰੀ ਉਹਨੂੰ ਹੈ ਕਿ ਨਹੀਂ ਹੈ। ਕਈ ਵਾਰੀ ਵੈਸੇ ਆਪਾਂ ਭੁੱਲ ਜਾਂਦੇ ਤਾਂ ਲੋਕਾਂ ਨੂੰ ਵਹਿਮ ਹੋ ਜਾਂਦਾ ਕਿ ਮੈਨੂੰ ਭੁੱਲਣ ਦੀ ਬਿਮਾਰੀ ਹੋ ਗਈ, ਮੈਨੂੰ ਅਲਜ਼ਾਈਮਰ ਹੋ ਗਿਆ, ਹਨਾ। ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ ਕਿ ਅਲਜ਼ਾਈਮਰ ਨਹੀਂ ਹੈ, ਕਿਉਂਕਿ ਦੇਖੋ ਇਹਦੀਆਂ ਭੈਣ ਜੀ ਜਿਵੇਂ ਸਟੇਜਿਸ ਹੈ, ਜਿਹੜੀ ਅਰਲੀ ਸਟੇਜ ਹੁੰਦੀ ਹੈ ਨਾ, ਉਹਦੇ 'ਚ ਜਿਹੜਾ ਪੇਸ਼ੈਂਟ ਹੈ ਉਹ ਬਹੁਤ ਮਾਈਲਡ ਹੁੰਦੀ ਹੈ। ਪੇਸ਼ੈਂਟ ਜਿਹੜਾ ਹੁੰਦਾ ਉਹ ਫੁੱਲੀ ਅਵੇਅਰ ਹੁੰਦਾ ਕਿ ਉਹਦੀ ਕੀ ਕੰਡੀਸ਼ਨ ਹੈ ਤੇ ਉਹਨੂੰ ਬਹੁਤ ਥੋੜੀ ਬਹੁਤ ਹੀ ਲੋੜ ਪੈਂਦੀ ਹੈ ਅਸਿਸਟੈਂਸ ਦੀ, ਅਦਰਵਾਈਜ਼ ਨਹੀਂ ਪੈਂਦੀ ਉਹਨੂੰ ਲੋੜ। ਤੇ ਜਿਹੜੀ ਮਿਡਲ ਸਟੇਜ ਹੁੰਦੀ ਹੈ ਇਹਦੀ, ਉਹਦੇ 'ਚ ਨੋਟਿਸੇਬਲ ਜਿਹੜੇ ਉਹਦੇ ਉਹ ਸਿੰਪਟਮਸ ਸ਼ੁਰੂ ਹੋ ਜਾਂਦੇ ਹੈਗੇ ਆ, ਉਹਦੇ 'ਚ ਉਹਨੂੰ ਥੋੜੀ ਬਹੁਤ ਘਰ ਜਿਹੜੀ ਉਹਦੇ ਡੇਲੀ ਕੰਮ ਕਾਜ ਹੈ ਉਹਦੇ 'ਚ ਥੋੜੀ ਬਹੁਤ ਲੋੜ ਪੈਂਦੀ ਹੈ। ਔਰ ਜਿਹੜੇ ਲੇਟ ਸਟੇਜ ਦੇ ਵਿੱਚ ਹੈਗੇ ਉਹਦੇ 'ਚ ਤਾਂ ਉਹ ਮਤਲਬ
ਗੱਲਬਾਤ ਵੀ ਨਹੀਂ ਕਰ ਸਕਦੇ, ਸਾਂਝੀ ਕਮਿਊਨੀਕੇਟ ਹੀ ਨਹੀਂ ਕਰ ਸਕਦੇ ਵਰਬਲੀ ਕਿਸੇ ਦੇ ਨਾਲ, ਹਨਾ, ਤਾਂ ਉਸ ਵੇਲੇ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਪੈ ਜਾਂਦੀ ਹੈਗੀ ਹੈ। ਔਰ ਜਿਹੜਾ ਐਂਡ ਆਫ ਲਾਈਫ ਤਾਂ ਜਿਹੜਾ ਸੋਚਣ ਸ਼ਕਤੀ ਉਹਨਾਂ ਦੀ ਘਟ ਜਾਂਦੀ ਹੈ, ਬੈੱਡ ਰਿਡਨ ਹੋ ਜਾਂਦੇ ਆ, 24 ਘੰਟੇ ਉਹਨਾਂ ਨੂੰ ਹੈਲਪ ਦੀ ਲੋੜ ਹੈ ਉਸ ਵੇਲੇ। ਸੋ ਇਹ ਫੈਮਿਲੀ ਤੇ ਡਿਪੈਂਡ ਕਰਦਾ ਹੈ। ਹਾਂ, ਤੇ ਤੁਸੀਂ ਜਿਹੜਾ ਇਹ ਰਿਸਕ ਹੈ ਅਲਜ਼ਾਈਮਰ ਦਾ, ਇਹ ਪਹਿਲੇ ਥੋੜਾ ਜਿਹਾ ਘਟਾ ਸਕਦੇ ਹੋ ਆਪਣਾ ਲਾਈਫ ਸਟਾਈਲ ਆਪਣਾ, ਜੇ ਅਰਲੀ ਪਤਾ ਲੱਗ ਗਿਆ ਤੇ ਨੈਚੁਰਲੀ ਤੁਸੀਂ ਰਾਈਟ ਵੇ ਤੁਸੀਂ ਆਪਣੇ ਡਾਕਟਰ ਨੂੰ, ਆਪਣੇ ਕੇਅਰ ਗਿਵਰ ਜਿਹੜੇ ਨੇ ਥੋੜੇ ਜਿਹੇ, ਹਾਂਜੀ, ਉਹਨਾਂ ਨੂੰ ਪਤਾ ਲੱਗ ਜੇ ਤੇ ਫਿਰ ਨੈਚੁਰਲੀ ਤੁਹਾਨੂੰ ਥੋੜਾ ਜਿਹਾ, ਹੁਣ ਜਿਵੇਂ ਅੱਗੇ ਵੀ ਕਹਿ ਰਹੇ ਕਿ ਪੇਸ਼ੈਂਟਸ ਦੀ ਬਹੁਤ ਲੋੜ ਹੈ, ਆਪਾਂ ਕਾਲੇ ਨਹੀਂ ਪੈ ਸਕਦੇ ਹਰ ਗੱਲ। ਉਹਨਾਂ ਨੂੰ ਸਿੰਪਟਮਸ ਆਪਾਂ ਦੱਸੇ ਅਕੋਰਡਿੰਗ ਟੂ ਸਿੰਪਟਮ, ਉਹਨਾਂ ਦੀਆਂ ਡਿਫਰੈਂਟ ਸਟੇਜਿਸ ਹੈ। ਤੇ ਮਤਲਬ ਜੇ ਕਿੰਨੀ ਵਾਰੀ ਫਿਰ ਪੇਸ਼ੈਂਟ ਹੈ ਜਿਹੜੇ ਚਾਹੇ ਵਾਕ ਕਰਦੇ ਆ, ਉਹਨਾਂ ਦਾ ਦਿਲ ਹੀ ਨਹੀਂ ਕਰਦਾ ਤੁਰਨ ਦਾ, ਚਲੋ ਜੇ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਕਿਤੇ ਤੋਰ ਕੇ ਉਹਨਾਂ ਨੂੰ ਕਹੋ ਤੁਸੀਂ ਵਾਸ਼ਰੂਮ ਤੱਕ ਜਾਓ, ਜਾਂ ਕਿ ਜੇ ਉਹ ਨਹੀਂ ਜਾ ਸਕਦੇ ਤਾਂ ਵੀ ਸ਼ੁੱਡ ਐਕਸੈਪਟ ਕਿ ਬਈ ਨਹੀਂ ਇਹ ਹੁਣ ਨਹੀਂ ਜਾ ਸਕਦੇ ਹੈਗੇ, ਫਿਰ ਡਾਇਪਰ ਵਗੈਰਾ ਯੂਜ਼ ਕਰ ਲੈਣੇ ਚਾਹੀਦੇ ਆ। ਇੱਕ ਜੇ ਪੇਸ਼ੈਂਟ ਕੁਝ ਮੰਗੇ ਖਾਣ ਨੂੰ ਤਾਂ ਉਹਨੂੰ ਦੇ ਦੇਣਾ ਚਾਹੀਦਾ, ਨੋ ਮੈਟਰ ਵਟ ਵੀ। ਜਿਵੇਂ ਕਈ ਵਾਰੀ ਕਹਿੰਦੇ ਨਾ ਕਿ ਇਹਨੂੰ ਤਾਂ ਕੋਈ ਡਾਇਬੈਟਿਕ ਹੈ ਤਾਂ ਉਹਨੂੰ ਮਿੱਠੀਆਂ ਚੀਜ਼ਾਂ ਬਿਲਕੁਲ ਆਉਂਦਾ ਹੀ ਹੈ, ਪਰ ਉਹ ਤਾਂ ਮਿੱਠਾ ਖਾਣ ਨੂੰ ਜੀ ਕਰ ਰਿਹਾ। ਮਿੱਠੀਆਂ ਚੀਜ਼ਾਂ ਦਿਓ ਜਿਹਦੇ ਵਿੱਚ ਆਰਟੀਫਿਸ਼ਲ ਮਿੱਠਾ ਪਾਇਆ ਹੋਇਆ, ਜਿਵੇਂ ਸਟੀਵੀਆ ਵਗੈਰਾ ਕੁਛ ਆਂਦਾ ਪਾਇਆ ਹੋਇਆ, ਉਹ ਦੇ ਦਿਓ ਉਹਨਾਂ ਨੂੰ। ਪਰ ਕਈਆਂ ਨੂੰ ਨਾ ਆਰਟੀਫਿਸ਼ਲ ਸਵੀਟਨਰ ਨਾਲ ਜਿਵੇਂ ਸਿਰ ਪੀੜ ਤੇ ਮੈਨੂੰ ਵੀ ਹੁੰਦਾ, ਬਟ ਸਟੀਵੀਆ ਜਿਵੇਂ ਹਰਬਲ ਹੈ ਉਹ ਦੇ ਦਿਓ। ਹੋਰ ਕਿੰਨਾ ਕੁਝ ਹੁੰਦਾ ਹੈਗਾ, ਆਪਾਂ ਉਹਨੂੰ ਮਤਲਬ ਉਹਦਾ ਕੋਈ ਸਪਲੀਮੈਂਟ ਦੇ ਸਕਦੇ ਹਾਂ ਉਵੇਂ ਦਾ। ਪਰ ਜੇ ਥੋੜਾ ਬਹੁਤ ਖਾ ਵੀ ਲੈਣਗੇ ਕੀ ਫਰਕ ਪੈਂਦਾ? ਮੈਡੀਸਨ ਤਾਂ ਚਲਦੀ ਹੁੰਦੀ ਹੈ, ਐਕਸਰਸਾਈਜ਼ ਨਹੀਂ ਹੁੰਦੀ ਉਹਨਾਂ ਦੀ, ਉਹ ਡਿਫਰੈਂਟ ਗੱਲ ਹੈ। ਬਟ ਫਿਰ ਵੀ ਮੇਰੇ ਸਟੀਵੀਆ ਵਗੈਰਾ ਪਾ ਕੇ ਅੱਜ ਕੱਲ ਕਈ ਕੁਝ ਬਣ ਜਾਂਦਾ ਭੈਣ ਜੀ, ਇਵਨ ਬਰਫੀ ਵਿਦ ਸਟੀਵੀਆ ਮਿਲਦੀ ਹੈ ਅੱਜ ਕੱਲ। ਅੱਜ ਕੱਲ ਤੇ ਸਾਰਾ ਕੁਝ ਮਿਲਣ ਲੱਗ ਗਿਆ ਵੈਸੇ, ਪਰ ਘਰ ਵੀ ਆਪਾਂ ਜੇ ਉਹਨਾਂ ਦਾ ਦਿਲ ਕਰਦਾ ਉਹਨਾਂ ਨੂੰ ਮਤਲਬ ਡਾਂਟਣ ਨਾਲੋਂ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਨਾਲੋਂ ਕਿ ਨਹੀਂ ਤੂੰ ਨਹੀਂ ਇਹ ਖਾਣੀ, ਤੂੰ ਇਹ ਕਰ ਹੀ ਨਹੀਂ ਸਕਦਾ ਜਾਂ ਕੁਛ, ਇੱਕ ਜਿਵੇਂ ਸਾਰੇ ਫੈਮਿਲੀ ਮੈਂਬਰਸ ਹੈ ਨਾ, ਜਿਵੇਂ ਬੈਠ ਕੇ ਗੱਲ ਕਰਦੇ ਆ। ਮੇਰੇ ਇੱਕ ਰਿਲੇਟਿਵ ਹੈ, ਉਹਨਾਂ ਦੇ ਮਤਲਬ ਮਦਰ ਨੂੰ ਹੈ ਇਹ, ਮੈਂ ਆਪਣੇ ਮਦਰ ਦੀ ਨਹੀਂ ਗੱਲ ਕਰਦੀ, ਉਹਨਾਂ ਨੇ ਕੀ ਕਰਨਾ ਜਦੋਂ ਸਾਰੇ ਫੈਮਿਲੀ ਮੈਂਬਰਸ ਨੇ ਇਕੱਠੇ ਹੋਣਾ ਨਾ, ਉਹ ਆਪਦੇ ਮਦਰ ਦੇ ਰੂਮ 'ਚ ਹੀ ਉਹਨਾਂ ਨੇ 7, 8, 9, 10 ਚੇਅਰਸ ਲਾਈਆਂ ਹੋਈਆਂ, ਸਾਰੇ ਨੇ ਉੱਥੇ ਹੀ ਇਕੱਠੇ ਹੋਣਾ। ਉਹਨਾਂ ਨੂੰ ਭਾਵੇਂ ਉਹਨਾਂ ਦੇ ਮਦਰ ਨੂੰ ਡਿਮੈਂਸ਼ੀਆ ਹੈ, ਦੇਖੋ ਉਹਨਾਂ ਨੂੰ ਕਿੰਨਾ ਸਕੂਨ ਮਿਲਦਾ ਹੋਣਾ, ਚਾਹੇ ਉਹ 100% ਨਹੀਂ, ਕੋਈ 2%, 3% ਤਾਂ ਸ਼ੀ ਕੈਨ ਥਿੰਕ ਓਵਰ ਵੀ ਮੇਰੀ ਸਾਰੀ ਫੈਮਿਲੀ ਮੇਰੇ ਨਾਲ ਹੈ, ਮੇਰੇ ਬੱਚੇ ਮੇਰੇ ਕੋਲ ਬੈਠੇ ਹੈ। ਇਹ ਚੀਜ਼ਾਂ ਸਕੂਨ ਦਿੰਦੀਆਂ, ਸਪੋਰਟ ਦਿੰਦੀਆਂ ਉਹਨਾਂ ਨੂੰ। ਸੋ ਇਹ ਪਰ ਇਹ ਹੈ ਕਿ ਸਾਰਿਆਂ ਨੂੰ ਇਹਦੇ ਬਾਰੇ ਧਿਆਨ ਰੱਖੇ। ਹਾਂ, ਮਤਲਬ ਉਹੀ ਨਾ, ਜੇ ਅਸੀਂ ਐਕਸੈਪਟ ਕਰ ਲਾਂਗੇ ਵੀ ਇਹ ਸਾਡਾ ਮਰੀਜ਼ ਹੈ ਤੇ ਫਿਰ ਅਸੀਂ ਉਹਦੇ ਅਕੋਰਡਿੰਗਲੀ ਉਹਦਾ ਧਿਆਨ ਰੱਖਾਂਗੇ। ਹਾਂਜੀ, ਤੇ ਹੁਣ ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਲਜ਼ਾਈਮਰ ਹੈ they can still live well, ਹੈ ਨਾ? ਬਿਲਕੁਲ ਬਿਲਕੁਲ, ਮਤਲਬ ਇਹ ਨਹੀਂ ਕਿ ਇੱਕ ਵਾਰੀ ਬਿਮਾਰੀ ਸ਼ੁਰੂ ਹੋ ਗਈ ਹੈ ਤੇ ਤੁਸੀਂ, ਹਾਂ, ਉਹ ਹੌਲੀ ਹੌਲੀ ਵੱਧਦੀ ਹੈ ਬਿਮਾਰੀ, we can linger it on। ਪਰ ਇਹ ਆ ਕਿ ਜੇ ਪਹਿਲੇ ਹੀ ਤੁਹਾਡਾ ਸਪੋਰਟ ਸਿਸਟਮ ਚੰਗਾ ਹੋਵੇ, ਪਹਿਲੇ ਬਿਮਾਰੀ ਨੂੰ ਫੜ ਲਓ ਤੁਸੀਂ, ਬਿਲਕੁਲ, ਤੇ ਹਾਊ ਟੂ ਡੀਲ ਵਿਦ ਦਿਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪਹਿਲੇ ਪਤਾ ਹੋਣ ਤੇ ਪੋਸੀਬਲ ਹੈ ਕਿ ਤੁਸੀਂ ਜਿਹੜੇ ਅਲਜ਼ਾਈਮਰ ਵਾਲੇ ਵੀ ਪੇਸ਼ੈਂਟਸ ਨੇ ਉਹ ਚੰਗੀ ਜ਼ਿੰਦਗੀ ਆਪਣੀ ਕੱਢ ਲੈ, ਲੰਬੇ ਅਰਸੇ ਤੱਕ। ਜਿਹੜੇ ਇਹਨਾਂ ਦੇ ਸਿੰਪਟਮਸ ਹੈ, ਦੇਖੋ ਇਹਨਾਂ ਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ, ਪਰ ਇਹਨਾਂ ਨੂੰ ਫੁਲੀ ਕਿਉਰ ਨਹੀਂ ਕਰ ਸਕਦੇ ਹੈਗੇ। ਜਿਵੇਂ ਕਈ ਮੈਡੀਕੇਸ਼ਨਸ ਹੈ, ਕਈ ਮੈਡੀਸਿਨਸ ਹੈ ਜਿਹੜੀਆਂ ਮੈਮਰੀ ਡਿਕਲਾਈਨ ਆ ਉਹਦੇ 'ਚ ਹੈਲਪ ਕਰਦੀਆਂ, ਲੈਂਗੁਏਜ ਉਹਨਾਂ ਦੀ ਚੇਂਜ ਹੋ ਗਈ ਆ ਉਹਦੇ 'ਚ ਹੈਲਪ ਕਰਦੀਆਂ, ਉਹਨਾਂ ਦੀ ਥਿੰਕਿੰਗ ਐਬਿਲਿਟੀ ਜਿਹੜੀ ਹੈ ਹਨਾ ਉਹਨੂੰ ਠੀਕ ਕਰਦੀਆਂ ਹੈਗੀਆਂ। ਤੇ ਮਤਲਬ ਕੋਈ 100% ਕਿਉਰ ਨਹੀਂ ਹੈ ਅਲਜ਼ਾਈਮਰ ਡਿਜ਼ੀਜ਼ ਲਈ, ਸਿੰਪਟੋਮੈਟਿਕ ਟ੍ਰੀਟਮੈਂਟ ਹੈ। ਜਿਹੜੀ ਵੀ ਕੋਈ ਡਿਜ਼ੀਜ਼ ਹੈ, ਮਤਲਬ ਸਿੰਪਟਮ ਆ ਗਿਆ, ਜਿਵੇਂ ਲੈਂਗੁਏਜ ਦਾ ਆ ਗਿਆ ਜਾਂ ਮੈਮਰੀ ਡਿਕਲਾਈਨ ਹੋ ਗਈ, ਉਹਨੂੰ ਆਪਾਂ ਥੋੜਾ ਬਹੁਤ ਰਿਪੇਅਰ ਕਰ ਸਕਦੇ ਹਾਂ ਵਿਦ ਮੈਡੀਕੇਸ਼ਨ। ਹਾਂਜੀ, ਡਾਕਟਰ ਵੱਲੋਂ ਆਪਣੇ ਕੋਲ ਹੁਣ ਮਸਾਂ 15 ਮਿੰਟ ਨੇ। ਹੁਣ ਜਿਹੜੀਆਂ ਅਲਜ਼ਾਈਮਰ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਕੀਤੀਆਂ ਕਿ ਕਿਵੇਂ ਸ਼ੁਰੂ ਹੁੰਦੀ ਹੈ, ਕਿਵੇਂ ਕੇਅਰ ਕਰੀਦੀ ਹੈ, ਪਰ ਇੱਕ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਨਾ, ਉਹ ਇਹ ਹੈ ਕਿ ਆਪਣੀ ਕਿਚਨ ਦੇ ਵਿੱਚ ਕੀ ਹੈ ਜਿਹੜਾ ਵੀ ਅਸੀਂ ਆਪਣਾ ਕਿਵੇਂ। ਹੁਣ ਨੈਚੁਰਲੀ ਜੇ ਕੋਈ ਆਪਾਂ ਨੂੰ ਸੁਣਦਾ ਹੋਵੇ ਇਹੀ ਕਹੂਗਾ ਵੀ ਇਹਦੇ ਤੋਂ ਬਚਣ ਦੇ ਕੀ ਉਪਾਅ ਹੋ ਸਕਦੇ ਆ। ਹਾਂਜੀ, ਹੈ ਨਾ,
ਤਾਂ ਦੇਖੋ ਇਹ ਮਤਲਬ ਇੱਕ ਆਪਾਂ ਸ਼ਾਰਟ 'ਚ ਇਹਨਾਂ ਨੂੰ ਦੱਸ ਦਈਏ ਥੋੜਾ ਜਿਹਾ ਸਰੋਤਿਆਂ ਨੂੰ ਵੀ ਇਹ ਹੁੰਦਾ ਕਿਉਂ ਹੈ। ਵੈਸੇ ਤਾਂ ਇਹਦੀ ਏਟੀਓਲੋਜੀ ਨਹੀਂ ਬਹੁਤੀ ਨੋਨ ਨਹੀਂ ਗੀ। ਬਿਫੋਰ ਆਪਾਂ ਇਹਦੇ ਬਾਰੇ ਹੋਰ ਗੱਲਬਾਤ ਕਰੀਏ, ਇਹ ਨਾ ਵੈਨਕੂਵਰ ਸਨ ਦੇ ਵਿੱਚ ਕਾਫੀ ਸਾਲ ਪਹਿਲੇ ਆਪਣਾ ਪੈਮੇਲਾ ਫਰਮਨ ਇਹਨਾਂ ਨੇ ਇੱਕ ਆਰਟੀਕਲ ਦਿੱਤਾ ਸੀ, ਉਹਨਾਂ ਨੇ ਵੀ ਇਹਦੇ ਬਾਰੇ ਦੱਸਿਆ ਹੈ ਨਾ। ਇਹ ਮੈਂ ਮੈਂਸ਼ਨ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਆਰਟੀਕਲ ਆਪਣੇ ਵੈਨਕੂਵਰ ਸਨ ਦੇ ਵਿੱਚ ਦਿੱਤਾ ਸੀਗਾ। ਹਾਂਜੀ ਹਾਂਜੀ। ਤੇ ਇਹ ਵੀ ਟੌਪਿਕ ਆਪਣਾ ਉਦੋਂ ਦਾ ਮੈਂ ਰੱਖਿਆ ਹੋਇਆ ਸੀਗਾ ਕਿ ਬੜੀ ਵਧੀਆ ਚੀਜ਼ ਹੈ ਕਿ ਉਹ ਆਪਣਾ ਉਹਨਾਂ ਨੇ ਵੀ ਮੇਰੇ ਖਿਆਲ ਕਾਫੀ ਰਿਸਰਚ ਕਰਕੇ ਇਹ ਜਿਹੜਾ ਇਹਦੇ ਬਾਰੇ ਨੇ ਲਿਖਿਆ ਅਲਜ਼ਾਈਮਰ ਜਿਹੜਾ ਹੈ ਇਹ ਆਪਣੀ ਕਿਹੜੇ ਫੂਡ ਕਿਹੜੇ ਆਪਣੇ ਵਾਸਤੇ ਚੰਗੇ ਨੇ। ਹਾਂਜੀ, ਆਪਣੇ ਨਾ ਬ੍ਰੇਨ ਦੇ ਵਿੱਚ ਪਲੇਕ ਦੀ ਡਿਪੋਜੀਸ਼ਨ ਹੋ ਜਾਂਦੀ ਹੈ। ਜਿਹੜੇ ਪਲੇਕ ਇਹਨੂੰ ਕਿਵੇਂ ਪੰਜਾਬੀ ਚ ਕੀ ਕਹਾਂਗੇ, ਮਤਲਬ ਇੱਕ ਡਿਪੋਜ਼ਿਟ ਹੋ ਜਾਂਦਾ ਉੱਥੇ ਆਪਣੇ ਬ੍ਰੇਨ ਆਪਾਂ ਜਿਵੇਂ ਕੋਈ ਚੀਜ਼ ਪਈ ਰਵੇ ਉਹਦੇ ਉੱਤੇ ਕਈ ਵਾਰ ਕਹਿੰਦੇ ਨਾ ਉੱਤੇ ਆਪਣਾ ਕਵਰ ਜਾਂ ਕੋਈ ਚੜ ਜਾਂਦਾ, ਜਿਵੇਂ ਮਿੱਟੀ ਕੋਈ ਪੈ ਕੇ ਕਿੰਨੀ ਉਹ ਹੋ ਜਾਂਦੀ ਹੈ ਉਵੇਂ। ਹਾਂਜੀ, ਉਹ ਜਿਹੜਾ ਹੁੰਦਾ ਹੈ ਨਾ ਉਹ ਬਣਿਆ ਹੁੰਦਾ ਹੈਗਾ ਏ ਬੀਟਾ ਪ੍ਰੋਟੀਨ ਦਾ, ਠੀਕ ਹੈ। ਤੇ ਇਸ ਕਰਕੇ ਇਹ ਸੈਨਾਈਲ ਪਲੇਕਸ ਹੁੰਦੇ ਆ ਤੇ ਇਹ ਕਿੰਨੀ ਸਾਲ ਆਪਣੇ ਜਿਹੜੇ ਬ੍ਰੇਨ ਦੇ ਵਿੱਚ ਹੈ ਡਿਪੋਜ਼ਿਟਡ ਹੀ ਰਹਿੰਦੇ ਆ। ਔਰ ਕਿੰਨੇ ਉਹ ਜਦੋਂ ਡਿਪੋਜ਼ਿਟਡ ਰਹਿੰਦੇ, ਜਦੋਂ ਉਹਨਾਂ ਦੀ ਅਮਾਊਂਟ ਵੱਧ ਜਾਂਦੀ ਹੈ ਫਿਰ ਜਾ ਕੇ ਸਾਡਾ ਮੈਮਰੀ ਲਾਸ ਤੇ ਅਦਰ ਡਿਮੈਂਸ਼ੀਆ ਸਿੰਪਟਮਸ ਹੁੰਦੇ ਆ। ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਦੱਸਦਾ, ਕਈ ਵਾਰੀ ਆਪਾਂ ਕੋਈ ਦਾਲ ਸਬਜ਼ੀ ਬਣਾਉਂਦੇ ਆ ਪਤੀਲੇ 'ਚ ਔਰ ਆਪਾਂ ਨਹੀਂ ਧਿਆਨ ਕਰਦੇ ਤੇ ਉਹ ਸੜ ਜਾਂਦੀ ਹੈ, ਪਤੀਲੇ ਨਾਲ ਲੱਗ ਜਾਂਦੀ ਹੈ। ਫਿਰ ਆਪਾਂ ਕਿਵੇਂ ਉਹਨੂੰ ਖੁਰਚ ਕੇ ਲਾਉਂਦੇ ਆ। ਸੋ ਇਹੋ ਜਿਹਾ ਜਿਵੇਂ ਕੋਈ ਵੀ ਚੀਜ਼ ਉਹ ਜਿਹੜਾ ਖੁਰਚਣ ਦਾ ਕੰਮ ਹੈ ਨਾ, ਹਾਂਜੀ, ਉਹ ਜਿਹੜੇ ਕਹਿੰਦੇ ਆ ਡਾਕਟਰ ਪੈਟ ਐਮਸੀ ਗੇਅਰ, ਉਹ ਕਹਿੰਦੇ ਆ ਕਿ ਤੁਸੀਂ ਜਿੰਜਰ ਖਾਓ ਐਵਰੀ ਡੇ। ਅਦਰਕ ਤੇ ਆਪਾਂ ਦੇਖੋ ਰੋਜ਼ ਪਲੇਕ ਨੂੰ ਰਿਮੂਵ ਕਰਦਾ, ਉਹਦਾ ਐਂਟੀਡੋਟ ਹੈ ਉਹ। ਹਾਂਜੀ, ਅਦਰਕ ਤੇ ਗੱਲ ਸੁਣੋ ਆਪਣਾ ਤਕਰੀਬਨ ਹਰ ਰੋਜ਼ ਆਪਾਂ ਲੋਕ ਖਾਂਦੇ ਆ। ਹਾਂਜੀ, ਪਰ ਕਈਆਂ ਨੇ ਮੈਂ ਦੇਖਿਆ ਆਪਣਾ ਇੰਡੀਆ ਨਾ ਮੇਰੇ ਫਾਦਰ ਨੇ ਜਿਹੜਾ ਕੱਚਾ ਅਦਰਕ ਹੁੰਦਾ ਸੀਗਾ, ਕੱਚਾ ਅਦਰਕ ਲਿਆ ਕੇ ਸਲਾਈਸਿਸ ਉਹਦੇ ਬਰੀਕ ਬਰੀਕ ਕੱਟ ਕੇ ਤੇ ਸਿਰਕੇ ਦੇ ਵਿੱਚ ਪਾ ਕੇ ਰੱਖ ਦਿੰਦੇ ਸੀਗੇ। ਇਹ ਤਾਂ ਆਮ ਹੀ ਹੈ, ਆਪਾਂ ਸਰਦੀਆਂ 'ਚ ਕਿੰਨਾ ਖਾਂਦੇ ਆ, ਫਿਰ ਇੱਕ ਦੋ ਪੀਸਿਸ ਖਾ ਲੈਂਦੇ ਆ। ਹਾਂਜੀ, ਤੇ ਉਹ ਖਾਦੇ ਜਾਂਦੇ ਨੇ। ਜਿਹੜਾ ਅਦਰਕ ਦਾ ਪਾਣੀ ਵੀ ਪੀਂਦੇ ਆ। ਹਾਂਜੀ ਹਾਂਜੀ, ਖੈਰ ਅਦਰਕ ਦੀਆਂ ਤੇ ਕਾਫੀ ਚੀਜ਼ਾਂ ਆਪਾਂ ਅੱਗੇ ਵੀ ਨਾਲ ਦੱਸਦੇ ਰਹੇ ਆ। ਹਾਂਜੀ, ਬਹੁਤ ਸਾਰੀਆਂ ਆਪਣਾ ਬੈਨੀਫਿਟਸ ਤੇ ਬਹੁਤ ਨੇ, ਪਰ ਖਾਣ ਦੇ ਤਰੀਕੇ ਵੀ ਅੱਡ ਬਹੁਤ ਨੇ ਆਪਣੇ ਕੋਲ। ਮਤਲਬ ਜਿਹੜਾ ਏ ਬੀਟਾ ਪ੍ਰੋਟੀਨ ਹੈ ਨਾ, ਉਹਨੂੰ ਇਹ ਰਿਮੂਵ ਕਰਦਾ, ਜਿਹੜਾ ਪਲੇਕ ਫਾਰਮੇਸ਼ਨ ਹੈ ਉਹਨੂੰ ਇਹ ਖਤਮ ਕਰਦਾ ਜਿਹੜਾ ਅਦਰਕ ਹੈ। ਹਾਂਜੀ, ਈਵਨ ਬਲੈਕਬੇਰੀਜ਼ ਹੈ ਜਿਹੜੀਆਂ, ਹਾਂਜੀ, ਉਹ ਵੀ ਕਰਦੀਆਂ। ਹਾਂਜੀ, ਹੁਣ ਜਿਵੇਂ ਪਤੀਲਾ ਸੜ ਜਾਏ ਤੇ ਆਪਾਂ ਉਹਦੇ ਵਿੱਚ ਸੋਡਾ ਪਾ ਦਿੰਦੇ ਆ ਤੇ ਵਿਨੇਗਰ ਪਾ ਦਿੰਦੇ ਆ ਤੇ ਫਟਾਫਟ ਉਹੀ ਨਾ, ਹਾਂ, ਉਹੀ ਅਦਰਕ ਨੇ ਕੰਮ ਕਰਨਾ। ਐਗਜ਼ੈਕਟਲੀ, ਉਹ ਸਮਝੋ ਵੀ ਅਦਰਕ ਨੇ ਕੰਮ ਕਰਨਾ ਜਾਂ ਬਲੈਕਬੇਰੀਜ਼ ਨੇ। ਹਾਂਜੀ, ਸਿਨਾਮਨ, ਟਰਮੈਰਿਕ, ਕ੍ਰੇਨਬੈਰੀਜ਼, ਅਨਾਰ, ਬਲੂਬੇਰੀਜ਼, ਹੈ ਨਾ। ਇਹ ਜਿਹੜੇ ਇਹ ਫੂਡਸ ਹੈ ਨਾ, ਇਹਨਾਂ ਦੇ ਵਿੱਚ ਉਹ ਐਂਜ਼ਾਈਮਸ ਹੈ ਜਿਹੜੇ ਉਹਨੂੰ ਬਲੌਕ ਕਰਦੇ ਆ, ਪਲੇਕ ਨੂੰ ਬੰਦ ਕਰਦੇ ਆ। ਸੋ ਇਹ ਪਰ ਇਹ ਚੀਜ਼ਾਂ ਜਿਹੜੇ ਲੋਕ ਛੋਟੇ ਹੁੰਦੇ ਤੋਂ ਖਾਂਦੇ ਨੇ। ਹਾਂਜੀ, ਹੁਣ ਕਈਆਂ ਨੂੰ ਬਲੂਬੇਰੀਜ਼ ਤੇ ਹੁਣ ਤੁਹਾਨੂੰ ਪਤਾ BC ਦੇ ਵਿੱਚ ਬਹੁਤ ਸੀਗੀਆਂ। ਹੁਣ ਪਿਛਲੇ 1-2 ਸਾਲਾਂ ਤੋਂ ਥੋੜਾ ਜਿਹਾ ਮੌਸਮ ਚੇਂਜ ਹੋਣ ਕਰਕੇ ਥੋੜਾ ਜਿਹਾ ਫਰਕ ਪੈ ਗਿਆ, ਪਰ ਲੋਕ ਕਈ ਆਲ ਈਅਰ ਰਾਉਂਡ ਮਿਲ ਜਾਂਦੀਆਂ ਨੇ ਬਲੂਬੇਰੀਜ਼, ਖਾਂਦੇ ਰਹਿੰਦੇ ਨੇ। ਕਈ ਲੋਕ ਫਰੀਜ਼ ਕਰਕੇ ਰੱਖ ਲੈਂਦੇ ਨੇ, ਹੁਣ ਮੈਂ ਆਲਵੇਜ਼ ਫਰੀਜ਼ ਕਰਕੇ ਰੱਖਦੀ ਹਾਂ, ਪਰ ਮੈਂ ਆਪ ਘੱਟ ਖਾਂਦੀ ਹਾਂ, ਮੈਨੂੰ ਲੱਗਦਾ ਬੱਚੇ ਦਾ। ਤੇ ਬਲੂਬੇਰੀਜ਼, ਜਿੰਜਰ, ਹੈ ਨਾ, ਤੇ ਇਹ ਚੀਜ਼ਾਂ ਮੇਰੇ ਖਿਆਲ ਜਿੰਨੀਆਂ ਬੈਰੀਜ਼ ਨੇ ਨਾ ਸਾਰੀਆਂ ਹੀ ਚੰਗੀਆਂ ਨੇ। ਮੇਰੇ ਹਿਸਾਬ ਤੇ ਸਾਰਿਆਂ ਨੂੰ ਇਹ ਚੀਜ਼ਾਂ ਆਪਦੇ ਫੂਡ 'ਚ ਸ਼ਾਮਲ ਕਰਨੀਆਂ ਚਾਹੀਦੀਆਂ ਰੂਟੀਨ ਦੇ 'ਚ, ਕਿਉਂਕਿ ਵੈਸੇ ਆਪਾਂ ਨੂੰ ਪਤਾ ਹੈ ਕਿ ਅਲਜ਼ਾਈਮਰ ਰਿਵਰਸੀਬਲ ਹੈ, ਪਰ ਅਸੀਂ ਜੇ ਸਾਡਾ ਉਹ ਪਲੇਕ ਫਾਰਮੇਸ਼ਨ ਹੀ ਉੱਥੇ ਨਾ ਹੋਵੇ ਬ੍ਰੇਨ ਦੇ ਵਿੱਚ, ਤੇ ਸਾਨੂੰ ਅਲਜ਼ਾਈਮਰ ਤੇ ਡਿਮੈਂਸ਼ੀਆ ਹੋਏਗਾ ਹੀ ਨਹੀਂ। ਤੇ ਅਸੀਂ ਇਹ ਚੀਜ਼ਾਂ ਰੋਜ਼ ਜਿਵੇਂ ਪਤੀਲੇ ਧੋਈਦੇ ਨੇ, ਬ੍ਰੇਨ ਵੀ ਰੋਜ਼ ਧੋਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਜਿਹੜੇ ਫੂਡਸ ਹੈ ਉਹਨਾਂ ਨੂੰ ਰੋਜ਼ਾਨਾ ਸ਼ਾਮਲ ਕਰਨਾ ਚਾਹੀਦਾ। ਹੁਣ ਡਾਕਟਰ ਢਿੱਲੋਂ ਜਿਹੜੀ ਹਲਦੀ ਹੈ, ਹੁਣ ਇੰਡੀਆ ਮਾੜੀ ਮੋਟੀ ਸੱਟ ਲੱਗ ਜਾਏ ਤੇ ਹਲਦੀ ਵਾਲਾ ਦੁੱਧ ਕਿੰਨਾ ਦਿੰਦੇ ਨੇ। ਐਂਟੀਸੈਪਟਿਕ ਹੈ, ਕੋਈ ਸੱਟ ਵੱਜ ਜਾਂਦੀ ਸੀ ਦੁੱਧ ਲੈਂਦੇ ਸੀ ਆਪਾਂ, ਦੁੱਧ ਦੇ ਵਿੱਚ ਹਲਦੀ ਪਾ ਕੇ ਇਨਫਲੇਮੇਸ਼ਨ ਨੂੰ ਦੂਰ ਕਰਦੀ ਹੈ ਹਲਦੀ। ਸੋ ਅਦਰਕ ਤੇ ਹਲਦੀ ਤੇ ਆਪਣੇ ਦੇਖੋ ਹੁਣ ਸਿਨੇਮਨ ਜਿਹੜਾ ਇਹ ਹੁਣ ਗਰਮ ਮਸਾਲੇ ਦੇ ਵਿੱਚ ਕਿੰਨੀ ਸੈਮਨ ਪੈਂਦੀ ਹੈ। ਬਿਲਕੁਲ। ਸੋ ਆਪਾਂ ਵੈਸੇ ਯੂਜ਼ ਤੇ ਕਰਦੇ ਆ ਸਾਰੀਆਂ ਚੀਜ਼ਾਂ, ਪਰ ਬਹੁਤ ਆਪਣਾ ਜਿਹੜਾ ਤਰੀਕਾ ਵਰਤਣ ਦਾ ਹੋ ਸਕਦਾ ਹੈ ਕਿ ਉਹ ਤੜਕਾ ਲਾ ਕੇ ਆਪਾਂ ਉਹ ਜਿਹੜਾ ਅਸਰ ਕਰ ਦਿੰਦੇ ਆ। ਹਾਂਜੀ ਹਾਂਜੀ, ਨਹੀਂ ਕੱਚਾ ਖਾ ਸਕਦੇ ਹਾਂ, ਸਿਰਕੇ ਚ ਪਾ ਕੇ ਖਾ ਲਓ, ਵੈਸੇ ਖਾ ਲਓ, ਉਹਨੂੰ ਉਬਾਲ ਕੇ ਖਾ ਲਓ,
ਕਈ ਲੋਕ ਪਾਣੀ ਚ ਸਲਾਈਸਿਸ ਕੱਟ ਕੇ ਪਾ ਲੈਂਦੇ ਨੇ। ਹਾਂਜੀ, ਪੁਦੀਨਾ, ਅਦਰਕ, ਕੁਕੰਬਰ ਤੇ ਨਿੰਬੂ। ਹਾਂਜੀ, ਜੱਗ ਦੇ ਵਿੱਚ ਪਿਆ ਰਹਿੰਦਾ ਸਾਰਾ ਦਿਨ ਤੇ ਤੁਸੀਂ ਪਾਈ ਜਾਓ। ਹੋਰ ਬੇਸ਼ੱਕ ਉਹਦੇ ਚ ਉਹ ਵੀ ਚੀਜ਼ ਚੰਗੀ ਹੈ, ਚਲੋ ਐਟਲੀਸਟ ਕੁਛ ਤੇ ਅੰਦਰ ਜਾ ਹੀ ਰਿਹਾ ਨਾ। ਹਾਂਜੀ, ਤੇ ਪਰ ਇਹ ਹੈ ਕਿ ਆਪਣੀਆਂ ਈਟਿੰਗ ਹੈਬਿਟਸ ਜਿਹੜੀਆਂ ਨੇ, ਇਹ ਰੋਜ਼ ਦੇ ਰੋਜ਼ ਤੁਸੀਂ ਕੀ ਖਾਂਦੇ ਹੋ ਉਹਨਾਂ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ। ਹਾਂਜੀ, ਤੇ ਰੂਟੀਨ ਚ ਆਉਣਾ ਜਿਹੜਾ ਹੈ ਇਹ ਕਈ ਵਾਰੀ ਬਹੁਤ ਜ਼ਰੂਰੀ ਹੈ। ਹੈਲਦੀ ਡਾਇਟ ਆਪਾਂ ਖਾਂਦੇ ਨਹੀਂ, ਆਪਾਂ ਕਹਿੰਦੇ ਆ ਛੋਲੇ ਭਟੂਰੇ ਰੋਜ਼ ਮਿਲ ਜਾਣ ਤੇ ਉਹ ਵੀ ਠੀਕ ਨੇ ਕਈ ਲੋਕਾਂ ਵਾਸਤੇ। ਹਾਂਜੀ, ਵੈਸੇ ਅੱਜ ਕੱਲ੍ਹ ਟ੍ਰੈਂਡ ਘੱਟ ਗਿਆ ਨਾ ਭੈਣ ਜੀ, ਅੱਗੇ ਨਾਲੋਂ ਘੱਟ ਗਿਆ। ਵੈਸੇ ਅੱਗੇ ਨਾਲੋਂ ਘੱਟ ਗਿਆ। ਸਵਾਦ ਤਾਂ ਆਪਾਂ ਨੂੰ ਵੀ ਲੱਗਦਾ ਹੀ ਹੈ, ਛੋਲੇ ਭਟੂਰੇ ਵੀ ਸਵਾਦ ਲੱਗਦੇ, ਆਲੂ ਵਾਲੇ ਪਰੌਂਠੇ ਵੀ ਸਵਾਦ ਲੱਗਦੇ ਆ। ਹਾਂਜੀ, ਬਟ ਟ੍ਰੈਂਡ ਘੱਟ ਗਿਆ ਹੁਣ ਅੱਗੇ ਨਾਲੋਂ, ਲੋਕੀ ਕੌਨਸ਼ੀਅਸ ਹੋ ਰਹੇ ਆ। ਹਾਂਜੀ, ਤੇ ਛੋਲੇ ਭਟੂਰਿਆਂ ਦੀ ਥਾਂ ਤੇ ਕਹਿਣਗੇ ਛੋਲਿਆਂ ਦੇ ਨਾਲ ਭਾਵੇਂ ਨਾਨ ਲੈ ਲਈਏ ਜਾਂ ਤੰਦੂਰੀ ਰੋਟੀ ਲੈ ਲਈਏ। ਹਾਂਜੀ, ਪਰ ਚਲੋ, ਪਰ ਫਿਰ ਵੀ ਇਹ ਜਿਹੜੇ ਸ਼ੂਗਰ ਇੱਕ ਤੇ ਜਿਹੜੀ ਆਪਾਂ ਇੰਨੀ ਖਾਂਦੇ ਆ, ਹੁਣ ਕੀ ਹੁਣ ਦੇਖੋ ਇੰਨੀਆਂ ਸਵੀਟ ਸ਼ਾਪਸ ਨੇ ਸਾਰੀਆਂ ਹਾਲੀ ਵੀ ਚੱਲੀ ਜਾ ਰਹੀਆਂ ਨੇ। ਹਾਂਜੀ, ਤੇ ਕਈ ਵਾਰੀ ਦਿਨ ਤੇ ਆਣਾ ਇੰਡੀਆ 'ਚ ਕੋਈ ਸ਼ੂਗਰ ਮਿਲ ਨਹੀਂ ਸੀ ਜਦੋਂ ਤੱਕ ਅੰਗਰੇਜ਼ ਨਹੀਂ ਸੀਗੇ। ਕੋਈ ਸ਼ੂਗਰ ਮਿਲ ਨਹੀਂ ਸੀ, ਗੁੜ ਖਾਂਦੇ ਸੀ ਲੋਕ, ਸ਼ੱਕਰ ਖਾਂਦੇ ਸੀਗੇ। ਅੰਗਰੇਜ਼ਾਂ ਨੇ ਹੀ ਉੱਥੇ ਇੰਟਰੋਡਿਊਸ ਕਰਵਾਈ ਹੈ ਸ਼ੂਗਰ। ਹਾਂਜੀ, ਤੇ ਹੁਣ ਅੱਗੇ ਦੇਖੋ ਖੀਰ ਜਿਹੜੀ ਬਣਦੀ ਸੀ ਆਪਣਾ ਗੁੜ ਵਾਲੀ। ਹਾਂਜੀ ਹਾਂਜੀ, ਤੇ ਉਹ ਟਾਈਮ ਥੋੜਾ ਜ਼ਰੂਰ ਜ਼ਿਆਦਾ ਲੱਗਦਾ ਸੀ ਉਹਨੂੰ, ਪਰ ਬਣਦੀ ਸੀਗੀ। ਤੇ ਹੁਣ ਨਹੀਂ। ਤੇ ਡਾਕਟਰ ਲੋ ਹੁਣ ਬੱਚੇ ਵੀ ਅੱਜ ਕੱਲ੍ਹ ਨਾ ਸੋਡਾ, ਕੋਕ, ਇਹੋ ਜਿਹੀਆਂ ਚੀਜ਼ਾਂ ਬਹੁਤ ਪੀਣ ਲੱਗ ਗਏ ਨੇ। ਹਾਂਜੀ ਹਾਂਜੀ, ਕਈਆਂ ਦੇ ਅਵੋਇਡ ਕਰਨੇ ਚਾਹੀਦੇ। ਹਾਂਜੀ, ਇਹ ਵੀ ਜਿੰਨੀਆਂ ਵੀ ਕਾਰਬੋਨੇਟਡ ਹੈਗੀਆਂ ਨੇ ਬੈਵਰੇਜਸ। ਤੇ ਇਹ ਹੁਣ ਦਹੀਂ ਜਿਹੜਾ, ਹਾਂਜੀ ਦਹੀਂ ਹੁਣ ਤੇ ਇਹ ਲੋਕ ਕਹਿੰਦੇ ਨੇ ਐਟਲੀਸਟ ਹਫ਼ਤੇ 'ਚ 2-3 ਵਾਰੀ ਖਾਓ। ਪਰ ਆਪਾਂ ਉੱਥੇ ਮੇਰੇ ਟਾਈਮ ਜਦੋਂ ਮੈਂ ਉੱਥੇ ਪੜ੍ਹਦੀ ਸੀ, ਅਸੀਂ ਸਵੇਰੇ ਸਕੂਲ ਜਾਣ ਤੋਂ ਪਹਿਲੇ ਅਦਰੜਕਾ ਵੱਡਾ ਕੌਲਾ ਮੰਮੀ ਨੇ ਮੇਰੇ ਨੇ ਭਰ ਕੇ ਦੇ ਦੇਣਾ ਕਿ ਅਦਰੜਕਾ ਤੁਸੀਂ ਪੀਓ ਤੇ ਇਹ ਪੀ ਕੇ ਜਾਓ ਸਕੂਲ। ਬਿਲਕੁਲ, ਸਾਡਾ ਬ੍ਰੇਕਫਾਸਟ ਹੀ ਇਹੀ ਹੁੰਦਾ ਸੀਗਾ। ਤੇ ਦਹੀਂ ਤਾਂ ਰੋਜ਼ ਖਾਈਦਾ ਸੀ। ਬਹੁਤ ਵਧੀਆ, ਕਿਉਂਕਿ ਸਾਡੀ ਫਿਜ਼ੀਕਲ ਐਕਸਰਸਾਈਜ਼ ਕਿੰਨੀ ਹੁੰਦੀ ਸੀਗੀ ਸਕੂਲਾਂ 'ਚ। ਹਾਂਜੀ ਹਾਂ, ਤੇ ਪਰ ਉਹ ਰੋਜ਼ ਉਹਨਾਂ ਨੇ ਆਪਣਾ ਚਾਟੀ ਚੋਂ ਕੱਢ ਕੇ ਜਦੋਂ ਰੜਕੇ ਤੇ ਉਦੋਂ ਹੀ ਸਾਨੂੰ ਉਹਨਾਂ ਨੇ ਰੜਕਾ ਦੇ ਦੇਣਾ। ਪਰ ਉਹਦੇ ਵਿੱਚ ਸ਼ੂਗਰ ਜ਼ਰੂਰ ਥੋੜੀ ਪਾ ਦਿੰਦੇ ਹੁੰਦੇ ਸੀਗੇ। ਹਾਂ, ਅਸੀਂ ਵਿਦਾਊਟ ਸ਼ੂਗਰ ਲੈਂਦੇ ਸੀਗੇ। ਹਾਂਜੀ, ਤੇ ਕਿਉਂਕਿ ਉਹ ਮੇਰੇ ਖਿਆਲ ਸਵਾਦ ਨਹੀਂ ਸੀ ਲੱਗਦਾ ਹੋਣਾ ਜਾਂ ਪਤਾ ਨਹੀਂ ਕੀ, ਪਰ ਮੈਨੂੰ ਪਤਾ ਥੋੜੀ ਜਿਹੀ ਸ਼ੂਗਰ ਪਾ ਦਿੰਦੇ। ਬੱਚੇ ਨਖਰੇ ਮਾਰਦੇ ਆ ਨਾ ਕਿੰਨੇ ਉਹ ਰੜਕਾ ਪੀਣ ਵਾਸਤੇ ਕਈ। ਹਾਂਜੀ, ਤੇ ਹੁਣ ਅੱਗੇ ਦੇਖੋ ਆਪਾਂ ਵਾਈਟਾਮਿਨਸ ਨਹੀਂ ਸੀ ਖਾਂਦੇ ਹੈ ਨਾ। ਆਪਾਂ ਨੂੰ ਵਾਈਟਾਮਿਨਸ ਜਿਹੜੀਆਂ ਨੇ ਘਰੋਂ ਹੀ ਦਾਲਾਂ ਸਬਜ਼ੀਆਂ ਜਾਂ ਚੀਜ਼ਾਂ, ਇਹਨਾਂ ਚੀਜ਼ਾਂ ਮਿਲ ਜਾਂਦਾ ਸੀ, ਫਰੈਸ਼ ਫਰੂਟ, ਵੈਜੀਟੇਬਲਸ। ਹੁਣ ਮੇਰੇ ਖਿਆਲ ਆਰਟੀਫੀਸ਼ੀਅਲ ਚੀਜ਼ਾਂ ਜੀ, ਫਰੈਸ਼ ਫੂਡ ਨਹੀਂ ਮਿਲਦਾ, ਇਹ ਪ੍ਰੋਬਲਮ ਹੈ। ਤੇ ਹੁਣ ਕਹਿੰਦੇ ਅੱਗੇ ਤਾਂ ਘਰਾਂ 'ਚ ਸਬਜ਼ੀਆਂ ਉੱਗੀਆਂ ਹੁੰਦੀਆਂ ਸੀ, ਕੱਦੂ ਹੋ ਗਿਆ, ਟਮਾਟਰ ਹੋ ਗਏ, ਮਿਰਚਾਂ, ਪੁਦੀਨਾ, ਧਨੀਆ ਸਾਰੇ ਘਰਾਂ 'ਚ ਉਗਾਉਂਦੇ ਸੀ ਆਪਾਂ। ਹੁਣ ਸਾਨੂੰ ਫਰੈਸ਼ ਮਿਲਦਾ ਹੀ ਨਹੀਂ। ਜੇ ਫਰੈਸ਼ ਨਹੀਂ ਮਿਲਦਾ ਤਾਂ ਸਾਨੂੰ ਆਰਟੀਫੀਸ਼ੀਅਲ ਲੈਣੇ ਹੀ ਪੈਣੇ ਆ। ਜਿਵੇਂ ਹੁਣ ਸੂਰਜ ਜਿਹੜਾ ਵਿਟਾਮਿਨ ਡੀ ਲੋਕੀ ਕਿਉਂ ਖਾਂਦੇ ਨੇ? ਬਾਹਰ ਸੂਰਜ ਮਿਲਦਾ ਹੀ ਨਹੀਂ ਉਹਨਾਂ ਨੂੰ, ਧੁੱਪੇ ਟਾਈਮ ਹੀ ਨਹੀਂ ਹੈਗਾ ਧੁੱਪੇ ਜਾਣ ਨੂੰ। ਅੱਗੇ ਤੇ ਆਪਾਂ ਧੁੱਪ 'ਚ ਤੁਰ ਕੇ ਵੀ ਚੱਲ ਜਾਈਦਾ ਸੀ, ਸਕੂਲ ਵੀ ਜਾਣਾ ਤੁਰ ਕੇ ਜਾਣਾ ਧੁੱਪੇ ਭਾਵੇਂ। ਹਾਂਜੀ, ਸੋ ਇਹ ਜਿਹੜੀਆਂ ਆਰਟੀਫੀਸ਼ੀਅਲ ਚੀਜ਼ਾਂ ਨੇ, ਪਰ ਇਹ ਹੁਣ ਖਾਣੀਆਂ ਪੈਣੀਆਂ ਹੀ ਨੇ ਕਿਉਂਕਿ ਹੁਣ ਆਪਣੇ ਕੋਲ ਉਹ ਨਹੀਂ ਹੈਗੇ। ਫਿਰ ਆਪਣੇ ਡਾਕਟਰ ਨੂੰ ਕੰਸਲਟ ਕਰ ਲੈਣ ਪਹਿਲਾਂ, ਖਾਣ ਤੋਂ ਪਹਿਲਾਂ। ਹਾਂਜੀ, ਪਰ ਕਈ ਵਾਰੀ ਡਾਕਟਰ ਮੈਂ ਦੇਖਿਆ, ਲਾਸਟ ਟਾਈਮ ਮੈਂ ਗਈ ਤੇ ਡਾਕਟਰ ਨੇ ਵੈਸੇ ਹਰ ਵਾਰੀ ਪੁੱਛ ਲੈਂਦੇ ਨੇ ਕਿ ਤੁਸੀਂ ਕੋਈ ਵਿਟਾਮਿਨਸ ਕਿਹੜੀਆਂ ਕਿਹੜੀਆਂ ਖਾ ਰਹੇ ਹੋ। ਹਾਂਜੀ ਹਾਂਜੀ, ਤੇ ਆਪਣਾ ਜੇ ਉਹਨੂੰ ਲੱਗੇ ਕਿ ਠੀਕ ਹੈ ਖਾ ਰਹੇ ਨੇ, ਫਿਰ ਕੋਈ ਮੇਰੇ ਖਿਆਲ 'ਚ ਡਾਕਟਰ ਦੇ ਕੋਲ ਪਤਾ ਹੋਣਾ ਚਾਹੀਦਾ, ਸਿੰਪਲ ਚੀਜ਼ ਹੈ ਹਨਾ, ਉਹਦੇ ਕੋਲ ਤੁਹਾਡਾ ਸਾਰਾ ਰੈਕੋਰਡ ਹੁੰਦਾ। ਐਂਟੀਆਕਸੀਡੈਂਟ ਜ਼ਰੂਰੀ ਹੈ, ਫੂਡ ਵੀ ਐਂਟੀਆਕਸੀਡੈਂਟ ਹੋਣਾ ਚਾਹੀਦਾ। ਵਿਟਾਮਿਨਸ ਐਂਡ ਜਿਹੜੇ ਆਪਾਂ ਲੈਣੇ ਆ ਉਹ ਵੀ ਐਂਟੀਆਕਸੀਡੈਂਟਸ ਹੈ ਨਾ, ਜਿਹੜੇ ਇਹ ਆਪਾਂ ਨੂੰ ਲੈਣੇ ਚਾਹੀਦੇ ਆ ਆਪਣੇ ਬੋਡੀ ਨੂੰ ਬੂਸਟ ਅਪ ਕਰਨ ਵਾਸਤੇ। ਫਿਰ ਆਪਣਾ ਤੁਸੀਂ ਆਪਾਂ ਹਰ ਵਾਰੀ ਕਹਿੰਦੇ ਆ ਐਕਸਰਸਾਈਜ਼ ਆਪਣੇ ਤੁਸੀਂ ਜ਼ਰੂਰ ਕਰੋ, ਪਰ ਐਕਸਰਸਾਈਜ਼ ਇਕੱਲੇ ਆਪਣੇ ਸਰੀਰ ਦੀ ਨਹੀਂ, ਮਾਈਂਡ ਦੀ ਵੀ ਐਕਸਰਸਾਈਜ਼ ਹੋਣੀ ਚਾਹੀਦੀ ਹੈ। ਮੈਡੀਟੇਸ਼ਨ ਕਰੋ ਤੁਸੀਂ, ਹੈ ਨਾ। ਬਾਕੀ ਆਹ ਜਿੰਨੇ ਤੁਸੀਂ ਆਹ ਲੈਂਗੁਏਜ ਪਜ਼ਲਸ, ਕ੍ਰਾਸਵਰਡ, ਇਹ ਸਾਰੇ ਕਰੋ, ਹੈ ਨਾ। ਬਾਕੀ ਅੱਜ ਕੱਲ੍ਹ ਆਨਲਾਈਨ ਬੜੇ ਬ੍ਰੇਨ ਟ੍ਰੇਨਿੰਗ ਪ੍ਰੋਗਰਾਮਸ ਹੈ, ਉਹ ਤੁਸੀਂ ਜੁਆਇਨ ਕਰੋ, ਉਹ ਕਰੋ ਤੁਸੀਂ, ਹੈ ਨਾ। ਹਾਂਜੀ, ਸੈੱਲ ਫੋਨ ਤੇ ਤੁਹਾਨੂੰ ਪਤਾ ਵੈਸੇ ਹੀ ਕਿੰਨੀਆਂ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ। ਤੁਸੀਂ ਆਪਣਾ ਕ੍ਰਾਸਵਰਡ ਪਜ਼ਲ ਜਿਹੜੀਆਂ ਨੇ ਜਾਂ ਸੋਲਿਟੇਅਰ ਦੀਆਂ ਕਈ ਗੇਮਸ ਨੇ, ਖੇਡੋ। ਸੋ ਉਹ ਇਸੇ ਕਰਕੇ ਹੀ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਦਿਮਾਗ ਹੈ ਇਹ ਬਿਜ਼ੀ ਰਵੇ। ਇਹਨੂੰ ਇਹਦਾ ਮਤਲਬ ਪ੍ਰੋਬਲਮ ਸੋਲਵ ਕਰਨ ਦੀ ਤੁਹਾਡੇ ਦਿਮਾਗ 'ਚ ਅਗਰ ਹੋਏਗਾ ਕਿ ਆਹ ਪ੍ਰੋਬਲਮ ਸੋਲਵ ਕਰਨੀ ਹੈ ਤੇ ਤੁਹਾਡਾ ਦਿਮਾਗ ਯੂਜ਼ ਹੋਏਗਾ, ਦਿਮਾਗ ਚੱਲੇਗਾ। ਬ੍ਰੇਨ ਨੂੰ ਜਿੰਨਾ ਯੂਜ਼ ਕਰੀਏ ਉਨਾ ਹੀ ਚੰਗਾ। ਹਾਂਜੀ,
ਤੇ ਇੱਕ ਆਪਾਂ ਤੁਹਾਨੂੰ ਚੇਤਾ ਕਾਫੀ ਦੇਰ ਹੋ ਗਈ ਹੈ, ਕਈ ਮਹੀਨੇ ਪਹਿਲੇ ਆਪਾਂ ਇੱਕ ਸੌਣ ਦਾ ਵੀ ਕੀਤਾ ਸੀ ਕਿ ਆਪਣੀ ਨੀਂਦ ਜਿਹੜੀ ਹੈ ਬਹੁਤ ਜ਼ਰੂਰੀ ਹੈ, ਨੀਂਦ ਆਪਣੀ ਪੂਰੀ ਨਹੀਂ ਹੁੰਦੀ ਕਈ ਵਾਰੀ। ਜੇ ਤੁਹਾਨੂੰ ਲੱਗਦਾ ਨੀਂਦ ਨਹੀਂ ਪੂਰੀ ਹੁੰਦੀ ਤੇ ਫਿਰ ਮੈਂ ਵੀ ਰੋਜ਼ ਤੁਸੀਂ ਇਹ ਲਿਖ ਕੇ ਰੱਖ ਸਕਦੇ ਹੋ ਕਿ ਮੈਂ ਅੱਜ ਕਿੰਨਾ ਚਿਰ ਸੁੱਤਾ। ਆਪਾਂ ਨਾ ਇੱਕ ਟੌਪਿਕ ਡਾਕਟਰ ਜੇ ਤੁਸੀਂ ਪ੍ਰੋਪਰ ਐਕਸਰਸਾਈਜ਼ ਕਰੋਗੇ ਨਾ ਭੈਣ ਜੀ, ਵਾਕ ਕਰੋਗੇ, ਥੱਕ ਜਾਓਗੇ, ਤੁਹਾਨੂੰ ਆਟੋਮੈਟਿਕਲੀ ਨੀਂਦ ਆਏਗੀ। ਹਾਂਜੀ। ਔਰ ਦੇਖੋ ਨਾਲੇ ਇੱਕ ਮੇਰੇ ਹਿਸਾਬ ਤੇ ਹਰੇਕ ਇਨਸਾਨ ਨੂੰ ਇਹ ਉਹ ਹੋਣਾ ਚਾਹੀਦਾ ਕਿ ਆਪਾਂ ਨੂੰ ਜਿੰਨਾ ਮਰਜ਼ੀ ਸਟ੍ਰੈਸ ਹੋਵੇ ਕੋਈ ਗੱਲ ਨਹੀਂ, ਇਗਨੋਰ ਕਰੋ ਉਹਨੂੰ। ਹਾਂਜੀ। ਸੋ ਆਪਾਂ ਇਹ ਹੈ ਕਿ ਅਲਜ਼ਾਈਮਰਸ ਵਾਸਤੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ ਹੈ। ਹਾਂਜੀ ਹਾਂਜੀ। ਤੇ ਇੱਕ ਮੈਂ ਕਿਹਾ ਲਾਸਟ ਕਾਲ ਲੈ ਲਈਏ, ਰੇਡੀਓ ਇੰਡੀਆ। ਰਾਣੀ ਤੁਸੀਂ ਬੋਲੇ? ਹਾਂਜੀ ਹਾਂਜੀ। ਮੈਂ ਡਾਕਟਰ ਟੇਲਰ ਨੂੰ ਇੱਕ ਕੁਐਸਚਨ ਕਰਨਾ ਸੀ ਮਾੜਾ ਜਿਹਾ। ਜੀ ਜੀ ਮੈਂ ਤੁਹਾਡਾ ਕਾਫੀ ਸਾਰਾ ਪ੍ਰੋਗਰਾਮ ਸੁਣਿਆ। ਮੈਨੂੰ ਵੀ ਡਾਇਮੈਂਸ਼ੀਆ ਵਾ, ਮੇਰੀ 86 ਏਜ ਆ। ਹਾਂਜੀ। ਮੈਨੂੰ ਪੁਰਾਣੀਆਂ ਗੱਲਾਂ ਸਾਰੀਆਂ ਯਾਦ ਆ ਤੇ ਨਵੀਆਂ ਭੁੱਲ ਜਾਂਦੀਆਂ। ਹਾਂਜੀ। ਰੀਅਲੀ ਡਿਮੈਂਸ਼ੀਆ ਚ ਆਈ ਹੁੰਦਾ ਕਿ ਪਾਸਟ ਚੇਤੇ ਰਹਿ ਜਾਂਦਾ। ਮੈਂ ਡਾਕਟਰ ਮੈਂ ਸਿਪਰਾਲਿਕਸ ਦੀ ਗੋਲੀ ਇੱਕ ਮੈਨੂੰ ਮੇਰੇ ਡਾਕਟਰ ਨੇ ਦਿੱਤੀ ਆ, ਸ਼ਾਇਦ ਹਾਂਜੀ ਹਾਂਜੀ। ਉਹ ਮੈਨੂੰ ਬੜੀ ਫਿੱਟ ਆ, ਥੋੜੀ ਉਹਦੇ ਨਾਲ ਨੀਂਦ ਜੀ ਆਉਂਦੀ ਆ। ਹਾਂਜੀ। ਮੈਂ ਇੱਕ ਮੇਨ ਤਾਂ ਹੁਣ ਤੁਹਾਡੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਤੁਸੀਂ ਬਹੁਤ ਕੁਛ ਹੀ ਕਵਰ ਕਰੀ ਗਏ, ਛੱਡੇ ਕੁਛ ਨਹੀਂ। ਮੈਂ ਨਾ ਸ਼ਾਮੀ 4-5 ਦਿਨ ਅਲਕੋਹਲ ਲੈਣਾ ਹੁੰਦਾ, ਇਹ ਕਿੰਨੀ ਕੁ ਲੈ ਸਕਦਾ, ਇਹਦਾ ਕੀ ਇਫੈਕਟ ਆ, ਚੰਗੀ ਆ ਜਾਂ ਮਾੜੀ ਆ? ਦੇਖੋ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਹੈ ਨਾ, ਤੇ ਅਸੀਂ ਤਾਂ ਇਹੀ ਕਵਾਂਗੇ ਵੀ ਜਿਵੇਂ ਨਾ ਹੀ ਲਓ ਤੇ ਪਰ ਠੀਕ ਹੈ, ਜੇ ਨਹੀਂ ਸਰਦਾ ਤਾਂ ਵੈਰੀ ਲੈਸ ਅਮਾਉਂਟ ਦੇ ਵਿੱਚ, ਵੈਰੀ ਲੈਸ ਅਮਾਉਂਟ ਦੇ ਵਿੱਚ ਇੱਕ ਪੈਗ ਜਿਵੇਂ ਤੁਸੀਂ ਕਹੋ, ਇਸ ਤੋਂ ਜ਼ਿਆਦਾ ਨਹੀਂ। ਹਾਂਜੀ, ਜਿਹਦੇ ਨਾਲ ਤੁਹਾਨੂੰ ਨੀਂਦ ਆ ਜਾਵੇ। ਅੱਛਾ। ਇੱਕ ਮੈਂ ਹੋਰ ਇਹਦਾ ਰੱਖਿਆ ਆਪਣੇ ਤੌਰ ਦੇ ਉੱਤੇ ਹੀ ਕਿ ਮੈਂ ਇੰਡੀਆ ਫੋਨ ਕਰਕੇ ਤੇ ਪੁਰਾਣੀਆਂ ਗੱਲਾਂ ਮੈਨੂੰ ਯਾਦ ਰਹਿ ਜਾਂਦੀਆਂ ਬਹੁਤ ਸਾਰੀਆਂ, ਆਪਦੇ ਮਿੱਤਰਾਂ ਨੂੰ, ਦੋਸਤਾਂ ਨੂੰ, ਪੁਰਾਣੇ ਕਲੀਗਸ ਨੂੰ ਨਾਲ ਗੱਲਾਂ ਕਰਕੇ ਮੈਨੂੰ ਉਹ ਯਾਦ ਰਹਿ ਜਾਂਦੀਆਂ। ਈਵਨ ਹੁਣ 1959 ਚ ਮੈਟਰ ਕੀਤੀ ਸੀ, ਮੈਨੂੰ ਕਿਸੇ ਮਰਜ਼ੀ ਬੰਦੇ ਆਪਦੀ ਕਲਾਸ ਵਾਲੇ ਦਾ ਨੰਬਰ ਪੁੱਛ, ਕਿਹੜੇ ਨੰਬਰ ਸੀ ਉਹਦੇ ਮੈਟ੍ਰਿਕ ਚੋਂ, ਉਹ ਮੈਂ ਦੱਸ ਸਕਦਾ। ਲੇਕਿਨ ਇਹ ਨਹੀਂ ਯਾਦ ਰਹਿੰਦਾ ਵੀ ਤੁਸੀਂ ਨਾ ਆਹੀ ਜਿਹੜਾ ਅਸੀਂ ਤੁਹਾਨੂੰ ਕਿਹਾ ਵੀ ਆਨਲਾਈਨ ਜਿਹੜੀਆਂ ਬ੍ਰੇਨ ਟ੍ਰੇਨਿੰਗ ਐਕਸਰਸਾਈਜ਼ਸ ਹੈ ਹਨਾ, ਤੁਸੀਂ ਇਹ ਜੁਆਇਨ ਕਰੋ। ਅੱਛਾ। ਇਹਦੇ ਨਾਲ ਬਹੁਤ ਫਰਕ ਪੈਂਦਾ। ਤੁਹਾਡੇ ਕੋਲ ਸੈੱਲ ਫੋਨ ਹੈਗਾ? ਹਾਂ ਬੇਟੇ ਹੈ। ਹਾਂਜੀ। ਤੁਸੀਂ ਨਾ ਸੈੱਲ ਫੋਨ ਤੇ ਉਹ ਪਜ਼ਲਸ ਜਾਂ ਕੋਈ ਕਾਰਡ ਵਾਲੀਆਂ ਗੇਮਸ, ਬੜੀਆਂ ਗੇਮਸ ਨੇ ਇਹਦੇ ਉੱਤੇ। ਅੱਛਾ। ਹਾਂਜੀ। ਤੇ ਉਹਦੇ ਨਾਲ ਨਾ ਤੁਹਾਡਾ ਜਿਹੜਾ ਦਿਮਾਗ ਹੈ, ਉਹ ਮੈਂ ਤੇ ਆਪ ਤੁਹਾਨੂੰ ਦੱਸ ਰਹੀ ਹਾਂ, ਇਹ ਗੇਮਸ ਕਈ ਵਾਰੀ ਰੋਜ਼ ਇੱਕ ਅੱਧੀ ਵਾਰੀ ਮੈਂ ਜ਼ਰੂਰ ਜੋ ਖੇਡਦੀ ਹਾਂ। ਕਈ ਵਾਰੀ ਕਾਰਡ ਵਾਲੀ ਗੇਮ ਹੋ ਗਈ, ਸੋਲੀਟੇਅਰ, ਜਾਂ ਪਜ਼ਲਸ ਹੋ ਗਈਆਂ। ਇੱਕ ਵਰਡ ਗੇਮ ਹੈ, ਤੁਸੀਂ ਉਹਨਾਂ ਨੇ 5-6 ਵਰਡ ਆਪਣਾ ਦਿੱਤੇ ਹੋਏ ਨੇ ਲੈਟਰਸ, ਤੇ ਤੁਸੀਂ ਉਹਦੇ ਵਰਡ ਬਣਾਓ। ਈਵਨ ਇੱਥੇ ਵੀ ਜਿਵੇਂ ਇੰਡੀਆ ਚ KBC ਪ੍ਰੋਗਰਾਮ ਹੁੰਦਾ, ਇੱਥੇ ਵੀ ਹੁੰਦਾ ਤੇ ਉਹ ਵੀ ਕਈ ਲੋਕ ਦੇਖਦੇ ਆ। ਹਾਂਜੀ। ਤੇ ਉਹਦੇ ਨਾਲ ਵੀ ਤੁਹਾਨੂੰ ਨਾ ਤੁਸੀਂ ਇਨ ਟੱਚ ਰਹਿੰਦੇ ਹੋ, ਜਿਹੜੀ ਪ੍ਰੈਜ਼ੈਂਟਲੀ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ, ਜਿਹੜੀਆਂ ਖਬਰਾਂ ਤੁਸੀਂ ਸੁਣੋ। ਹਾਂਜੀ ਹਾਂਜੀ। ਹਾਂ, ਜਦੋਂ ਤੁਸੀਂ ਖਬਰਾਂ ਸੁਣੋਗੇ ਤੁਹਾਨੂੰ ਇਹ ਪਤਾ ਚੱਲੇਗਾ ਵੀ ਆਸ-ਪਾਸ ਕੀ ਹੋ ਰਿਹਾ, ਤੁਸੀਂ ਆਪਦੇ ਆਪ ਨੂੰ ਅਪਡੇਟ ਕਰੋਗੇ ਉਸੇ ਅਕੋਰਡਿੰਗਲੀ। ਅੱਛਾ। ਜਿਹੜੇ ਤੁਸੀਂ ਸੈਰ ਕਰਨ ਜਾਂਦੇ ਹੋਵੋਗੇ। ਹਾਂਜੀ ਹਾਂਜੀ। ਜਦੋਂ ਸੈਰ ਕਰਨ ਜਾਣੇ, ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰਿਆ ਕਰੋ, ਜਿਹੜਾ ਲੇਟੈਸਟ ਟੌਪਿਕ ਹੈ ਉਹਦੇ ਬਾਰੇ ਡਿਸਕਸ ਕਰਿਆ ਕਰੋ। ਅੱਜ ਦਾ ਜਿਹੜਾ ਵਿਸ਼ੇ ਹੋਏਗਾ। ਹਾਂਜੀ, ਠੀਕ ਹੈ ਨਾ। ਹਾਂ ਨਾ, ਤੁਸੀਂ ਕੋਈ ਜੌਬ ਕਰਦੇ ਸੀ ਪਹਿਲਾਂ? ਮੈਂ ਇੰਡੀਆ ਜੌਬ ਕਰਦਾ ਸੀ, ਇੱਥੇ ਵੀ ਸਿਕਿਉਰਿਟੀ ਕੀਤੀ ਹੈ ਮੈਂ। ਅੱਛਾ, ਦੈਟਸ ਗੁੱਡ। ਫਿਰ ਤਾਂ ਤੁਹਾਨੂੰ ਸਾਰਾ ਹੀ ਪਤਾ। ਔਰ ਮੋਰ ਓਵਰ ਦੇਖੋ ਨਾ, ਤੁਸੀਂ ਤਾਂ ਬਹੁਤ ਹੀ ਵਧੀਆ ਵੀ ਯੂ ਆਰ ਅੰਡਰਸਟੈਂਡਿੰਗ ਯੋਰਸੈਲਫ ਵੀ ਤੁਹਾਨੂੰ ਡਿਮੈਂਸ਼ੀਆ ਹੈ ਤੇ ਇਹ ਵੱਧ ਵੀ ਸਕਦਾ, ਤੇ ਤੁਸੀਂ ਇਹਨੂੰ ਆਪਦੇ ਆਪ ਨੂੰ ਰੁਝੇਵੇਂ ਚ ਕਿਸੇ ਚ ਰੱਖੋ, ਵਿਹਲੇ ਨਾ ਰਹੋ। ਵੀ ਤੁਹਾਡਾ ਜਿਹੜਾ ਦਿਮਾਗ ਹੈ, ਇੱਕ ਤਾਂ ਨੀਂਦ ਪੂਰੀ ਲਓ, ਇੱਕ ਇਹਨੂੰ ਰੁਝੇਵੇਂ ਚ ਰੱਖੋ। ਤੁਸੀਂ ਹਮੇਸ਼ਾ ਰੁੱਝੇ ਰਹੋ ਕਿਸੇ ਨਾ ਕਿਸੇ ਚੀਜ਼ ਚ। ਇੱਕ ਆਪਦਾ ਟਾਰਗੇਟ ਬਣਾਓ ਵੀ ਮੈਂ ਆਹ ਕਰਨਾ। ਜਿਵੇਂ ਕਈ ਬਜ਼ੁਰਗ ਤਾਂ ਹੁੰਦੇ ਆ ਨਾ ਵੀ ਬਸ ਵਿਹਲੇ ਆਰਾਮ ਨਾਲ ਉੱਠੇ, ਕਦੇ 9 ਵਜੇ ਉੱਠੇ, ਕਦੇ 10 ਵਜੇ ਉੱਠੇ, ਉਵੇਂ ਹੀ ਨਹੀਂ। ਤੁਸੀਂ ਆਪਦਾ ਇੱਕ ਟਾਰਗੇਟ ਬਣਾਓ, ਰੂਟੀਨ ਬਣਾਓ ਕਿ ਮੈਂ ਅੱਜ 8 ਵਜੇ ਉੱਠਣਾ, ਮੈਂ 7 ਵਜੇ ਉੱਠਣਾ, ਉੱਠ ਕੇ ਫਿਰ ਮੈਂ ਵਾਕ ਤੇ ਜਾਣਾ, ਮੈਂ ਮੈਡੀਟੇਸ਼ਨ ਕਰਨੀ ਹੈ, ਯੋਗਾ ਕਰਿਆ ਕਰੋ ਤੁਸੀਂ। ਕੁਛ ਵੀ ਜੋ ਪਸੰਦ ਹੈ, ਹਾਂ ਜੋ ਪਸੰਦ ਆ ਉਹ ਕਰੋ, ਔਰ ਰੂਟੀਨ ਬਣਾਓ ਆਪਦੀ। ਮਤਲਬ ਇਹ ਨਹੀਂ ਵੀ
ਰਾਣੀ ਜੀ ਡਾਕਟਰ ਢਿੱਲੋਂ ਨੇ ਛੱਡਿਆ ਹੀ ਕੁਛ ਨਹੀਂ ਵੈਸੇ, ਜਿਹੜੀ ਗੱਲ ਮੈਂ ਕਰਨ ਲੱਗਾ ਉਹਦਾ ਕੋਈ ਇਲਾਜ ਹੀ ਹੈ ਨਹੀਂ, ਫਿਰ ਕਹਿਣ ਲੱਗੇ ਬੜਾ ਹਿੱਲ ਗਿਆ ਬੜਾ। ਨਹੀਂ ਇਹ ਸੋਚਣਾ ਛੱਡ ਦੋ ਕੋ ਮੈਂ ਕੋਈ ਹਿੱਲਿਆ ਨਹੀਂ ਆ, ਪੋਜ਼ਿਟਿਵ ਥਿੰਕਿੰਗ ਰੱਖੋ। ਇਹ ਮੇਰੀ ਏਜ ਨਾਲ ਮੇਰਾ ਸਾਰਾ ਸਿਸਟਮ ਸਲੋ ਹੋ ਰਿਹਾ ਤੇ ਮੈਂ ਹਿੱਲਿਆ ਨਹੀਂ ਹੈ ਬਿਲਕੁਲ ਵੀ। ਆਈ ਐਮ ਮੋਰ ਦੈਨ ਨਾਰਮਲ। ਬਸ ਇਹ ਆਪਦੇ ਮਨ ਦੇ ਵਿੱਚ ਸੋਚ ਕੇ ਰੱਖੋ। ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਵੈਂਕੂਵਰ ਤੋਂ ਬੋਲਦਾ। ਓਕੇ 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 ਠੀਕ ਹੈ। ਰਾਣੀ ਜੀ ਤੁਹਾਡਾ ਡਿਸਟ੍ਰਿਕਟ ਲੁਧਿਆਣਾ ਸੀਗਾ? ਮੇਰਾ ਡਿਸਟ੍ਰਿਕਟ ਲੁਧਿਆਣਾ। ਮੇਰੇ ਸਾਰੇ ਮੁਕਤਸਰ ਦੇ ਨੇ ਤੇ ਪੇਕੇ ਪਟਿਆਲੇ ਦੇ। ਅੱਛਾ ਫਿਰ ਮੰਗਟ ਤਾਂ ਬਰਾਹੇ ਦੇ ਕੋਲ ਆ ਮੰਗਟ? ਹਾਂਜੀ ਮੇਰੇ ਖਿਆਲ ਉੱਥੋਂ ਮੂਵ ਹੋ ਗਏ ਸੀਗੇ ਇੱਧਰ ਮੁਕਤਸਰ ਵੱਲ ਸ਼ਾਇਦ। ਅੱਛਾ ਤੁਹਾਡਾ ਕਿਹੜਾ ਪਿੰਡ ਡਾਕਟਰ ਢਿੱਲੋਂ? ਮੁੱਲਾਂਪੁਰ। ਮੁੱਲਾਂਪੁਰ ਹੀ ਸਾਡਾ, ਫਿਰ ਸਾਡਾ ਪੜਾਇਣਾ ਪਿੰਡ। ਓ ਤੇ ਪੁਰਾਣੀਆਂ ਗੱਲਾਂ ਤੁਹਾਨੂੰ ਸਾਰੀਆਂ ਯਾਦ ਨੇ? ਹਾਂਜੀ ਮੈਂ ਪੀਆਈਯੂ ਚ ਖੇਤੀਬਾੜੀ ਅਫਸਰ ਸੀ। ਓਕੇ ਪੀਆਈਯੂ ਚ। ਓਕੇ ਦੈਟਸ ਗੁੱਡ ਦੈਟਸ ਗੁੱਡ। ਤੇ ਤੁਸੀਂ ਜੇ 2 ਮਿੰਟ ਹੋਲਡ ਕਰੋ, ਤੁਹਾਨੂੰ ਮੈਂ ਆਫ ਦ ਏਅਰ ਮੈਂ ਗੱਲ ਕਰਦੀ ਆ ਕਿਉਂਕਿ ਸਾਡਾ ਟਾਈਮ ਹੋ ਗਿਆ ਤੇ ਮੈਂ ਪਰ ਤੁਸੀਂ ਹੋਲਡ ਕਰਕੇ ਰੱਖਿਓ। ਡਾਕਟਰ ਢਿੱਲੋਂ ਇੱਥੇ ਆਪਾਂ ਇਜਾਜ਼ਤ ਲਈਏ ਕਿਉਂਕਿ ਆਪਣਾ ਟਾਈਮ ਹੋ ਗਿਆ, ਕਾਲ ਬ੍ਰਾਸ ਵੀ ਪਹੁੰਚਣ ਵਾਲੀ। ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇਜਾਜ਼ਤ ਲਾਂਗੇ। ਅਗਲੇ ਹਫਤੇ ਆਪਾਂ ਗੱਲਬਾਤ ਕਰਾਂਗੇ। ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ ਤੇ ਛੁੱਟੀਆਂ 'ਚ ਬੱਚਿਆਂ ਨੇ ਕੀ ਕਰਨਾ ਹੈ। ਹਾਂਜੀ ਹਾਂਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਢਿੱਲੋਂ। ਤੁਹਾਡਾ ਵੀ ਧੰਨਵਾਦ ਜੀ ਜਿਹੜੇ ਇੰਨੇ ਬੱਚੇ ਲੈ ਕੇ ਆਉਣੇ ਹੋ ਜੀ। ਥੈਂਕ ਯੂ ਜੀ। ਔਰ ਇਹਦੇ ਨਾਲ ਹੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਐਂਡ ਰੱਬ ਰਾਖਾ।